ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਬੇਟੇ, ਤੁਸੀਂ ਬਹੁਤ ਸਾਰਿਆਂ ਨੇ ਮੈਨੂੰ ਮੈਸੇਜ ਕੀਤੇ ਤੇ ਮੈਂ ਤੁਹਾਡੇ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਤੇ ਬਹੁਤ ਵਿਸ਼ਵਾਸ ਕਰਦੇ ਹੋ। ਤੇ ਅੱਜ ਤੁਹਾਡਾ ਇੰਤਜ਼ਾਰ ਖਤਮ ਕਰਦੇ ਹੋਏ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਰਾਜੇ ਤੁਹਾਡਾ ਇੱਕ ਸਪੈਸ਼ਲ ਕੋਰਸ, ਜਿਹਦੇ ਵਿੱਚ ਆਪਾਂ ਥਿਊਰੀ ਬਿਲਕੁਲ ਫ੍ਰੀ ਕਰਾਂਗੇ। ਇਹਦੀ ਬਹੁਤ ਡਿਮਾਂਡ ਸੀ ਰਾਜੇ, ਬਹੁਤ ਸਾਰੇ ਚੈਨਲ ਇਹਨੂੰ ਕਰਵਾ ਰਹੇ ਹੈ, ਪਰ ਬਹੁਤੇ ਚੈਨਲ ਕੀ ਕਰਵਾ ਰਹੇ ਹੈ, ਜਾਂ ਤਾਂ ਗਲਤ ਕਰਵਾ ਰਹੇ ਹੈ ਜਾਂ ਫਿਰ ਉਸ ਢੰਗ ਨਾਲ ਨਹੀਂ ਕਰਵਾ ਰਹੇ, ਐਗਜ਼ਾਮ ਪੁਆਇੰਟ ਆਫ View ਤੋਂ ਨਹੀਂ ਕਰਵਾ ਰਹੇ। ਤੇ ਮੈਂ ਹਮੇਸ਼ਾ ਤੁਹਾਨੂੰ ਕਿਹਾ ਸੀ ਰਾਜੇ ਮੈਂ ਤੁਹਾਡੀ ਹੈਲਪ ਕਰੂੰਗਾ, 101% ਕਰੂੰਗਾ, ਬਟ ਮੈਨੂੰ ਇਹ ਪਹਿਲਾਂ ਪੜ੍ਹਨਾ ਪਊਗਾ, ਤਾਂ ਇਸ ਕਰਕੇ ਥੋੜਾ ਟਾਈਮ ਲੱਗ ਗਿਆ, ਕਿਉਂਕਿ ਇਹ ਚੀਜ਼ ਮੈਨੂੰ ਪਹਿਲਾਂ ਪੜ੍ਹਨੀ ਪੈਂਦੀ ਹੈ। 3 ਤੋਂ 4 ਘੰਟੇ ਡੇ ਦੇ ਵਿੱਚ ਸਪੈਂਡ ਕਰਨੇ ਪੈਂਦੇ, ਤਾਂ ਜਾ ਕੇ ਤੁਹਾਡੇ ਵਾਸਤੇ ਇੱਕ ਕਲਾਸ ਤਿਆਰ ਹੋਊਗੀ। ਪਰ ਆਪਾਂ ਇਹ ਚੀਜ਼ ਤਿਆਰ ਕਰ ਲਈ ਹੈ। ਚਲੋ ਆਪਾਂ ਇਸ ਦੇ ਬਾਰੇ ਤੁਹਾਨੂੰ ਖੁਲਾਸਾ ਕਰਦੇ ਹਾਂ, ਆਪਾਂ ਕੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਸਪੈਸ਼ਲ ਮੇਰੀਆਂ ਭੈਣਾਂ ਵਾਸਤੇ ਜਿਨ੍ਹਾਂ ਨੇ ਮੈਨੂੰ ਬਹੁਤ ਮੈਸੇਜ ਕੀਤੇ। ਤਾਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਰਾਜੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੀ ਸੀਰੀਜ਼, ਜਿਹਦੀ ਆਪਾਂ ਥਿਊਰੀ ਕਰਾਂਗੇ ਬਿਲਕੁਲ ਫ੍ਰੀ ਆਪਣੇ YouTube ਚੈਨਲ ਤੇ, ਜਿਹਦੇ MCQ ਵੀ ਆਪਾਂ ਤਿਆਰ ਕਰਾਂਗੇ ਬਹੁਤ ਵਧੀਆ ਢੰਗ ਦੇ ਨਾਲ। ਜਿਹੜੇ ਹੋਣਗੇ ਪੇਡ ਉਹ ਮਿਲਣਗੇ ਆਪਣੀ ਐਪ ਦੇ ਉੱਪਰ ਲੇਟਰ ਆਨ। ਤਾਂ ਕਿਸੇ ਵੀ ਪੇਪਰ ਨੂੰ ਤਿਆਰੀ ਕਰਨ ਦਾ ਸਹੀ ਢੰਗ ਬੇਟੇ ਕੀ ਹੈ, ਪਹਿਲਾਂ ਥਿਊਰੀ ਪੜ੍ਹਨੀ ਹੈ, ਠੀਕ ਹੈ ਜੀ। ਥਿਊਰੀ ਜਦੋਂ ਤੁਸੀਂ ਪੜ੍ਹ ਲਈ ਦੈਨ MCQ ਕਰਨੇ ਆ। ਡਾਇਰੈਕਟ MCQ ਕਰੋਗੇ ਕਦੇ ਵੀ ਕਾਮਯਾਬ ਨਹੀਂ ਹੋਵੋਗੇ, ਤੁਸੀਂ ਮੇਰੇ ਤੋਂ ਲਿਖਵਾ ਲਓ, ਕਦੇ ਵੀ ਕਾਮਯਾਬ ਨਹੀਂ ਹੋਵੋਗੇ ਤੁਸੀਂ। ਥਿਊਰੀ ਪੜ੍ਹੀ ਹੋਊਗੀ, ਤੁਹਾਨੂੰ ਪਤਾ ਲੱਗ ਜੂਗਾ ਵੀ MCQ ਕਿੱਥੋਂ ਬਣਿਆ, ਕਿਵੇਂ ਬਣਿਆ, ਇਹਦਾ ਬੈਕਗਰਾਉਂਡ ਕੀ ਹੈ। MCQ ਇੱਧਰ ਉੱਧਰ ਵੀ ਹੋ ਗਿਆ ਤਾਂ ਵੀ ਤੁਸੀਂ ਉਹਨੂੰ ਅਟੈਂਪਟ ਕਰ ਸਕਦੇ ਹੋ। ਨਹੀਂ ਤਾਂ ਇਨਸਾਨੀ ਦਿਮਾਗ ਦੀ ਕਪੈਸਿਟੀ ਇੰਨੀ ਨਹੀਂ ਹੈਗੀ, ਤੁਸੀਂ ਕਿੰਨੇ ਕੁ ਰੱਟੇ ਮਾਰ ਲਓਗੇ, 500 ਮਾਰ ਲਓਗੇ, 700 ਮਾਰ ਲਓਗੇ। ਇਸ ਤੋਂ ਇਲਾਵਾ ਹੋਰ ਸਬਜੈਕਟ ਵੀ ਪੜ੍ਹਨੇ ਆ, ਕੰਪਿਊਟਰ ਵੀ ਪੜ੍ਹਨਾ ਹੈ, ਮੈਥ ਵੀ ਪੜ੍ਹਨਾ ਹੈ, ਪੰਜਾਬੀ ਵੀ ਪੜ੍ਹਨੀ ਹੈ। ਤਾਂ ਰੱਟੇ ਕਦੇ ਨਹੀਂ ਮਾਰਨੇ, ਚੀਜ਼ ਨੂੰ ਸਮਝ ਕੇ ਕਰਨਾ ਹੈ। ਔਰ ਸੱਚ ਜਾਣਿਓ, ਜਿਹੜਾ ਇਹ ਚਾਈਲਡ ਕੇਅਰ ਡਿਵੈਲਪਮੈਂਟ ਵਾਲਾ ਪਾਰਟ ਹੈਗਾ, ਇਹ ਇੰਨਾ ਸੌਖਾ ਹੈ, ਇਹ ਪੰਜਾਬੀ ਤੋਂ ਵੀ ਸੌਖਾ ਹੈ। ਤੇ ਚਿੰਤਾ ਨਹੀਂ ਕਰਨੀ, ਤੁਹਾਡੇ 20 ਨੰਬਰ ਆਪਾਂ ਪੱਕੇ ਕਰਾ ਦਾਂਗੇ ਜੇ ਤੁਸੀਂ ਥਿਊਰੀ ਪਲੱਸ ਕੀ ਕਰ ਲਓਗੇ, ਆਪਣਾ MCQ ਕਰ ਲਓਗੇ। ਤਾਂ ਸਟਾਰਟ ਕਰਦੇ ਆਪਾਂ। ਕੋਸ਼ਿਸ਼ ਕਰਾਂਗੇ ਡੇਲੀ ਤੁਹਾਨੂੰ ਇੱਥੇ 1 ਤੋਂ 2 ਕਲਾਸਾਂ ਦਿਆ ਕਰਾਂਗੇ। ਇੱਕ ਕਲਾਸ ਤਾਂ ਪੱਕਾ ਮਿਲੂਗੀ। ਤੁਹਾਡਾ ਸਿਲੇਬਸ ਕਵਰ ਕਰ ਦਾਂਗੇ ਆਪਾਂ 10 ਤਰੀਕ ਤੋਂ ਪਹਿਲਾਂ 10 ਸਤੰਬਰ ਤੋਂ ਪਹਿਲਾਂ ਸਿਲੇਬਸ ਕਵਰ ਕਰ ਦੂੰਗਾ, ਚਿੰਤਾ ਨਹੀਂ ਕਰਨੀ। ਹੁਣ ਅੱਜ ਕੀ ਹੈ, ਜਿਹੜੀ ਅੱਜ ਦੀ ਕਲਾਸ ਹੈਗੀ ਆ ਤੁਹਾਡੀ ਚਾਈਲਡ ਡਿਵੈਲਪਮੈਂਟ ਵਾਲੀ, ਇਹਦੇ ਵਿੱਚ ਜਸਟ ਮੈਂ ਤੁਹਾਨੂੰ ਇੱਕ ਇੰਟਰੋਡਕਸ਼ਨ ਦੇ ਰਿਹਾ, ਪੜ੍ਹਨਾ ਕਿਵੇਂ ਹੈ, ਐਕਚੁਅਲ ਦੇ ਵਿੱਚ ਚਾਈਲਡ ਡਿਵੈਲਪਮੈਂਟ ਹੁੰਦੀ ਕੀ ਹੈ, ਕਿਹੜੇ ਕਿਹੜੇ ਇਹਦੇ ਵਿੱਚ ਰੋਲ ਨੇ, ਆਪਾਂ ਕੀ ਪੜ੍ਹਨਾ, ਪੇਪਰ 'ਚ ਐਗਜ਼ਾਮੀਨਰ ਆਪਾਂ ਨੂੰ ਕੀ ਪੁੱਛ ਸਕਦਾ, ਕਿੰਨੇ ਕੁ ਲੈਵਲ ਦਾ ਪੁੱਛ ਸਕਦਾ, ਇਹ ਚੀਜ਼ਾਂ ਡਿਸਕਸ ਕਰਾਂਗੇ। ਕੱਲ ਤੋਂ ਪ੍ਰੋਪਰ ਟੈਕਨੀਕਲ ਲੈਕਚਰ ਆਪਣਾ ਆਊਗਾ। ਤਾਂ ਜੇ ਤੁਹਾਨੂੰ ਇਹ ਚੀਜ਼ ਵਧੀਆ ਲੱਗੂਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸ਼ੇਅਰ ਤਾਂ ਕਰ ਦਿਓ ਤਾਂ ਜੋ ਹਰ ਇੱਕ ਲੋੜਵੰਦ ਮੇਰੀ ਭੈਣ ਕੋਲੇ ਇਹ ਚੀਜ਼ ਪਹੁੰਚ ਜੇ। ਕਿਉਂਕਿ ਰਾਜੇ ਮੈਂ ਸਲੂਟ ਕਰਦਾ ਉਹ ਸਾਰੀਆਂ ਭੈਣਾਂ ਨੂੰ ਜਿਹੜੀਆਂ ਕਿ ਮਤਲਬ ਕਿ ਜੇ ਕਈਆਂ ਕੁੜੀਆਂ ਵਾਸਤੇ ਪੜ੍ਹਨਾ ਪਹਿਲੀ ਗੱਲ ਤਾਂ ਬਹੁਤ ਔਖੀ ਗੱਲ ਹੈ। ਘਰ ਦੇ ਕੁਝ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਕੁਝ ਜ਼ਿੰਮੇਵਾਰੀਆਂ ਵੱਧ ਹੁੰਦੀਆਂ, ਮੁੰਡਿਆਂ ਨਾਲੋਂ ਜ਼ਿੰਮੇਵਾਰੀਆਂ ਵੱਧ ਹੁੰਦੀਆਂ ਕੁੜੀਆਂ ਤੇ, ਠੀਕ ਹੈ। ਤਾਂ ਜਿਹੜੀਆਂ ਕੁੜੀਆਂ ਹੁਣ ਮੈਰਿਡ ਨੇ ਉਹਨਾਂ ਦੀ ਤਾਂ ਜ਼ਿੰਮੇਵਾਰੀ ਕੀ ਹੋਗੀ, ਡਬਲ ਟ੍ਰਿਪਲ ਹੋਗੀ। ਤਾਂ ਇਸ ਕਰਕੇ ਰਾਜੇ ਮੈਂ ਪੂਰੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਜਿਹੜੀਆਂ ਮੇਰੀਆਂ ਭੈਣਾਂ ਦਿਲ ਤੋਂ ਪੜ੍ਹ ਰਹੀਆਂ ਨੇ ਉਹਨਾਂ ਦਾ ਪੱਕਾ ਪੇਪਰ ਕਲੀਅਰ ਹੋਵੇ, ਸਭ ਨੂੰ ਸਫਲਤਾ ਮਿਲੇ। ਬਾਕੀ ਮੇਰੀ ਕੋਸ਼ਿਸ਼ ਹੈ ਤੁਹਾਡੀ ਹੈਲਪ ਕਰਨ ਦੇ ਵਿੱਚ, ਮੈਂ ਕੋਈ ਕਸਰ ਨਹੀਂ ਛੱਡੂੰਗਾ। ਕਰਨ ਕਰਾਉਣ ਵਾਲਾ ਬੇਟੇ ਪ੍ਰਮਾਤਮਾ, ਮੈਂ ਜਸਟ ਇੱਕ ਜ਼ਰੀਆ। ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਜਿਹੜੇ ਬੱਚੇ ਨਵੇਂ ਨੇ ਚੈਨਲ ਦੇ ਬੈਲ ਆਈਕਨ ਨੱਪ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਨਵੀਂ ਨਵੀਂ ਵੀਡੀਓ ਦੀ। ਤਾਂ ਗੱਲ ਕਰਦੇ ਹਾਂ ਰਾਜੇ, ਹੁਣ ਆਪਾਂ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ। ਦੇਖੋ ਪ੍ਰਮਾਤਮਾ ਤੋਂ ਬਿਨਾਂ ਕੁਝ ਵੀ ਚੀਜ਼ ਪੋਸੀਬਲ ਨਹੀਂ ਹੈਗੀ। ਕਹਿੰਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਇੱਕ ਓਂਕਾਰ ਦਾ ਮਤਲਬ ਗੁਰੂ ਇੱਕ ਹੈ, ਪ੍ਰਮਾਤਮਾ ਇੱਕ ਹੈ, ਵਾਹਿਗੁਰੂ, ਅੱਲਾ, ਗੋਡ, ਰਾਮ, ਤੁਸੀਂ ਜਿਹਨੂੰ ਵੀ ਮੰਨਦੇ ਹੋ ਉਸ ਪ੍ਰਮਾਤਮਾ ਨੂੰ ਧਿਆ ਕੇ ਤੁਸੀਂ ਇਹ ਕੋਰਸ ਸ਼ੁਰੂ ਕਰ ਲੈਣਾ। 101% ਸਫਲਤਾ ਮਿਲੂਗੀ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਕੋਰਸ ਸ਼ੁਰੂ ਹੋਇਆ, ਨਾ ਤਾਂ ਮੇਰੀ ਔਕਾਤ ਹੈ ਨਾ ਤੁਹਾਡੀ ਕਿਸੇ ਦੀ ਔਕਾਤ ਹੈ ਪੜ੍ਹਨ ਜਾਂ ਪੜ੍ਹਾਉਣ ਦੀ। ਇਹ ਜੋ ਕੁਝ ਕਰਵਾ ਰਿਹਾ ਉਹ ਪ੍ਰਮਾਤਮਾ ਹੀ ਕਰਵਾ ਰਿਹਾ, ਔਰ ਤੁਹਾਡੀ ਮਿਹਨਤ ਨੂੰ ਉਹ ਸਫਲਤਾ ਬਖਸ਼ੇ, ਇਹ ਉਹਦੇ ਅੱਗੇ ਅਰਦਾਸ ਹੈ। ਇੱਕ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਤੁਕ ਆਉਂਦੀ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕਹਿਣ ਦਾ ਮਤਲਬ ਜਿਹੜੇ ਪ੍ਰਮਾਤਮਾ ਨੂੰ ਮੰਨਦੇ ਆ, ਉਹਦੇ ਪਿਆਰੇ ਹੈ, ਸੰਤ ਹੈ, ਉਹਨਾਂ ਦੇ ਕੰਮ ਉਹ ਆਪ ਕਰਦਾ, ਉਹ ਆਪ ਉਹਨਾਂ ਦੇ ਕੰਮ ਸਿਰੇ ਚਾੜਦਾ। ਬਸ ਆਪਣੀ ਜਿਹੜੀ ਮਨ ਦੀ ਨੀਤ ਹੈਗੀ ਉਹ ਸਾਫ਼ ਰੱਖਣੀ ਹੈ, ਤਾਂ 101% ਤੁਹਾਨੂੰ ਸਫਲਤਾ ਮਿਲੂਗੀ ਬੇਟੇ, ਇਹ ਮੇਰਾ ਮੰਨਣਾ ਹੈ। ਤੁਸੀਂ ਕਿਸੇ ਨੂੰ ਵੀ ਮੰਨਦੇ ਹੋ, ਕਿਸੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ, ਮੰਜ਼ਿਲ ਇੱਕ ਹੈ, ਰਸਤੇ ਵੱਖਰੇ ਵੱਖਰੇ ਨੇ। ਚਲੋ ਆਪਾਂ ਸਟਾਰਟ ਕਰਦੇ ਹਾਂ। ਹੁਣ ਦੇਖੋ ਜਿਹੜਾ ਟੌਪਿਕ ਆਪਾਂ ਅੱਜ ਕਵਰ ਕਰਨਾ ਹੈ ਉਹ ਕਰਨਾ ਜੀ ਅਰਲੀ ਚਾਈਲਡਹੁੱਡ ਐਜੂਕੇਸ਼ਨ। ਵੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਕੀ ਹੁੰਦੀ ਹੈ। ਮੀਡੀਅਮ ਮੈਂ ਰੱਖੂੰਗਾ ਪੰਜਾਬੀ ਤੇ ਅੰਗਰੇਜ਼ੀ ਦੋਨੇ, ਪਰ ਕੋਸ਼ਿਸ਼ ਹੈ ਮੈਨੂੰ ਕਿ ਪੰਜਾਬੀ ਦੇ ਵਾਲੇ ਬੱਚੇ ਜ਼ਿਆਦਾ ਨੇ, ਠੀਕ ਹੈ। ਮੈਂ ਪੜ੍ਹਾਊਂਗਾ ਪੰਜਾਬੀ ਦੇ ਵਿੱਚ, ਪਰ ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਵੀ ਹੈਗਾ। ਤੇ ਦੂਸਰੀ ਗੱਲ, ਕਿਰਪਾ ਕਰਕੇ ਮੇਰੇ ਤੋਂ PDF ਨਾ ਮੰਗਿਓ, PDF ਤੁਹਾਨੂੰ ਮਿਲੂਗੀ ਇਹ ਆਪਣੀ ਐਪ ਦੇ ਵਿੱਚ ਜਦੋਂ ਆਪਾਂ ਕੋਰਸ ਲਾਂਚ ਕਰਤਾ। ਤੁਸੀਂ ਪੜ੍ਹਨਾ ਹੈ, ਕਿਉਂਕਿ PDF ਪੜ੍ਹ ਕੇ ਕਦੇ ਬੰਦਾ ਸਫਲਤਾ ਨਹੀਂ ਹੁੰਦੀ। ਬੱਚੇ ਡਾਇਰੈਕਟ PDF ਪੜ੍ਹਨ ਲੱਗ ਜਾਂਦੇ ਆ। ਜਿਵੇਂ ਇੱਕ ਕਹਾਵਤ ਵੀ ਹੈ, ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਜਿੰਨ ਤੱਕ ਤੁਸੀਂ ਗੁਰੂ ਤੋਂ ਨਹੀਂ ਸਮਝਦੇ, ਆਪਣੇ ਟੀਚਰ ਤੋਂ ਨਹੀਂ ਸਮਝਦੇ, ਉਹ ਚੀਜ਼ ਤੁਸੀਂ ਆਪਣੇ ਆਪ ਨਹੀਂ ਪੜ੍ਹ ਸਕਦੇ।
ਤਾਂ ਠੀਕ ਹੈ, ਤੁਹਾਡੀ ਇਹ ਬੈਡ ਹੈਬਿਟ ਨੂੰ ਹਟਾਉਣ ਵਾਸਤੇ PDF ਨਹੀਂ ਮਿਲੂਗੀ, ਲੇਟਰ ਔਨ ਮਿਲੂਗੀ, ਥੋੜਾ ਜਿਹਾ ਵੇਟ ਕਰ ਲਿਓ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਪੜ੍ਹਨਾ ਆਪਾਂ, ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪਣੀ ਪੋਸਟ ਦਾ ਨਾਮ ਕੀ ਹੈ। ਤੁਸੀਂ ਸਾਰਿਆਂ ਨੇ ਪੋਸਟ ਭਰੀ ਹੋਊਗੀ, ਸੁਪਰਵਾਈਜ਼ਰ ਆਪਣੀ ਪੋਸਟ ਦਾ ਨਾਮ ਹੈ। ਹੁਣ ਛੋਟੀਆਂ ਬਰੀਕ ਜੀਆਂ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਯਾਦ ਰੱਖਣੀਆਂ ਨੇ, ਆਪਾਂ ਨੂੰ ਪੁੱਛੀਆਂ ਜਾਣਗੀਆਂ ਪੇਪਰ ਦੇ ਵਿੱਚ, ਕਿਉਂਕਿ ਕੋਈ ਹਾਈ ਲੈਵਲ ਦਾ ਪੇਪਰ ਨਹੀਂ ਆਊਗਾ ਆਪਾਂ ਨੂੰ, ਬਹੁਤ ਮਾਡਰਨ ਕਹਿ ਸਕਦਾ, ਮੀਡੀਅਮ ਲੈਵਲ ਦਾ ਪੇਪਰ ਆਊਗਾ, ਮੋਡਰੇਟ ਲੈਵਲ ਦਾ ਪੇਪਰ ਆਊਗਾ ਆਪਣਾ, ਠੀਕ ਹੈ। ਹੁਣ ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਸੁਪਰਵਾਈਜ਼ਰ ਦੀ ਪੋਸਟ ਹੁੰਦੀ ਹੈ ਰਾਜੇ ਕਿਹੜੇ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ। ਇੱਕ ਤਾਂ ਇਹ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ, ਇਹ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਡਰ ਆਉਂਦੀ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਹੈ ਕਿਹੜੇ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ। ਹੁਣ ਦੂਜੀ ਗੱਲ, ਇਸ ਡਿਪਾਰਟਮੈਂਟ ਦਾ ਕੈਬਨਿਟ ਮਿਨਿਸਟਰ ਕੌਣ ਹੈ ਪੰਜਾਬ ਦੇ ਵਿੱਚ, ਇੱਥੋਂ ਕੁਐਸਚਨ 101% ਆਊਗਾ। ਤੁਸੀਂ ਸਾਰਿਆਂ ਨੇ ਇਹ ਲੇਡੀ ਨੂੰ ਜਾਣਦੇ ਹੋਵੋਗੇ, ਜੇ ਨਹੀਂ ਜਾਣਦੇ ਤਾਂ ਮਤਲਬ ਤੁਸੀਂ ਤਿਆਰੀ ਨਹੀਂ ਕਰ ਰਹੇ, ਜੇ ਤਿਆਰੀ ਕਰ ਰਹੇ ਹੋ ਤੁਹਾਨੂੰ ਆਨਸਰ ਆਉਣਾ ਚਾਹੀਦਾ ਹੈ। ਕੌਣ ਨੇ ਇਹ ਡਾਕਟਰ ਬਲਜੀਤ ਕੌਰ, ਕੌਣ ਨੇ ਡਾਕਟਰ ਬਲਜੀਤ ਕੌਰ? ਇਹ ਕੈਬਨਿਟ ਮਿਨਿਸਟਰ ਨੇ ਤੁਹਾਡੇ ਡਿਪਾਰਟਮੈਂਟ ਦੇ, ਜਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਜੌਬ ਕਰਨ ਜਾ ਰਹੇ ਹੋ, ਜਿਹਦੇ ਵਿੱਚ ਤੁਸੀਂ ਨੌਕਰੀ ਲੈਣੀ ਹੈ, ਸੋਸ਼ਲ ਸਿਕਿਉਰਿਟੀ ਐਂਡ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਹੀ ਮਿਨਿਸਟਰ ਨੇ ਰਾਜੇ, ਕੈਬਨਿਟ ਮਿਨਿਸਟਰ, ਠੀਕ ਹੈ ਜੀ, ਡਾਕਟਰ ਬਲਜੀਤ ਕੌਰ। ਹੁਣ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਣਾ ਵੀ ਇਹ ਕਿੱਥੋਂ ਜਿੱਤੇ ਨੇ, ਕਿਹੜੇ ਏਰੀਆ ਤੋਂ ਜਿੱਤੇ ਨੇ, ਮੋਗੇ ਤੋਂ ਜਿੱਤੇ ਨੇ, ਅੰਮ੍ਰਿਤਸਰ ਤੋਂ ਜਿੱਤੇ ਨੇ, ਪਟਿਆਲੇ ਤੋਂ ਜਿੱਤੇ ਨੇ, ਕਿਹੜੇ ਏਰੀਆ ਤੋਂ ਜਿੱਤੇ ਨੇ, ਤੁਸੀਂ ਮੈਨੂੰ ਕਮੈਂਟ ਕਰਨਾ। ਦੇਖਦੇ ਆ ਤੁਹਾਡੀ ਕਿੰਨੀ ਕੁ ਤਿਆਰੀ ਹੈ, ਪੁੱਛਿਆ ਜਾ ਸਕਦਾ ਤੁਹਾਡੇ ਤੋਂ। ਚਲੋ ਹੁਣ ਨੈਕਸਟ ਹੋਰ ਕੀ ਪੜ੍ਹਨਾ ਆਪਾਂ ਇਹਦੇ ਵਿੱਚ। ਹੁਣ ਆਪਾਂ ਨੂੰ ਪਤਾ ਲੱਗ ਗਿਆ ਆਪਣੀ ਪੋਸਟ ਹੈ ਕੀ ਹੈ, ਕਿਹੜਾ ਡਿਪਾਰਟਮੈਂਟ ਹੈ, ਕਿਹੜੇ ਡਿਪਾਰਟਮੈਂਟ ਦੇ ਅੰਡਰ ਪੋਸਟ ਹੈ, ਕਿਹੜਾ ਮੰਤਰੀ ਆਪਣਾ ਕੈਬਨਿਟ ਮਿਨਿਸਟਰ ਹੈ ਇਸ ਡਿਪਾਰਟਮੈਂਟ ਦਾ, ਇਹ ਪਤਾ ਲੱਗ ਗਿਆ ਆਪਾਂ ਨੂੰ। ਹੁਣ ਨੈਕਸਟ ਛੋਟੀਆਂ ਜਿਹੀਆਂ ਗੱਲਾਂ, ਕਈ ਵਾਰੀ ਹੈਲਪਲਾਈਨ ਨੰਬਰ ਪੁੱਛ ਲੈਂਦੇ ਆ ਕਿ ਵੂਮਨ ਹੈਲਪਲਾਈਨ ਨੰਬਰ ਕੀ ਹੈ, ਚਾਈਲਡ ਹੈਲਪਲਾਈਨ ਨੰਬਰ ਕੀ ਹੈ। ਤਾਂ ਪੰਜਾਬ ਦੇ ਵਿੱਚ ਦੇਖੋ ਜਿਵੇਂ ਰਾਜੇ ਐਮਰਜੈਂਸੀ ਵਾਸਤੇ ਹੈਲਪਲਾਈਨ ਨੰਬਰ ਇਸ਼ੂ ਕੀਤੇ ਗਏ ਆ, ਵੂਮਨ ਦੇ ਹੈਲਪਲਾਈਨ ਵਾਸਤੇ ਹੈਗਾ 1091, ਚਾਈਲਡ ਹੈਲਪਲਾਈਨ ਵਾਸਤੇ ਹੈਗਾ 1098। ਇਹ ਛੋਟੀਆਂ ਜਿਹੀਆਂ ਗੱਲਾਂ ਹੈਗੀਆਂ ਰਾਜੇ, ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਣਗੀਆਂ, ਇਦਾਂ ਦੀਆਂ ਗੱਲਾਂ ਯਾਦ ਰੱਖਣੀਆਂ। ਬਾਕੀ ਚਿੰਤਾ ਨਹੀਂ ਕਰਨੀ, ਹੁਣ ਤੁਸੀਂ ਰਾਈਟ ਟਰੈਕ ਤੇ ਆ ਗਏ ਹੋ, ਤੁਸੀਂ ਹੁਣ ਇੱਥੇ 101% ਲੈਵਲ ਦੀ ਤਿਆਰੀ ਕਰੋਗੇ। ਚਲੋ ਹੁਣ ਨੈਕਸਟ ਆਪਾਂ ਗੱਲ ਕਰਦੇ ਰਾਜੇ, ਇਸ ਤੋਂ ਇਲਾਵਾ ਆਪਾਂ ਦੇਖੋ ਜਿਵੇਂ ਹੁਣ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਮੇਂ-ਸਮੇਂ ਤੇ ਸਕੀਮਾਂ ਚਲਾਈਆਂ ਜਾਂਦੀਆਂ ਵੂਮਨ ਦੀ ਭਲਾਈ ਵਾਸਤੇ, ਬੱਚਿਆਂ ਦੀ ਭਲਾਈ ਵਾਸਤੇ, ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ, ਠੀਕ ਹੈ, ਮਾਈ ਭਾਗੋ ਵਿਦਿਆ ਸਕੀਮ ਹੋ ਗਈ, ਆਂਗਣਵਾੜੀ ਸੇਵਾਵਾਂ ਸਕੀਮ ਹੋ ਗਈਆਂ, ICDS ਆਪਾਂ ਪੜ੍ਹਨਾ ਰਾਜੇ, ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ ਰਾਜੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਪੇਪਰ ਵਾਸਤੇ, ਇਹ ਸਾਰਾ ਮੈਂ ਕੰਪਲੀਟ ਕਰਵਾਉਂਗਾ। ਇਸ ਤੋਂ ਇਲਾਵਾ ਪੋਸ਼ਣ ਵਿਭਾਗ ਆ ਗਿਆ, ਪੋਸ਼ਣ ਅਭਿਆਨ ਆ ਗਿਆ, ਜਿਹਨੂੰ ਆਪਾਂ ਨੈਸ਼ਨਲ ਹੈਲਥ ਮਿਸ਼ਨ ਕਹਿ ਦਿੰਦੇ ਆ, ਜਾਂ ਪੋਸ਼ਣ ਮਿਸ਼ਨ ਕਹਿ ਦਿੰਦੇ ਆ, ਨਿਊਟ੍ਰੀਸ਼ਨ ਮਿਸ਼ਨ ਕਹਿ ਦਿੰਦੇ ਆ, ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਕਹਿ ਦਿੰਦੇ ਆ। ਇਸ ਤੋਂ ਇਲਾਵਾ ਆਪਾਂ ਪੜ੍ਹਨਾ ਰਾਜੇ ਇਹਦੇ ਵਿੱਚ ਬਾਲ ਸੁਰੱਖਿਆ ਸੇਵਾਵਾਂ ਆ ਗਈਆਂ, ਤੇ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਰਾਜੇ ਆਪਾਂ ਇੱਥੇ ਕਵਰ ਕਰਾਂਗੇ। ਕਹਿਣ ਦਾ ਮਤਲਬ ਇਹ ਚੀਜ਼ਾਂ ਆਪਣੇ ਵਾਸਤੇ ਖਾਸ ਨੇ, ਤੁਹਾਡੇ ਪੇਪਰ ਵਾਸਤੇ ਸਪੈਸ਼ਲ ਨੇ। ਪਰ ਅੱਜ ਦਾ ਜਿਹੜਾ ਲੈਕਚਰ ਹੈਗਾ ਰਾਜੇ ਉਹ ਆਪਾਂ ਚਲੋ ਸਟਾਰਟ ਕਰਨ ਜਾ ਰਹੇ ਹਾਂ। ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ, ਜਦੋਂ ਮੈਂ ਪੰਜਾਬੀ ਦੇ ਵਿੱਚ ਪਿੱਛੇ ਲਿਖਿਆ, ਇਹ ਅੰਗਰੇਜ਼ੀ ਦੇ ਵਿੱਚ ਲਿਖਤਾ ਤੁਹਾਡੀ ਹੈਲਪ ਵਾਸਤੇ, ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਅੱਜ ਟੌਪਿਕ ਪੜ੍ਹਨਾ ਹੈ। ਅਗਰ ਆਪਾਂ ਸਿਲੇਬਸ ਦੀ ਗੱਲ ਕਰੀਏ, ਤੁਹਾਡਾ ਸਿਲੇਬਸ ਇੱਥੋਂ ਹੀ ਸਟਾਰਟ ਹੁੰਦਾ ਰਾਜੇ, ਅਰਲੀ ਚਾਈਲਡਹੁੱਡ ਐਜੂਕੇਸ਼ਨ ਤੋਂ ਸਟਾਰਟ ਹੁੰਦਾ ਹੈ। ਹੁਣ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੈ ਕੀ ਐਕਚੁਅਲ ਦੇ ਵਿੱਚ, ਇਹਦੇ ਵਿੱਚ ਕੀ ਆਉਂਦਾ ਹੈ। ਹੁਣ ਬਹੁਤ ਸਾਰੇ ਚੈਨਲ ਪਤਾ ਨਹੀਂ ਕੀ ਪੜ੍ਹਾਈ ਜਾਂਦੇ ਆ, ਬੱਚਾ ਜੰਮਦਾ ਹੈ ਉਹ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ, ਫਲਾਨਾ ਕਰ ਲਓ ਉਹ ਕਰ ਲਓ, ਉਹ ਚੀਜ਼ਾਂ ਪੜ੍ਹਨੀਆਂ ਰਾਜੇ ਉਹ ਤਾਂ ਸਭ ਨੂੰ ਪਤਾ ਹੈ, ਉਹ ਪੜ੍ਹਨ ਦੀ ਜ਼ਰੂਰਤ ਹੀ ਨਹੀਂ, ਉਹ ਤਾਂ ਆਪਾਂ ਨੂੰ ਬੇਸਿਕ ਪਤਾ, ਆਪਾਂ ਵੀ ਸਮਾਜ ਦੇ ਵਿੱਚ ਰਹਿੰਦੇ ਆ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਕੀ ਪੜ੍ਹਨਾ ਰਾਜੇ, ਸਟਾਰਟ ਕਰਦੇ ਹਾਂ ਅੱਜ ਦੇ ਪਹਿਲਾ ਲੈਕਚਰ। ਸਭ ਤੋਂ ਪਹਿਲੀ ਗੱਲ ਤੁਹਾਨੂੰ ਪੁੱਛੀ ਜਾ ਸਕਦੀ ਹੈ ਜਿਹੜੀ ECE ਦੀ ਫੁੱਲ ਫਾਰਮ ਕੀ ਹੈ। ਇਹ ਕੁਐਸਚਨ ਆ ਸਕਦਾ ਤੁਹਾਡੇ ਵਾਸਤੇ, ਮਹੱਤਵਪੂਰਨ, ਇਹਨੂੰ ਨੋਟ ਕਰ ਸਕਦੇ ਹੋ, ਨਾਲ ਨੋਟਸ ਬਣਾ ਲਿਓ, ਚਾਹੇ ਆਪਣੇ ਹੱਥ ਨਾਲ ਜ਼ਿਆਦਾ ਵਧੀਆ ਰਹੂਗਾ। ECE ਕੀ ਹੈ ਰਾਜੇ ਤੁਹਾਡਾ, E ਫॉर अर्ली, C ਫॉर ਚਾਈਲਡਹੁੱਡ, E ਫॉर ਐਜੂਕੇਸ਼ਨ, अर्ली ਚਾਈਲਡਹੁੱਡ ਐਜੂਕੇਸ਼ਨ। ਹੁਣ ਤਿੰਨੇ ਵਰਡ ਆਪਣੇ ਆਪ ਦੇ ਵਿੱਚ ਆਨਸਰ ਕਰ ਰਹੇ ਆ। ਐਜੂਕੇਸ਼ਨ ਦਾ ਮਤਲਬ ਕੀ ਹੁੰਦਾ, ਸਿੱਖਿਆ। ਚਾਈਲਡਹੁੱਡ ਕੀ ਹੁੰਦਾ, ਆਪਣਾ ਬਚਪਨ। अर्ली ਹੁੰਦਾ ਉਸ ਤੋਂ ਪਹਿਲਾਂ, ਆਪਣੇ ਬਚਪਨ ਦੀ ਸਿੱਖਿਆ ਜਿਹੜੀ ਹੁੰਦੀ ਹੈ, ਜਾਂ ਆਪਣੇ ਬਚਪਨ ਦੀ ਜਿਹੜੀ अर्ली ਸਿੱਖਿਆ, ਜਦੋਂ ਆਪਾਂ ਛੋਟੇ ਹੁੰਨੇ ਆ ਉਹਨੂੰ ਕਹਿ ਦਿੰਦੇ ਆ अर्ली ਚਾਈਲਡਹੁੱਡ ਐਜੂਕੇਸ਼ਨ, ਜਿਹਨੂੰ ਦੂਜੀ ਭਾਸ਼ਾ ਵਿੱਚ ਆਪਾਂ ਕੀ ਕਹਿ ਦਿੰਦੇ ਆ, ਨਰਸਰੀ ਐਜੂਕੇਸ਼ਨ। ਤਾਂ ਇਹ ਦੋ ਕੁਐਸਚਨ ਬਣ ਗਏ ਇੱਥੇ। ECE ਦਾ ਮਤਲਬ ਕੀ ਹੈ ਤੇ ਨਰਸਰੀ ਐਜੂਕੇਸ਼ਨ ਕਿਹਨੂੰ ਕਹਿੰਦੇ ਆ ਰਾਜੇ, अर्ली ਚਾਈਲਡਹੁੱਡ ਐਜੂਕੇਸ਼ਨ ਨੂੰ ਕੀ ਕਹਿ ਦਿੰਦੇ ਆ ਆਪਾਂ, ਨਰਸਰੀ ਐਜੂਕੇਸ਼ਨ ਕਹਿ ਦਿੰਦੇ ਆ। ਤਾਂ ਚਿੰਤਾ ਨਾ ਕਰੋ, ਪੰਜਾਬੀ ਦੇ ਵਿੱਚ ਵੀ ਮੈਂ ਨਾਲ ਹੀ ਲਿਖਿਆ ਗਿਆ ਤੁਹਾਡੇ ਵਾਸਤੇ, ਕਿਉਂਕਿ ਜ਼ਿਆਦਾਤਰ ਜਿਹੜੀਆਂ ਮੇਰੇ ਭੈਣਾਂ ਹੈਗੀਆਂ ਉਹ ਪੰਜਾਬੀ ਮੀਡੀਅਮ ਵਾਲੀਆਂ। ਤਾਂ ਸ਼ੁਰੂਆਤੀ ਜਿਹੜੀ ਬਚਪਨ ਦੀ ਸਿੱਖਿਆ ਹੁੰਦੀ ਹੈ ਬੇਟੇ, ਜਿਹਨੂੰ ਆਪਾਂ ਨਰਸਰੀ ਸਿੱਖਿਆ ਵੀ ਕਿਹਾ ਜਾਂਦਾ ਹੈ। ਕੁਐਸਚਨ ਆ ਸਕਦਾ ਤੁਹਾਨੂੰ 101% ਕਿ ਨਰਸਰੀ ਸਿੱਖਿਆ ਕਿਹੜੀ ਹੈ, ਤਾਂ अर्ली ਚਾਈਲਡਹੁੱਡ ਐਜੂਕੇਸ਼ਨ ਨੂੰ ਨਰਸਰੀ ਸਿੱਖਿਆ ਕਿਹਾ ਜਾਂਦਾ ਹੈ। ਅਗਲੀ ਗੱਲ ਕਰਦੇ ਹਾਂ ਹੁਣ ਇਹਦੇ ਵਿੱਚ ਕਿੰਨੀ ਉਮਰ ਦਾ ਬੱਚਾ ਕਵਰ ਕਰਦੇ ਆ। ਮੋਸਟ ਇੰਪੋਰਟੈਂਟ ਕੁਐਸਚਨ ਬਣੂਗਾ,
ਕਿ अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ ਕਿੰਨੇ ਸਾਲ ਤੱਕ ਦਾ ਬੱਚਾ ਆਪਾਂ ਲੈ ਸਕਦੇ ਹਾਂ ਜਾਂ ਆਪਾਂ ਮੰਨ ਸਕਦੇ ਹਾਂ। ਤਾਂ ਰਾਜੇ ਕਹਿੰਦਾ ਜੀ ਇਟ ਇਜ਼ ਦਾ ਬ੍ਰਾਂਚ ਆਫ ਦਾ ਐਜੂਕੇਸ਼ਨ ਥਿਊਰੀ that relates to the teaching of children formally and informally from the birth up to the age of 8। ਪੰਜਾਬੀ ਚ ਪੜ੍ਹਾ ਦਿੰਦਾ। ਕਹਿੰਦਾ ਇਹਦੇ ਵਿੱਚ ਕੀ ਹੈ ਰਾਜੇ, ਜਿਹੜੀ अर्ਲੀ ਚਾਈਲਡਹੁੱਡ ਐਜੂਕੇਸ਼ਨ ਹੈ ਉਹਦੇ ਵਿੱਚ ਇੱਕ ਮਤਲਬ ਕਿ ਸਿੱਖਿਆ ਦਾ ਇੱਕ ਸਿਧਾਂਤ ਹੈ, ਇੱਕ ਸ਼ਾਖਾ, ਇੱਕ ਬ੍ਰਾਂਚ ਹੈ ਜਿਹੜੀ ਬਚਪਨ ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਬੱਚੇ ਦੀ ਸਿੱਖਿਆ ਦੇ ਨਾਲ ਕੀ ਹੈ, ਸੰਬੰਧਿਤ ਹੈ। ਬਹੁਤ ਵਧੀਆ ਕੁਐਸਚਨ ਬਣੂਗਾ ਇੱਥੋਂ। ਕਿੰਨੇ ਸਾਲ ਦੀ ਉਮਰ? 0 ਤੋਂ ਲੈ ਕੇ 8 ਸਾਲ ਦੀ ਉਮਰ। 0 ਦਾ ਮਤਲਬ ਕੀ ਹੁੰਦਾ? ਜਦੋਂ ਆਪਣਾ ਬਰਥ ਹੁੰਦਾ ਆਪਾਂ 0 ਉਮਰ ਹੁੰਦੀ ਆਪਣੀ, ਆਪਾਂ ਹਜੇ ਜੰਮੇ ਹੀ ਆ, ਆਪਣਾ ਹਜੇ ਕੋਈ ਇੱਕ 10 ਸੈਕਿੰਡ ਹੋਏ ਹੋਣਗੇ, 1 ਘੰਟਾ ਹੋਇਆ ਹੋਊਗਾ, 2 ਦਿਨ ਹੋ ਗਏ ਹੋਣਗੇ। ਤਾਂ 0 ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਦੀ ਜਿਹੜੇ ਬੱਚੇ ਹੈਗੇ ਆ ਰਾਜੇ ਉਹ ਆਉਂਦੇ ਆ ECE ਦੇ ਵਿੱਚ। ਠੀਕ ਹੈ। ਹੁਣ ਰਸਮੀ ਤੇ ਗੈਰ ਰਸਮੀ ਐਜੂਕੇਸ਼ਨ ਕੀ ਹੁੰਦੀ ਹੈ? ਫਾਰਮਲੀ ਤੇ ਇਨਫਾਰਮਲੀ। ਫਾਰਮਲੀ ਹੁੰਦੀ ਜਦੋਂ ਆਪਾਂ ਸਕੂਲ ਜਾਣ ਲੱਗ ਜਾਂਦੇ ਆ, ਆਪਾਂ ਕ੍ਰੈਚ ਦੇ ਵਿੱਚ ਜਾਣ ਲੱਗ ਜਾਂਦੇ ਆ, ਸਕੂਲਾਂ ਵਿੱਚ ਜਾਣ ਲੱਗ ਜਾਂਦੇ, ਉਹਨੂੰ ਕਹਿੰਦੇ ਫਾਰਮਲ ਐਜੂਕੇਸ਼ਨ। ਇਨਫਾਰਮਲੀ ਹੁੰਦੀ ਹੈ ਜਦੋਂ ਆਪਾਂ ਜੰਮਦੇ ਆ, ਆਪਾਂ ਘਰ ਦੇ ਵਿੱਚ ਬੋਲੀ ਸਿੱਖਦੇ ਆ, ਆਪਣੇ ਮਾਂ-ਬਾਪ ਤੋਂ ਕੀ ਸਿੱਖਦੇ ਆ, ਉੱਠਣ ਬੈਠਣ ਦਾ ਢੰਗ ਸਿੱਖਦੇ ਆ, ਖਾਣ ਦਾ ਢੰਗ ਸਿੱਖਦੇ ਆ, ਉਹ ਇਨਫਾਰਮਲ ਹੋ ਗਈ। ਤਾਂ ਕਹਿਣ ਦਾ ਮਤਲਬ ਜਿਹੜੀ ਚੀਜ਼ ਆਪਾਂ ਆਪਣੇ ਬਚਪਨ ਦੇ ਵਿੱਚ ਸਿੱਖਦੇ ਆ ਉਮਰ 8 ਸਾਲ ਦੀ ਉਮਰ ਤੱਕ, ਉਹਨੂੰ ਆਪਾਂ ਕਹਿ ਦਾਂਗੇ अर्ਲੀ ਚਾਈਲਡਹੁੱਡ ਐਜੂਕੇਸ਼ਨ। ਤਾਂ ਬਹੁਤ ਸੌਖੀ ਜੀ ਗੱਲ ਸੀ, ਇਹਦੇ ਵਿੱਚ ਕੋਈ ਯਾਦ ਕਰਨ ਵਾਲੀ ਗੱਲ ਨਹੀਂ ਹੈਗੀ। ਨੈਕਸਟ ਚੱਲਦੇ ਆ ਬੇਟੇ, ਤੇ ਇੱਕ ਕਮੈਂਟ ਕਰ ਦਿਓ ਮੇਰੀ ਸਪੀਡ ਮੈਂ ਇਹੀ ਰੱਖਾਂ ਜਾਂ ਇਸ ਤੋਂ ਫਾਸਟ ਕਰਾਂ ਜਾਂ ਸਲੋ ਕਰਾਂ, ਇਹ ਵੀ ਦੱਸ ਦਿਓ। ਅੱਜ ਪਹਿਲਾ ਲੈਕਚਰ ਥੋੜਾ ਜਿਹਾ ਮੈਂ ਸਲੋ ਪੜ੍ਹਾ ਰਿਹਾ, ਬਾਕੀ ਮੇਰੀ ਸਪੀਡ ਥੋੜੀ ਜਿਹੀ ਫਾਸਟ ਆ ਪੜਾਉਣ ਦੀ। ਹੁਣ ਆਪਾਂ ਗੱਲ ਕਰਦੇ, ਕਹਿੰਦਾ ਜੀ ਟ੍ਰੈਡੀਸ਼ਨਲੀ ਦਿਸ ਇਜ਼ ਅਪ ਟੂ ਦਾ ਇਕੁਇਵਲੈਂਟ ਆਫ ਦਾ 3rd grade। ECE is described as an important period of the child development। ਪੰਜਾਬੀ ਦੇ ਵਿੱਚ ਕੀ ਕਹਿੰਦਾ ਰਾਜੇ, ਜਿਹੜੀ ਆਪਣੀ ਇਹ अर्ਲੀ ਚਾਈਲਡਹੁੱਡ ਐਜੂਕੇਸ਼ਨ ਹੈਗੀ ਹੈ, ਜੇ ਆਪਾਂ ਇਹਨੂੰ ਵੇਖਣਾ ਹੋਵੇ ਤਾਂ ਆਪਾਂ 3rd ਕਲਾਸ ਦੇ ਬਰਾਬਰ ਰੱਖ ਸਕਦੇ ਹਾਂ, 3rd grade ਦੇ ਬਰਾਬਰ ਰੱਖ ਸਕਦੇ ਹਾਂ ਸਿੱਖਿਆ ਨੂੰ। ਠੀਕ ਹੈ। ਤੇ ਕਹਿੰਦਾ ਜਦੋਂ ਬਚਪਨ ਦੇ ਵਿੱਚ ਜਿਹੜਾ ਬੱਚੇ ਦਾ ਵਿਕਾਸ ਹੁੰਦਾ ਹੈ, ਬਾਲ ਵਿਕਾਸ ਹੁੰਦਾ ਹੈ, ਉਹਦੇ ਵਿੱਚ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਉਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਇਹ ਕੀ ਹੈ, ਦਰਸਾਉਂਦੀ ਹੈ। ਇਹ ਯਾਦ ਰੱਖਣਾ, ਕਿਉਂਕਿ ਜਿਹੜੇ ਬਚਪਨ ਦੇ ਵਿੱਚ ਜਿਹੜੀ ਚੀਜ਼ਾਂ ਬੰਦਾ ਸਿੱਖਦਾ ਨਾ ਉਹਦਾ ਬੇਸ ਹੁੰਦਾ ਹੈ। ਹੁਣ ਆਪਾਂ ਮੰਨ ਲਓ ਕੋਈ ਘਰ ਪਾਉਣਾ, ਜੇ ਆਪਾਂ ਨੀਂਹ, ਉਹ ਜਿਹੜੀ ਨੀਂਹ ਹੈਗੀ ਉਹਦੀ ਆਪਾਂ ਸਟਰੋਂਗ ਨਹੀਂ ਰੱਖਾਂਗੇ, ਕਦੇ ਬਿਲਡਿੰਗ ਵੱਡੀ ਨਹੀਂ ਪਾ ਸਕਦੇ। ਜੇ ਉਹਦੀ ਨੀਂਹ ਸਟਰੋਂਗ ਹੋਊਗੀ ਤਾਂ ਬਿਲਡਿੰਗ ਵੀ ਵੱਡੀ ਹੋਊਗੀ। ਤਾਂ ਉਸੇ ਤਰ੍ਹਾਂ ਜੇ ਬੱਚੇ ਦਾ ਬਚਪਨ ਦੇ ਵਿੱਚ ਗਰੋਥ ਵਧੀਆ ਹੋਊਗੀ ਤਾਂ ਓਬਵੀਅਸ ਹੈ ਬੱਚਾ ਕੀ ਅੱਗੇ ਜਾ ਕੇ ਸਕਸੈਸਫੁਲ ਹੋਊਗਾ। ਨੈਕਸਟ ਆਪਾਂ ਗੱਲ ਕਰਦੇ ਇਹਦੇ ਵਿੱਚ ਅਗਲੇ ਪੁਆਇੰਟ ਵੱਲ ਵਧਦੇ ਹਾਂ। ਕਹਿੰਦਾ 2013 ਦੇ ਵਿੱਚ ਇੱਕ ਭਾਰਤ ਸਰਕਾਰ ਨੇ ਇੱਕ ਸਕੀਮ ਲੈ ਕੇ ਆਈ ਸੀਗੀ। ਕਹਿੰਦਾ ਇਨ ਦਾ 2013 ਗਵਰਨਮੈਂਟ ਆਫ ਇੰਡੀਆ ਅਡਾਪਟ ਦਾ ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਤਾਂ ਹੁਣ ਜੇ ਮੈਂ ਗਵਰਨਮੈਂਟ ਦੀ ਸਕੀਮ ਦੀ ਗੱਲ ਕਰਾਂ ਰਾਜੇ, ਉਹਦੇ ਵਿੱਚ ਸਕੀਮ ਕਿਹੜੀ ਲੈ ਕੇ ਆਏ ਆ? ECCE। ਇਹ ਯਾਦ ਰੱਖਣਾ ਰਾਜੇ, ਤੁਹਾਨੂੰ ਪੁੱਛਿਆ ਜਾ ਸਕਦਾ ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਇਥੋਂ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਤੁਹਾਡੀ, ਇਹ ਯਾਦ ਰੱਖ ਲੈਣੀ ਹੈ। ਇੱਕ ਪਾਲਿਸੀ ਲੈ ਕੇ ਆਏ ਸੀਗੇ, ਉਸ ਪਾਲਿਸੀ ਦੇ ਵਿੱਚ ਇਹਨਾਂ ਨੇ ਕੀ ਲੈ ਕੇ ਆਏ ਆ ਕਿ ਜਿਹੜੀ अर्ਲੀ ਚਾਈਲਡਹੁੱਡ ਡਿਵੈਲਪਮੈਂਟ ਹੈਗੀ ਆ, ਜਿਹਦੇ ਵਿੱਚ ਆਪਾਂ ECE ਨੂੰ ਇਨਕਲੂਡ ਕਰਦੇ ਆ, ਉਹਨੂੰ ਲਾਗੂ ਕਰਨਾ। ਉਹਨੂੰ ਲਾਗੂ ਕਿਉਂ ਕਰਨਾ ਸੀ? ਕਿਉਂਕਿ ਪਿੱਛੇ ਜੇ ਇੱਕ ਸਰਵੇ ਹੋਇਆ ਜਿਹਦੇ ਵਿੱਚ ਪਾਇਆ ਗਿਆ ਕਿ ਬੱਚੇ ਦੀ ਜਿਹੜੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਗਰੋਥ ਜਿਹੜੀ ਹੈਗੀ ਆ ਪ੍ਰੋਪਰ ਨਹੀਂ ਹੋ ਰਹੀ, ਉਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਪਾਈਆਂ ਜਾ ਰਹੀਆਂ। ਉਹ ਕਮੀਆਂ ਕਿਹੜੀਆਂ ਨੇ ਮੈਂ ਅੱਗੇ ਜਾ ਕੇ ਪੜਾਉਂਗਾ ਤੁਹਾਨੂੰ। ਕਹਿਣ ਦਾ ਮਤਲਬ ਭਾਰਤ ਸਰਕਾਰ ਨੇ ਇੱਕ 2013 ਦੇ ਵਿੱਚ ਸਕੀਮ ਲੈ ਕੇ ਆਏ ਸੀਗੇ। ਕਿਹੜੀ ਸਕੀਮ ਸੀਗੀ? ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਜਿਹਦੇ ਵਿੱਚ ECE ਦੇ ਉੱਪਰ ਕੀ ਕੀਤਾ ਗਿਆ? ਜ਼ੋਰ ਦਿੱਤਾ ਗਿਆ। अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਉੱਪਰ ਜ਼ੋਰ ਦਿੱਤਾ ਗਿਆ। ਨੈਕਸਟ ਗੱਲ ਕਰਦੇ ਆਪਾਂ ਇਹਦੇ ਵਿੱਚ। ਹੁਣ ਨੈਕਸਟ ਕੀ ਕਹਿੰਦਾ ਰਾਜੇ? ਕਹਿੰਦਾ ਜਿਹੜੀ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਹੈਗੀ ਹੈ, ਕਹਿੰਦਾ ਇਹ ਇੰਡੀਅਨ ਦਾ ਮਤਲਬ ਕਿ ਜਿਹੜਾ ਭਾਰਤੀ ਮਤਲਬ ਕਿ ਸਰਕਾਰ ਹੈਗੀ ਹੈ ਉਹਨਾਂ ਨੇ ਡਿਫਾਈਨ ਕੀਤੀ ਹੈ। ਇਹਦੇ ਵਿੱਚ ਕੀਤਾ ਕੀ? ਡਿਫਾਈਨ ਕੀ ਕੀਤਾ ਉਹਨਾਂ ਨੇ? ਕਹਿੰਦੇ ਵੀ ਜਨਮ ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਕੀ ਕਰਨੀ ਹੈ? ਸਿੱਖਿਆ ਦੇਣੀ। ਕਿਹੜੀ ਸਿੱਖਿਆ ਦੇਣੀ? अर्ਲੀ ਚਾਈਲਡਹੁੱਡ ਸਿੱਖਿਆ। ਤੁਹਾਨੂੰ ਮੈਂ ਵੈਸੇ ਦੱਸ ਚੁੱਕਿਆ 8 ਸਾਲ ਦੀ ਉਮਰ ਤੱਕ, 0 ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹਨੂੰ ਆਪਾਂ ਪਰਿਭਾਸ਼ਿਤ ਕਰਦੇ ਆ ਕਿਹਦੇ ਅੰਡਰ? ECCE ਦੇ ਅੰਡਰ। ਨੈਕਸਟ ਗੱਲ ਕਰਦੇ ਆ ਰਾਜੇ ਇਹਦੇ ਵਿੱਚ ਆਪਾਂ। ਹੁਣ ਮੈਂ ਜਿਹੜੀ ਗੱਲ ਕਰਕੇ ਹਟਿਆ ਤੁਹਾਨੂੰ ਕਿ ਇੱਕ ਕੁਪੋਸ਼ਣ ਹੁੰਦਾ ਜਿਹਨੂੰ ਮਾਲ ਨਿਊਟ੍ਰੀਸ਼ਨ ਕਹਿ ਦਿੰਦੇ ਆ। ਮਾਲ ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਕਿ ਕਿਸੇ ਬੱਚੇ ਨੂੰ ਪ੍ਰੋਪਰ ਰੋਟੀ ਨਹੀਂ ਮਿਲ ਰਹੀ ਜਿੰਨੀ ਉਹਨੇ ਰੋਟੀ ਖਾਣੀ ਹੈ, ਕਿਉਂਕਿ ਭਾਰਤ ਦੇਸ਼ ਦੇ ਵਿੱਚ ਗਰੀਬੀ ਬਹੁਤ ਹੈ। ਹੁਣ ਬਹੁਤ ਸਾਰੇ ਜਿਹੜੇ ਮਜ਼ਦੂਰ ਵਰਗ ਹੈਗਾ ਜਾਂ ਪ੍ਰਵਾਸੀ ਮਜ਼ਦੂਰ ਆਪਣੇ ਪੰਜਾਬ 'ਚ ਕੰਮ ਕਰਨ ਆਉਂਦੇ ਆ, ਉਹਨਾਂ ਦੇ ਬੱਚੇ ਤੁਸੀਂ ਦੇਖੇ ਹੋਣਗੇ ਵਿਚਾਰਿਆਂ ਨੂੰ ਪ੍ਰੋਪਰ ਰੋਟੀ ਨਹੀਂ ਮਿਲਦੀ, ਖਾਣ ਪੀਣ ਨੂੰ ਰੋਟੀ ਨਹੀਂ ਮਿਲਦੀ, ਪਾਉਣ ਨੂੰ ਕੱਪੜੇ ਨਹੀਂ ਮਿਲਦੇ, ਪੈਰਾਂ ਵਿੱਚ ਉਹਨਾਂ ਜੁੱਤੀਆਂ ਨਹੀਂ ਹੁੰਦੀਆਂ ਗੀਆਂ। ਕਹਿਣ ਦਾ ਮਤਲਬ ਬੱਚੇ ਦਾ ਜਿਹੜਾ ਵਿਕਾਸ ਹੁੰਦਾ ਰਾਜੇ ਪ੍ਰੋਪਰ ਨਹੀਂ ਹੁੰਦਾ, ਉਹਨਾਂ ਵਿੱਚ ਕਮੀ ਹੁੰਦੀ ਆ। ਆਹ ਦੇਖੋ ਵਿਚਾਰਾ ਬੱਚਾ ਕਿੰਨਾ ਕਮਜ਼ੋਰ ਹੈ, ਇਹਨੂੰ ਆਪਾਂ ਕਹਿ ਦਿੰਦੇ ਹਾਂ ਕੁਪੋਸ਼ਣ। ਹੁਣ ਭਾਰਤ ਸਰਕਾਰ ਦਾ ਕੋਈ ਫਰਜ਼ ਬਣਦਾ ਆਪਣੇ ਨਾਗਰਿਕਾਂ ਦੇ ਪ੍ਰਤੀ ਕਿ ਹਾਂ ਉਹਨਾਂ ਨੂੰ ਕੋਈ ਸਕੀਮਾਂ ਦਿੱਤੀਆਂ ਜਾਣ, ਕਿਉਂਕਿ ਸਰਕਾਰ ਆਪਣੇ ਤੋਂ ਟੈਕਸ ਲੈਂਦੀ ਹੈ। ਉਸ ਟੈਕਸ ਦੇ ਬਦਲੇ ਉਹਨਾਂ ਨੂੰ ਕੀ ਕਰਨਾ ਪੈਂਦਾ? ਸੁਸਾਇਟੀ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ।
ठीक है जी, कुपोषण समझ आ गया ਜਿਹੜੀ ਮੈਂ ਪਿੱਛੇ ਗੱਲ ਬੋਲੀ ਸੀਗੀ। ਤਾਂ ਨੈਕਸਟ ਮੈਂ ਇਹਦੇ ਵਿੱਚ ਦੱਸਦਾ ਤੁਹਾਨੂੰ। ਕਹਿੰਦਾ ਜੀ ਇੱਕ ਸਰਵੇ ਹੋਇਆ, ਕਹਿੰਦਾ ਭਾਰਤ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ 69% ਮੌਤਾਂ ਦਾ ਮੁੱਖ ਕਾਰਨ ਕੀ ਹੈ ਰਾਜੇ? ਕੁਪੋਸ਼ਣ, ਜਿਹਨੂੰ ਆਪਾਂ ਮਾਲ ਨਿਊਟ੍ਰੀਸ਼ਨ ਕਹਿ ਦਿੰਦੇ ਆ, ਕਿ ਉਹਨਾਂ ਨੂੰ ਪ੍ਰੋਪਰ ਖਾਣਾ ਨਹੀਂ ਮਿਲਦਾ। 70% ਬੱਚੇ ਜਾਂ 69% ਬੱਚੇ ਇਦਾਂ ਦੇ ਹੈਗੇ ਆ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਉਹਨਾਂ ਦਾ ਮੌਤ ਦਾ ਕਾਰਨ ਕੀ ਹੈ? ਕੁਪੋਸ਼ਣ ਹੈ ਉਹਨਾਂ ਦੀ ਮੌਤ ਦਾ ਕਾਰਨ। ਕਹਿੰਦੇ ਭਾਰਤ ਵਿੱਚ ਹਰ ਦੂਜਾ ਬੱਚਾ ਉਸ ਦੀ ਉਮਰ ਵਰਗ ਦਾ ਕਿਸੇ ਨਾ ਕਿਸੇ ਰੂਪ ਵਿੱਚ ਕੁਪੋਸ਼ਣ ਤੋਂ ਪ੍ਰਭਾਵਿਤ ਹੁੰਦਾ ਹੈ। ਕਹਿਣ ਦਾ ਮਤਲਬ ਭਾਰਤ ਦੇ ਵਿੱਚ ਜਿਹੜੀ ਕੁਪੋਸ਼ਣ ਦੀ ਦਰ ਹੈਗੀ ਆ ਉਹ ਬਾਕੀ ਕੰਟਰੀਆਂ ਨਾਲੋਂ ਵੱਧ ਹੈ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ, ਕਹਿੰਦਾ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਆ ਰਾਜੇ ਉਹ ਪ੍ਰਵਾਸੀ ਮਜ਼ਦੂਰਾਂ ਦੇ ਹੁੰਦੇ ਆ, ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਦੇ ਹੁੰਦੇ ਆ, ਜਿਹੜੇ ਕਮਜ਼ੋਰ ਵਰਗ ਹੈ। ਤਾਂ ਉਹਨਾਂ ਦੇ ਬੱਚੇ ਜਿਹੜੇ ਹੁੰਦੇ ਰਾਜੇ ਇਹਦਾ ਈਜ਼ੀਲੀ ਕੀ ਹੋ ਜਾਂਦੇ ਆ? ਸ਼ਿਕਾਰ ਹੋ ਜਾਂਦੇ ਆ ਕੁਪੋਸ਼ਣ ਦਾ। ਠੀਕ ਹੈ। ਤਾਂ ਨੈਕਸਟ ਆਪਾਂ ਇਹਦੇ ਵਿੱਚ ਦੇਖਦੇ ਹਾਂ ਰਾਜੇ, ਇਹ ਅੰਗਰੇਜ਼ੀ ਦੇ ਵਿੱਚ ਮੈਂ ਲਿਖਿਆ ਗਿਆ, ਜੋ ਮੈਂ ਹੁਣ ਪੰਜਾਬੀ 'ਚ ਬੋਲਿਆ ਰਾਜੇ ਉਹੀ ਮੈਂ ਇੰਗਲਿਸ਼ ਦੇ ਵਿੱਚ ਲਿਖਿਆ। ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਜੇ ਕੋਈ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੁੰਦਾ ਤਾਂ ਇੱਥੇ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹਾਂ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ। ਹੁਣ ਨੈਕਸਟ ਇਹਦੇ ਵਿੱਚ ਕੀ ਹੈ? ਕਹਿੰਦੇ ਜੀ 2017 ਦੇ ਵਿੱਚ ਇੱਕ ਮਤਲਬ ਕਿ ਸੰਸਥਾ ਹੈਗੀ ਹੈ, ਉਹ ਸੰਸਥਾ ਦਾ ਨਾਮ ਕੀ ਹੈ? IECEI, ਇੰਡੀਅਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਇੰਪੈਕਟ ਸਟੱਡੀ। ਇਹਨਾਂ ਨੇ ਸਟੱਡੀ ਕੀਤਾ, ਸਰਵੇ ਕੀਤਾ, ਜਿੱਥੋਂ 2017 ਦੇ ਵਿੱਚ ਇਹਨਾਂ ਨੂੰ ਸਬੂਤ ਮਿਲੇ, ਕਹਿ ਸਕਦੇ ਹਾਂ ਪ੍ਰੂਫ ਮਿਲੇ। ਇਹ ਕਹਿੰਦੇ ਕੀ ਹੈ? ਕਹਿੰਦੇ ਜਦੋਂ ਇੱਕ ਬੱਚਾ ਇੱਕ ਮਿਆਰੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਪ੍ਰੋਗਰਾਮ ਦੇ ਵਿੱਚੋਂ ਲੰਘਦਾ ਹੈ ਤਾਂ ਉਹਨਾਂ ਦੇ ਸਿੱਖਣ ਦੇ ਪੱਧਰ ਉੱਚੇ ਹੋਣ ਦੀ ਸੰਭਾਵਨਾ ਹੁੰਦੀ ਹੈ, ਖਾਸ ਕਰਕੇ ਸ਼ੁਰੂਆਤੀ ਪ੍ਰਾਇਮਰੀ ਗ੍ਰੇਡਾਂ ਦੇ ਵਿੱਚ। ਹੁਣ ਮੈਂ ਪੰਜਾਬੀ 'ਚ ਦੱਸਦਾ ਦਾ ਮਤਲਬ ਕੀ ਹੈ। ਇਹ ਕਹਿੰਦੇ ਆ ਵੀ ਜਿਹੜਾ ਬੱਚਾ ਹੁੰਦਾ 0 ਤੋਂ ਲੈ ਕੇ 8 ਸਾਲ ਦੀ ਉਮਰ ਤੱਕ, ਜੇ ਉਸ ਬੱਚੇ ਦਾ ਉਸ ਟਾਈਮ ਦੇ ਵਿੱਚ ਪ੍ਰੋਪਰ ਵਿਕਾਸ ਨਾ ਹੋਵੇ, ਉਹਨੂੰ ਪ੍ਰੋਪਰ ਖੁਰਾਕ ਨਾ ਮਿਲੇ, ਤਾਂ ਉਹਦਾ ਕਦੇ ਵੀ ਵਿਕਾਸ ਨਹੀਂ ਹੁੰਦਾ। ਕਿਉਂਕਿ 0 ਤੋਂ ਲੈ ਕੇ 8 ਸਾਲ ਦੀ ਉਮਰ ਇਹੋ ਜਿਹੀ ਉਮਰ ਹੁੰਦੀ ਹੈ ਜਦੋਂ ਬੱਚਾ ਪ੍ਰੋਪਰ ਸਿੱਖਦਾ ਹੈ, ਉਹਦਾ ਸਭ ਤੋਂ ਵੱਧ ਵਿਕਾਸ ਹੁੰਦਾ ਇਸ ਉਮਰ ਦੇ ਵਿੱਚ। ਅਗਰ ਉਹਨੂੰ ਪ੍ਰੋਪਰ ਡਾਈਟ ਨਹੀਂ ਮਿਲ ਰਹੀ, ਉਹਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਰਹੀ, ਤਾਂ ਉਹਦਾ ਕਦੇ ਵੀ ਮਤਲਬ ਕਿ ਸੋਸਾਇਟੀ ਦੇ ਵਿੱਚ ਉਹ ਬੱਚਾ ਸਕਸੈਸਫੁਲ ਨਹੀਂ ਹੁੰਦਾ, ਮਤਲਬ ਕਿ ਸਫਲਤਾ ਨਹੀਂ ਮਿਲਦੀ ਉਹਨੂੰ। ਤਾਂ ਇਹ ਕੌਣ ਕਹਿੰਦਾ? ਮੈਂ ਨਹੀਂ ਕਹਿੰਦਾ, ਇਹ ਕਹਿੰਦੀ ਹੈ ਇੱਕ ਆਪਣੀ ਸੰਸਥਾ, ਇੰਡੀਅਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਇੰਪੈਕਟ ਸਟੱਡੀ। ਠੀਕ ਹੈ ਜੀ, ਇਹ ਯਾਦ ਰੱਖਣਾ। ਸੰਸਥਾਵਾਂ ਦੇ ਨਾਮ ਮੈਂ ਵਾਰ-ਵਾਰ ਤਾਂ ਕਹਿ ਰਿਹਾ ਰਾਜੇ, ਇੱਥੋਂ ਤੁਹਾਨੂੰ ਕੁਐਸਚਨ ਬਹੁਤ ਆਉਣਗੇ ਨਿਕਲ ਕੇ, ਫੁੱਲ ਫਾਰਮ ਪੁੱਛੀ ਜਾਊਗੀ। ਹੁਣ ਨੈਕਸਟ ਗੱਲ ਕਰਦੇ ਆ ਰਾਜੇ, ਇਹਦੇ ਵਿੱਚ ਕੀ ਕਹਿੰਦਾ ਜੀ, ਜੋ ਮੈਂ ਤੁਹਾਨੂੰ ਪੰਜਾਬੀ 'ਚ ਬੋਲ ਕੇ ਆਇਆ ਪਿੱਛੇ ਉਹੀ ਅੰਗਰੇਜ਼ੀ ਦੇ ਵਿੱਚ ਬੋਲਿਆ। ਤਾਂ ਯਾਦ ਰੱਖਿਓ, ਇੰਡੀਅਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਇੰਪੈਕਟ ਸਟੱਡੀ ਹੈ ਇਹਦੀ ਫੁੱਲ ਫਾਰਮ, ਇਹ ਯਾਦ ਰੱਖਣੀ ਹੈ। ਹੁਣ ਨੈਕਸਟ ਕਹਿੰਦਾ ਕੀ ਹੈ ਰਾਜੇ? ਕਹਿੰਦਾ ਜੁਲਾਈ 2020 ਦੇ ਵਿੱਚ ਜਿਹੜਾ ਆਪਣਾ ਸਿੱਖਿਆ ਮੰਤਰਾਲਿਆ ਹੈਗਾ, ਜਿਹੜਾ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈਗਾ ਭਾਰਤ ਦਾ, ਕਹਿੰਦਾ ਇਹਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਾਰੀ ਕੀਤੀ, ਜਿਹਦੇ ਵਿੱਚ ਕੀ ਕੀਤਾ ਇਹਨਾਂ ਨੇ? ਕਹਿੰਦਾ 3 ਸਾਲ ਦੀ ਉਮਰ ਤੋਂ ECCE ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਹੁਣ 3 ਸਾਲ ਦੀ ਉਮਰ ਤੋਂ ਮਤਲਬ ਕਹਿਣ ਦਾ ਮਤਲਬ 3 ਤੋਂ ਲੈ ਕੇ ਪ੍ਰਾਇਮਰੀ ਸਕੂਲ ਦੀ ਸਿੱਖਿਆ ਤੱਕ ਜਿੰਨੇ ਵੀ ਹੈਗੇ ਆ 3 ਸਾਲ ਤੋਂ ਸ਼ੁਰੂ ਹੋ ਜੂਗੀ। ਕਿਹੜੀ? ECCE। ਹੁਣ ECCE ਦੇ ਅੰਡਰ ਕੀ ਆ ਜਾਂਦਾ? ਤੁਹਾਡੀ ECE ਆ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਨੇ ਅਰਲੀ ਚਾਈਲਡਹੁੱਡ ਐਜੂਕੇਸ਼ਨ। ਤਾਂ ਭਾਰਤ ਨੇ ਇੱਕ ਨੀਤੀ ਜਾਰੀ ਕਰਤੀ ਵੀ ਜਿਹੜਾ ਵੀ ਬੱਚਾ 3 ਸਾਲ ਦੀ ਉਮਰ 'ਚ ਪੜ੍ਹਨ ਲੱਗ ਜਾਂਦਾ ਪ੍ਰਾਇਮਰੀ ਸਕੂਲਾਂ ਦੇ ਵਿੱਚ, ਤੁਸੀਂ ਦੇਖਿਆ ਹੋਊਗਾ ਪ੍ਰਾਇਮਰੀ ਸਕੂਲਾਂ ਵਿੱਚ ਵੱਖਰੀਆਂ ਸਕੀਮਾਂ ਆਉਂਦੀਆਂ, ਮਿਡ ਡੇ ਮੀਲ ਆਉਂਦਾ, ਉਹਨੂੰ ਰੋਟੀ ਦਿੱਤੀ ਜਾਂਦੀ ਹੈ। ਉਹ ਰੋਟੀ ਦਾ ਕਾਰਨ ਵੀ ਇਹੀ ਹੈ ਕਿ ਜਿਹੜਾ ਨੈਸ਼ਨਲ ਆਪਾਂ ਹੈਲਥ ਮਿਸ਼ਨ ਸ਼ੁਰੂ ਕੀਤਾ ਉਹਦੇ ਅੰਡਰ ਉਹ ਰੋਟੀ ਮਿਲਦੀ ਹੈ, ਮਿਡ ਡੇ ਮੀਲ। ਇਸ ਤੋਂ ਇਲਾਵਾ ਆਂਗਣਵਾੜੀ ਹੋ ਗਈਆਂ, ਠੀਕ ਹੈ ਜੀ, ਆਪਣੇ ਪ੍ਰਾਇਮਰੀ ਕਰੈਚ ਹੋ ਗਏ, ਅੱਗੇ ਜਾ ਕੇ ਪੜਾਉਂਗਾ ਤੁਹਾਨੂੰ ਮੈਂ। ਕਹਿਣ ਦਾ ਮਤਲਬ ਕਿ ਭਾਰਤ ਦੀ ਸਰਕਾਰ ਨੇ 2020 ਦੇ ਵਿੱਚ ਇੱਕ ਨਵੀਆਂ ਨੀਤੀਆਂ ਜਾਰੀ ਕੀਤੀਆਂ ਗਈਆਂ ਸਿੱਖਿਆ ਦੇ ਪ੍ਰਤੀ, ਕਿ 3 ਸਾਲ ਦੀ ਉਮਰ ਤੋਂ ਕਿਹਨੂੰ ਲਾਗੂ ਕਰ ਦੋ? ਆਹ ਸਕੀਮ ਨੂੰ ਲਾਗੂ ਕਰ ਦੋ, ECCE ਸਕੀਮ ਨੂੰ। ਨੈਕਸਟ ਆਪਾਂ ਗੱਲ ਕਰਦੇ ਹਾਂ, ਕਹਿੰਦੇ ਇਸ ਨੀਤੀ ਦੇ ਵਿੱਚ ਕਿਹਾ ਕੀ ਗਿਆ? ਕਹਿੰਦੇ ਗੁਣਵੱਤਾ ਸ਼ੁਰੂਆਤੀ ਬਚਪਨ ਦੇ ਵਿਕਾਸ, ਦੇਖਭਾਲ, ਸਿੱਖਿਆ ਦਾ ਸਰਵ ਵਿਆਪੀ ਪ੍ਰਬੰਧ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨਾ। ਇਹਦੇ ਵਿੱਚ ਮੋਟਿਵ ਕੀ ਹੈ ਗਵਰਨਮੈਂਟ ਦਾ? ਗਵਰਨਮੈਂਟ ਕਹਿੰਦੀ ਹੈ ਕਿ ਜਿਹੜੇ ਬੱਚੇ ਹੈ ਬਚਪਨ ਦੇ ਵਿੱਚ ਜਿਹੜਾ ਉਹਨਾਂ ਦਾ ਵਿਕਾਸ ਹੈ, ਉਹਨਾਂ ਦੀ ਦੇਖਭਾਲ ਹੈ, ਉਹਨਾਂ ਦੀ ਸਿੱਖਿਆ ਪ੍ਰਬੰਧ, ਮਤਲਬ ਕਿ ਜੇ ਕਈ ਬੱਚਿਆਂ ਨੂੰ ਤੁਹਾਨੂੰ ਐਜੂਕੇਸ਼ਨ ਹੀ ਨਹੀਂ ਮਿਲਦੀ। ਹੁਣ ਤੁਸੀਂ ਚਲੇ ਜਾਓ ਬਿਹਾਰ ਵਾਲੀ ਸਾਈਡ ਚਲੇ ਜਾਓ ਜਾਂ ਯੂਪੀ ਵਾਲੀ ਸਾਈਡ ਚਲੇ ਜਾਓ, ਵਿਚਾਰੇ ਪੜ੍ਹਦੇ ਹੀ ਨਹੀਂਗੇ, ਬਚਪਨ ਦੇ ਵਿੱਚ ਹੀ ਉਹ ਕੀ ਕਰਦੇ? ਮਜ਼ਦੂਰੀ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਉਹਨਾਂ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਵਾਉਣੀ, ਉਹਨਾਂ ਦਾ ਵਿਕਾਸ ਕਰਵਾਉਣਾ, ਉਹਨਾਂ ਦੀ ਦੇਖਭਾਲ ਕਰਨੀ, ਇਹ ਸਕੀਮ ਦੇ ਅੰਡਰ ਆਉਂਦਾ ਹੈ। ਨੈਕਸਟ ਆਪਾਂ ਗੱਲ ਕਰੀਏ, ਕਹਿੰਦੇ ਇਹਨਾਂ ਨੇ ਇੱਕ ਟੀਚਾ ਮਿੱਥਿਆ, ਇੱਕ ਗੋਲ ਮਿੱਥਿਆ ਕਿ ਕਹਿੰਦੇ 2030 ਤੋਂ ਪਹਿਲਾਂ ਇਹ ਟੀਚਾ ਇਹਨਾਂ ਨੇ ਕੀ ਕਰਨਾ? ਹਾਸਲ ਕਰਨਾ ਹੈ। ਇਸ ਗੋਲ ਨੂੰ ਇਹਨਾਂ ਨੇ ਅਚੀਵ ਕਰਨਾ। ਇਹ ਯਕੀਨੀ ਬਣਾਉਣਾ ਹੈ ਕਿ ਗ੍ਰੇਡ 1 ਦੇ ਵਿੱਚ ਜਿਹੜੇ ਬੱਚੇ ਦਾਖਲ ਹੋ ਰਹੇ ਆ ਰਾਜੇ, ਉਹ ਸਾਰੇ ਵਿਦਿਆਰਥੀ ਸਕੂਲੀ ਸਿੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ। ਹੁਣ ਮੰਨ ਲਓ ਜਿਹੜੀ ਆਮ ਸਿੱਖਿਆ ਸ਼ੁਰੂ ਹੁੰਦੀ ਹੈ ਉਹ ਪਹਿਲੀ ਕਲਾਸ ਤੋਂ ਸਟਾਰਟ ਹੁੰਦੀ ਹੈ ਨਾ, ਜਿਹਨੂੰ ਆਪਾਂ ਗ੍ਰੇਡ 1 ਕਹਿ ਦਿੰਦੇ ਆ। ਉਸ ਤੋਂ ਪਹਿਲਾਂ ਤੁਸੀਂ ਦੇਖਿਆ ਪ੍ਰੈਪ 1 ਹੁੰਦਾ ਹੈ, ਜਾਂ ਜਿਹਨੂੰ LKG UKG ਕਹਿ ਦਿੰਦੇ ਆ, ਪ੍ਰੈਪ 1 ਕਹਿ ਦਿੰਦੇ ਆ, ਪ੍ਰੈਪ 2 ਕਹਿ ਦਿੰਦੇ ਆ, ਜਾਂ ਪ੍ਰੀ ਪ੍ਰਾਇਮਰੀ ਸਿੱਖਿਆ ਕਹਿ ਦਿੰਦੇ ਆਪਾਂ। ਕਹਿੰਦੇ ਜੇ ਬੱਚੇ ਨੇ ਪ੍ਰੀ ਪ੍ਰਾਇਮਰੀ ਸਿੱਖਿਆ ਨਹੀਂ ਲਈ ਤਾਂ ਮੰਨ ਲਓ ਪ੍ਰੋਪਰ ਉਹ ਤਿਆਰ ਨਹੀਂ ਹੈਗਾ, ਉਹਦਾ ਵਿਕਾਸ ਨਹੀਂ ਹੋਇਆ ਬਚਪਨ ਦੇ ਵਿੱਚ। ਕਹਿੰਦੇ 2030 ਤੱਕ ਆਪਾਂ ਇਦਾਂ ਦਾ ਭਾਰਤ ਦੇ ਵਿੱਚ ਇਦਾਂ ਦਾ ਆਪਾਂ ਸਮਾਜ ਸਿਰਜਣਾ ਹੈ ਕਿ ਜਿਹੜਾ ਬੱਚਾ ਗ੍ਰੇਡ 1 ਦੇ ਵਿੱਚ ਜਾ ਰਿਹਾ ਉਹ ਪ੍ਰੋਪਰ ਤਿਆਰ ਹੈ ਉਸ ਐਜੂਕੇਸ਼ਨ ਵਾਸਤੇ। ਇਹ ਇਹਨਾਂ ਦਾ ਕੀ ਇੱਕ ਗੋਲ ਹੈ ਜਿਹੜਾ ਇਹਨਾਂ ਨੇ ਅਚੀਵ ਕਰਨਾ ਹੈ ਸਰਕਾਰ ਨੇ।
ਨੈਕਸਟ ਹੁਣ ਕਹਿੰਦਾ ਕਿ ਇਹ ਦੇਖੋ ਜੋ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਬੋਲਿਆ ਪਿੱਛੇ ਉਹੀ ਅੰਗਰੇਜ਼ੀ ਦੇ ਵਿੱਚ ਮੈਂ ਲਿਖਿਆ ਗਿਆ, ਇਹਨੂੰ ਸਕਰੀਨਸ਼ਾਟ ਖਿੱਚ ਕੇ ਪੜ੍ਹ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਜਿਹੜੀ ECE ਹੈ ਜਾਂ ਰਾਜੇ ਇਹਨੂੰ 3 ਸਾਲ ਦਾ ਤੇ ਸ਼ੁਰੂਆਤੀ ਪ੍ਰਾਇਮਰੀ ਗ੍ਰੇਡ 3 ਸਾਲ ਤੋਂ ਤਾਂ ਸਟਾਰਟ ਕਰਨਾ ਹੀ ਕਰਨਾ ਰਾਜੇ, 3rd ਸਾਲ ਤੋਂ ਨਾਲ ਜਿਹੜੀ ਕਲਾਸ 1 ਕਲਾਸ 2 ਕਲਾਸ 3rd ਤੋਂ ਸਟਾਰਟ ਕਰ ਦੇਣਾ। ਇਹਨੂੰ ਸਕੂਲਾਂ ਦੇ ਵਿੱਚ ਕੀ ਹੈ ਲਾਗੂ ਕੀਤਾ ਗਿਆ ਰਾਜੇ, ਠੀਕ ਹੈ। ਸਕੂਲ ਦੇ ਜਿਹੜੇ ਬੁਨਿਆਦੀ ਪੜਾਅ ਵਜੋਂ ਜਾਣਿਆ ਜਾਂਦਾ ਹੈ। ਕਹਿਣ ਦਾ ਮਤਲਬ ਜਦੋਂ ਆਪਾਂ ਬੱਚਾ ਸਕੂਲ ਦੇ ਵਿੱਚ ਚਲਾ ਗਿਆ, ਚਾਹੇ ਉਹ ਪ੍ਰੀ ਪ੍ਰਾਇਮਰੀ ਚਲਾ ਗਿਆ, ਚਾਹੇ ਉਹ ਗ੍ਰੇਡ 1 ਦੇ ਵਿੱਚ ਚਲਾ ਗਿਆ, ਉਹ ਇਸ ਸਕੀਮ ਦੇ ਅੰਡਰ ਕੀ ਉਹਨੂੰ ਸਭ ਕੁਝ ਮਿਲੂਗਾ ਜਿਹੜਾ ਕਿ ਸਰਕਾਰ ਆਪਾਂ ਨੂੰ ਦੇ ਰਹੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਕਹਿੰਦੇ ECE ਨੂੰ ਲਾਗੂ ਕਰਨ ਲਈ 4 ਮਾਡਲਾਂ ਦੀ ਸਿਫਾਰਿਸ਼ ਕਰਦਾ ਹੈ। ਤਾਂ ਹੁਣ ਇਹਦੇ ਅੰਡਰ ਇਹਨੂੰ ਹੁਣ ਲਾਗੂ ਵੀ ਕਰਨਾ, ਸਕੀਮ ਨੂੰ ਲਾਗੂ ਕਿਵੇਂ ਹੋਊਗੀ, ਇਹਦੇ 4 ਮਾਡਲ ਹੋਣਗੇ। ਉਹ ਮਾਡਲ ਕਿਹੜੇ ਕਿਹੜੇ ਰਾਜੇ ਆਪਾਂ ਕਿਸੇ ਨਾ ਕਿਸੇ ਵੀਡੀਓ 'ਚ ਪੜਾਂਗੇ। ਪਹਿਲਾ ਹੈਗਾ ਆਂਗਣਵਾੜੀ ਕੇਂਦਰ। ਹੁਣ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਆਂਗਣਵਾੜੀ ਕੇਂਦਰ ਹੁੰਦਾ ਕੀ ਹੈ, ਆਂਗਣਵਾੜੀ ਕਿਹੜੀ ਸਕੀਮ ਦੇ ਅੰਡਰ ਆਉਂਦੇ ਆ, ਕਿਹੜੇ ਡਿਪਾਰਟਮੈਂਟ ਦੇ ਅੰਡਰ ਆਉਂਦੇ ਆ, ਕਿਹੜੀਆਂ ਸਕੀਮਾਂ ਆਉਂਦੀਆਂ ਨੇ, ਠੀਕ ਹੈ। ਆਂਗਣਵਾੜੀ ਕੇਂਦਰ ਹੋ ਗਏ ਤੁਹਾਡੇ ਸਕੂਲਾਂ ਦੇ ਅੰਦਰ ਆਂਗਣਵਾੜੀ ਕੇਂਦਰ। ਹੁਣ ਇੱਕ ਆਂਗਣਵਾੜੀ ਕੇਂਦਰ ਹੁੰਦੇ ਰਾਜੇ ਪਿੰਡਾਂ ਦੇ ਵਿੱਚ, ਇੱਕ ਹੁੰਦੇ ਸਕੂਲਾਂ ਦੇ ਵਿੱਚ ਜਿਹਨੂੰ ਤੁਸੀਂ ਮਿਡ ਡੇ ਮੀਲ ਵੀ ਕਹਿ ਦਿੰਦੇ ਆ, ਇੱਕ ਹੁੰਦੇ ਰਾਜੇ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਸੈਕਸ਼ਨ ਵੀ ਹੁੰਦੇ ਆ, ਜਿਵੇਂ ਤੁਹਾਨੂੰ ਮੈਂ ਦੱਸਿਆ LKG UKG ਪ੍ਰੈਪ 1 ਪ੍ਰੈਪ 2। ਇਸ ਤੋਂ ਇਲਾਵਾ ਸਟੈਂਡ ਅਲੋਨ ਪ੍ਰੀ ਸਕੂਲ, ਕੱਲੇ ਪ੍ਰੀ ਸਕੂਲ ਵੀ ਹੁੰਦੇ ਆਪਣੇ ਜਿਹਨੂੰ ਆਪਾਂ ਕ੍ਰੈਚ ਬੋਲ ਦਿੰਦੇ ਆ। ਤੇ 4 ਮਾਡਲ ਪੇਸ਼ ਕਰਦੀ ਹੈ ਸਕੀਮ, ਠੀਕ ਹੈ। ਇਹ ਕਹਿੰਦੇ ਚਾਰੇ ਮਾਡਲਾਂ ਦੇ ਵਿੱਚ ਵੱਖਰੇ ਵੱਖਰੇ ਬੱਚਿਆਂ ਦਾ ਕੀ ਕੀਤਾ ਜਾਊਗਾ, ਵਿਕਾਸ ਕੀਤਾ ਜਾਊਗਾ। ਤਾਂ ਠੀਕ ਹੈ, ਸਮਝ ਆ ਗਈ। ਹੁਣ ਮਾਡਲ ਆਪਾਂ ਪੜਾਂਗੇ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ। ਤਾਂ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਹੁਣ ਇਹ ਜੋ ਮੈਂ ਪੰਜਾਬੀ 'ਚ ਬੋਲਿਆ ਉਹੀ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਰਾਜੇ। ਨੈਕਸਟ ਆਪਾਂ ਗੱਲ ਕਰਦੇ ਹਾਂ। ਆਈ ਹੋਪ ਮੈਨੂੰ ਲੱਗਦਾ ਪੰਜਾਬੀ ਵਾਲੇ ਬੱਚੇ ਜ਼ਿਆਦਾ ਹੋਣਗੇ। ਨੈਕਸਟ ਟਾਈਮ ਜੇ ਤੁਸੀਂ ਮੈਨੂੰ ਕਮੈਂਟ ਵੀ ਕਰ ਦਿਓ ਵੀ ਇਕੱਲਾ ਪੰਜਾਬੀ 'ਚ ਪੜ੍ਹਾਈਏ ਤਾਂ ਜ਼ਿਆਦਾ ਵਧੀਆ, ਮੇਰਾ ਵੀ ਟਾਈਮ ਘੱਟ ਲੱਗੂਗਾ, ਬਚੂਗਾ ਟਾਈਮ। ਹੁਣ ਅੱਗੇ ਆਪਾਂ ਗੱਲ ਕਰੀਏ ਰਾਜੇ, ਜਿਹੜੀ ਆ ਸਕੀਮ ਹੈਗੀ ਆ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੀ, ਕਹਿੰਦਾ ਦਾ ਉਦੇਸ਼ ਕੀ ਹੈ, ਬੱਚੇ ਦੀ ਪੂਰੀ ਸਮਰੱਥਾ ਦੇ ਸਰਵੋਤਮ ਵਿਕਾਸ ਦੀ ਸਹੂਲਤ ਦੇਣਾ, ਸਰਵਪੱਖੀ ਵਿਕਾਸ ਕਰਨਾ, ਜੀਵਨ ਭਰ ਸਿੱਖਣ ਦੀ ਨੀਂਹ ਰੱਖਣਾ, ਠੀਕ ਹੈ, ਬੱਚੇ ਦੀ ਗਰੋਥ ਵਾਸਤੇ। ਇਸ ਤੋਂ ਇਲਾਵਾ ਇਹਦੇ ਵਿੱਚ ਉਹ ਸ਼ਾਮਲ ਕੀ ਹੈ ਰਾਜੇ, ਸਭ ਤੋਂ ਪਹਿਲੀ ਚੀਜ਼ ਦੇ ਵਿੱਚ ਸ਼ਾਮਲ ਹੈ ਇਹਨਾਂ ਨੇ 3 ਭਾਗਾਂ ਵਿੱਚ ਵੰਡਿਆ ਗਿਆ ਉਮਰ ਨੂੰ। ਵੈਸੇ ਤੁਹਾਨੂੰ ਦੱਸਿਆ ਮੈਂ ਰੇਂਜ ਕੀ ਹੈ, 0 ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਇਹ ਬੱਚਿਆਂ ਦੇ ਕੰਮ ਕਰਦੇ, ਬੱਚਿਆਂ ਦੇ ਵਿਕਾਸ ਵਾਸਤੇ। ਪਹਿਲਾਂ ਕੀ ਕਹਿੰਦੇ 0 ਤੋਂ ਲੈ ਕੇ 3 ਸਾਲ ਦੇ ਬੱਚਿਆਂ ਵਾਸਤੇ ਕੀ ਕਰਦੇ ਆ ਰਾਜੇ, ਕਰੈਚ ਹੋ ਗਿਆ, ਹੋਮ ਸਟੀਮੂਲੇਸ਼ਨ ਹੋ ਗਿਆ, ਇਹਦੀ ਸ਼ੁਰੂਆਤੀ ਪ੍ਰੋਗਰਾਮ ਨੇ ਇਹਦੇ। ਹੋਮ ਸਟੀਮੂਲੇਸ਼ਨ ਕੀ ਹੁੰਦਾ ਰਾਜੇ, ਹੋਮ ਸਟੀਮੂਲੇਸ਼ਨ ਜਿਵੇਂ ਆਪਣੇ ਭਾਰਤ ਦੇ ਵਿੱਚ ਇਹ ਮਾਡਲ ਹਜੇ ਆਇਆ ਨਹੀਂਗਾ। ਹੋਮ ਸਟੀਮੂਲੇਸ਼ਨ ਹੁੰਦਾ ਮੰਨ ਲਓ ਕਿਸੇ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਮਤਲਬ ਕਿ ਉੱਠਣਾ ਬੈਠਣਾ ਸਿਖਾਉਣਾ ਹੋਵੇ, ਉਹਨੂੰ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਪ੍ਰੇਰਿਤ ਕਰਨਾ ਸਮਾਜ ਦੇ ਪ੍ਰਤੀ, ਉਹਨੂੰ ਖਾਣਾ ਕਿਵੇਂ ਖਾਣਾ ਹੈ, ਬੈਠਣਾ ਕਿਵੇਂ ਆ, ਲਿਖਣਾ ਥੋੜਾ ਬਹੁਤਾ ਜਿਵੇਂ ਆਪਾਂ ਲਿਖਣਾ ਸਿਖਾਉਣੇ ਆ ਪੂਰਨੇ ਪਾ ਕੇ, ਊੜਾ ਇਸ ਤਰ੍ਹਾਂ ਲਿਖਣਾ ਹੈ, ਇਹ ਇਸ ਤਰ੍ਹਾਂ ਲਿਖਣਾ ਹੈ, ਕੈ ਇਸ ਤਰ੍ਹਾਂ ਲਿਖਣਾ ਹੈ। ਤਾਂ ਉਸ ਅੰਡਰ ਕੀ ਕਿਹੜੇ ਬੱਚੇ ਆ ਜਾਣਗੇ, 0 ਤੋਂ ਲੈ ਕੇ 3 ਸਾਲ ਦੇ ਬੱਚੇ ਆ ਜਾਣਗੇ। ਸੈਕੰਡ ਜਿਹੜੀ ਕੈਟਾਗਰੀ ਆਊਗੀ ਆਪਣੇ ਕੋਲੇ ਰਾਜੇ, ਉਹ ਕਿਹੜੀ ਆਊਗੀ, ਸੈਕੰਡ ਕੈਟਾਗਰੀ ਆ ਗਈ ਆਪਣੇ ਕੋਲੇ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚੇ, ਜਿਹਦੇ ਵਿੱਚ ਕੀ ਆ ਜੂਗੀ ਉਹਨਾਂ ਦੀ ਪ੍ਰੀ ਐਜੂਕੇਸ਼ਨ ਆ ਜੂਗੀ, ਪ੍ਰਾਇਮਰੀ ਸਕੂਲ ਦੀ ਐਜੂਕੇਸ਼ਨ, ਠੀਕ ਹੈ ਜੀ। ਜਿਵੇਂ ਕਿ ਆਂਗਣਵਾੜੀਆਂ ਹੋ ਗਈਆਂ, ਬਾਲਵਾੜੀਆਂ, ਨਰਸਰੀ, ਪ੍ਰੀ ਸਕੂਲ ਹੋ ਗਏ, ਕਿੰਡਰਗਾਰਟਨ ਹੋ ਗਏ, ਪ੍ਰੈਪਰੇਟਰੀ ਹੋ ਗਈਆਂ। ਕਹਿਣ ਦਾ ਮਤਲਬ ਜਿੱਥੇ ਬੱਚੇ ਛੋਟੀ ਛੋਟੀ ਚੀਜ਼ਾਂ ਪੜ੍ਹਦੇ ਨੇ, ਕਵਿਤਾਵਾਂ ਪੜ੍ਹਦੇ ਨੇ, ਬੋਲਣਾ ਸਿੱਖਦੇ ਨੇ, ਆਪਸ ਵਿੱਚ ਘੁਲਣਾ ਮਿਲਣਾ ਸਿੱਖਦੇ ਨੇ। ਤਾਂ ਤੁਹਾਨੂੰ ਪਤਾ ਹੀ ਹੈ ਕ੍ਰੈਚ ਦੇ ਵਿੱਚ ਕੀ ਸਿਖਾਉਂਦੇ ਆ। ਤਾਂ ਲਾਸਟ ਦੇ ਵਿੱਚ ਜਿਹੜੀ 3rd ਕੈਟਾਗਰੀ ਆ ਗਈ ਰਾਜੇ, 6 ਸਾਲ ਤੋਂ 8 ਸਾਲ ਦੇ ਬੱਚੇ। ਹੁਣ ਜਦੋਂ 6 ਸਾਲ ਤੋਂ 8 ਸਾਲ ਦਾ ਬੱਚਾ ਹੈਗਾ ਰਾਜੇ, ਉਹ ਤਾਂ ਗ੍ਰੇਡ 1 ਗ੍ਰੇਡ 2 ਦੇ ਵਿੱਚ ਚਲਾ ਜਾਂਦਾ ਹੈ। ਤਾਂ ਗ੍ਰੇਡ 1 ਗ੍ਰੇਡ 2 ਤੋਂ ਲੈ ਕੇ ਗ੍ਰੇਡ 3rd ਤੱਕ ਜਿਹੜੀ ਉਹਨਾਂ ਦੀ ਸਿੱਖਿਆ ਹੋਊਗੀ, ਉਹਨੂੰ ਕੀ ਆ ਮਤਲਬ ਸਕਸੈਸਫੁਲ ਕਰਨਾ, ਉਹਦਾ ਵਿਕਾਸ ਕਰਨਾ। ਤਾਂ ਬੱਚਿਆਂ ਲਈ ਸਕੂਲੀ ਪੜ੍ਹਾਈ ਦੇ ਹਿੱਸੇ ਵਜੋਂ ਸ਼ੁਰੂਆਤੀ ਪ੍ਰਾਇਮਰੀ ਸਿੱਖਿਆ ਪ੍ਰੋਗਰਾਮ, ਤਾਂ ਜਿਹੜੇ ਪ੍ਰੀ ਪ੍ਰਾਇਮਰੀ ਸਿੱਖਿਆ ਪ੍ਰੋਗਰਾਮ ਹੋਣਗੇ ਉਹ ਇਸ ਕੈਟਾਗਰੀ ਵਿੱਚ ਆ ਜਾਣਗੇ। ਤਾਂ ਕਹਿਣ ਦਾ ਮਤਲਬ 0 ਤੋਂ ਲੈ ਕੇ 3 ਸਾਲ, 3 ਤੋਂ ਲੈ ਕੇ 6, 6 ਤੋਂ ਲੈ ਕੇ 8 ਸਾਲ, ਇਹ ਭਾਗਾਂ ਵਿੱਚ ਵੰਡੀ ਗਈ ਹੈ ਤੁਹਾਡੀ, ਠੀਕ ਹੈ, ਜਿਹੜੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਪ੍ਰੋਗਰਾਮ ਜਿਹੜਾ ਹੈਗਾ ਤੁਹਾਡਾ, ਠੀਕ ਹੈ ਜੀ। ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ, ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ। ਹੁਣ ਅਗਲਾ ਜਿਹੜਾ ਹੁਣ ਮੈਂ ਇਸ ਤੋਂ ਅਗਲਾ ਜਿਹੜਾ ਟੌਪਿਕ ਲੈ ਕੇ ਆ ਰਿਹਾ, ਇਸੇ ਟੌਪਿਕ ਦੇ ਅੰਡਰ ਹੀ ਵੈਸੇ ਟੌਪਿਕ ਹੈ। ਟੌਪਿਕ ਦਾ ਨਾਮ ਕੀ ਸੀਗਾ, ਅਰਲੀ ਚਾਈਲਡਹੁੱਡ ਐਜੂਕੇਸ਼ਨ। ਉਹਦੇ ਅੰਡਰ ਜਿਹੜਾ ਪਹਿਲਾ ਟੌਪਿਕ ਬਣਦਾ ਰਾਜੇ, ਉਹ ਬਣਦਾ ਹੈਗਾ ਜੀ ਆਪਣਾ ਚਾਈਲਡ ਡਿਵੈਲਪਮੈਂਟ, ਬਾਲ ਵਿਕਾਸ। ਹੁਣ ਇੱਕ ਬੱਚਾ ਕਿਵੇਂ ਹੌਲੀ ਹੌਲੀ ਵੱਧਦਾ ਹੈ, ਕਿਵੇਂ ਕਿਵੇਂ ਪਹਿਲਾਂ ਰਿੜਦਾ ਹੈ, ਫਿਰ ਬੈਠਣਾ ਸਿੱਖਦਾ ਹੈ, ਫਿਰ ਖੇਡਣਾ, ਫਿਰ ਤੁਰਨਾ, ਫਿਰ ਪੜ੍ਹਨਾ, ਫਿਰ ਜਾਣਾ ਸਕੂਲ। ਤਾਂ ਇਹ ਵੱਖਰੇ ਵੱਖਰੇ ਪੜਾਅ ਨੇ। ਅੱਜ ਮੈਂ ਸਿਰਫ ਤੁਹਾਨੂੰ ਇਹਦੀ ਇੰਟਰੋਡਕਸ਼ਨ ਕਰਵਾਊਂਗਾ, ਜਿਹੜਾ ਟੈਕਨੀਕਲ ਪਾਰਟ ਹੈਗਾ ਉਹ ਮੈਂ ਕੱਲ ਕਰਵਾਊਂਗਾ, ਠੀਕ ਹੈ। ਕਿਉਂਕਿ ਅੱਜ ਆਪਾਂ ਸਿਰਫ ਇੱਕ ਬੇਸ ਬਣਾ ਰਹੇ ਹਾਂ, ਇੱਕ ਇੰਟਰਸਟ ਬਣਾ ਰਹੇ ਹਾਂ। ਬਹੁਤ ਇੰਟਰਸਟਿੰਗ ਹੈ ਵੈਸੇ ਇਹ ਤੁਹਾਡੇ ਵਾਸਤੇ, ਕਿਉਂਕਿ ਮੇਰੀ ਭੈਣਾਂ ਵਾਸਤੇ ਤਾਂ ਖਾਸ ਕਰਕੇ ਇੰਟਰਸਟਿੰਗ ਹੈ, ਕਿਉਂਕਿ ਕੱਲ ਨੂੰ ਤੁਹਾਡੀ ਮੈਰਿਜ ਵੀ ਹੋਣੀ ਹੈ, ਤੁਹਾਡੇ ਵੀ ਬੱਚੇ ਹੋਣੇ ਆ, ਤੁਹਾਨੂੰ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਤੇ ਜੇ ਤੁਸੀਂ ਜੌਬ ਵੀ ਕਰੋਗੇ ਰਾਜੇ, ਇਮਾਨਦਾਰੀ ਨਾਲ ਜੌਬ ਕਰੋਗੇ, ਉੱਥੇ ਜਿਹੜੇ ਬੱਚੇ ਹੋਣਗੇ ਉਹਨਾਂ ਵਾਸਤੇ ਤੁਸੀਂ ਕੰਮ ਵੀ ਕਰਨਾ ਹੈ। ਇੱਕ ਲੋਕ ਭਲਾਈ ਦਾ ਕੰਮ ਹੈ, ਦੇਖੋ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤੁਹਾਨੂੰ ਸੈਲਰੀ ਮਿਲਿਆ ਕਰੂਗੀ, ਨਾਲੇ ਤੁਸੀਂ ਕੀ ਕਰੋਗੇ, ਇੱਕ ਪੁੰਨ ਦਾ ਕੰਮ ਕਰੋਗੇ। ਚਲੋ ਜੀ ਆਪਾਂ ਨੈਕਸਟ ਗੱਲ ਕਰਦੇ ਹਾਂ, ਚਾਈਲਡ ਡਿਵੈਲਪਮੈਂਟ ਬਾਰੇ ਗੱਲ ਕਰਦੇ ਹਾਂ। ਹੁਣ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਰਾਜੇ, ਚਾਈਲਡ ਡਿਵੈਲਪਮੈਂਟ ਹੈ ਕੀ ਹੈ, ਬੇਸਿਕਲੀ ਕਹਿੰਦਾ ਚਾਈਲਡ ਡਿਵੈਲਪਮੈਂਟ ਰੈਫਰ ਟੂ ਦਾ ਸੀਕੁਐਂਸ ਆਫ ਦਾ ਫਿਜ਼ੀਕਲ ਲੈਂਗੁਏਜ, ਥਾਟ ਆਪਣੇ ਹੋ ਗਏ,
ਇਮੋਸ਼ਨਲ ਹੋ ਗਏ ਆਪਣੇ। ਕਹਿਣ ਦਾ ਮਤਲਬ ਮੈਂ ਪੰਜਾਬੀ ਚ ਦੱਸਦਾ। ਸਟਾਰਟਿੰਗ ਵਿੱਚ ਕੀ ਹੁੰਦਾ ਰਾਜੇ, ਆਪਣੇ ਬਾਲ ਵਿਕਾਸ ਦੇ ਵਿੱਚ ਕੀ ਆ ਜਾਂਦਾ ਹੈ, ਆਪਣਾ ਸਰੀਰਕ ਦਾ ਵਿਕਾਸ। ਹੁਣ ਤੁਹਾਨੂੰ ਮੈਂ ਇੱਕ ਫੋਟੋ ਵਿਖਾਈ ਹੈ, ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਦਾ ਵਿਕਾਸ ਹੁੰਦਾ। ਆਪਾਂ ਪਹਿਲਾਂ ਕੀ ਹੈ, ਛੋਟੇ ਹੁੰਨੇ ਆ, ਫਿਰ ਥੋੜੇ ਜਿਹੇ ਵੱਡੇ ਹੋ ਜਾਂਦੇ ਆ, ਫਿਰ ਥੋੜੇ ਜਿਹੇ ਹੋਰ ਵੱਡੇ ਹੋ ਜਾਂਦੇ ਆ, ਥੋੜੇ ਜਿਹੇ ਹੋਰ ਵੱਡੇ ਵੱਡੇ ਹੋ ਜਾਂਦੇ ਆ, ਵੱਡੇ ਹੋ ਜਾਂਦੇ ਆ। ਇਹ ਤਾਂ ਆਪਣੇ ਸਰੀਰ ਦਾ ਵਿਕਾਸ ਹੋ ਰਿਹਾ। ਸਰੀਰ ਦੇ ਨਾਲ ਨਾਲ ਕੀ ਹੋਊਗਾ, ਆਪਣਾ ਮੈਂਟਲੀ ਵਿਕਾਸ ਵੀ ਹੋਊਗਾ। ਸਰੀਰਕ ਵਿਕਾਸ ਹੋ ਗਿਆ, ਆਪਣਾ ਮੈਂਟਲੀ ਵਿਕਾਸ ਹੋ ਗਿਆ। ਆਪਾਂ ਭਾਸ਼ਾ ਵੀ ਸਿੱਖਦੇ ਆ, ਪਹਿਲਾਂ ਆਪਾਂ ਬੋਲ ਨਹੀਂ ਸਕਦੇ, ਹੌਲੀ ਹੌਲੀ ਆਪਾਂ ਕੀ ਬੋਲਦੇ ਆ, ਮੰਮੀ ਪਾਪਾ ਚਾਚਾ ਤਾਇਆ ਭੂਆ ਫੁੱਫੜ। ਹੌਲੀ ਹੌਲੀ ਫਿਰ ਆਪਾਂ ਕੀ ਕਰਦੇ ਆ, ਆਪਣੇ ਵਿਚਾਰ ਜਿਵੇਂ ਵੱਡੇ ਹੋ ਜਾਂਦੇ ਆ, ਫਿਰ ਆਪਾਂ ਸਤਿ ਸ੍ਰੀ ਅਕਾਲ ਕਰਨੀ ਸਿੱਖਦੇ ਆ, ਨਮਸਤੇ ਕਰਨੀ ਸਿੱਖਦੇ ਆ। ਫਿਰ ਆਪਣੀਆਂ ਜਿਹੜੀਆਂ ਆਪਣੇ ਸੁਭਾਅ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਕਹਿਣ ਦਾ ਮਤਲਬ ਚਾਈਲਡ ਡਿਵੈਲਪਮੈਂਟ ਦੇ ਵਿੱਚ ਵੱਖਰੇ ਵੱਖਰੇ ਫੇਜ਼ ਆ ਜਾਂਦੇ ਨੇ। ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਦੀਆਂ ਜਿੰਨੀਆਂ ਵੀ ਸਥਿਤੀਆਂ ਹੈਗੀਆਂ, ਅਵਸਥਾ ਹੈਗੀਆਂ, ਜੋ ਕੁਝ ਆਪਣੇ ਨਾਲ ਵਾਪਰਦਾ ਰਾਜੇ, ਉਹ ਸਾਰਾ ਕੁਝ ਆ ਜਾਂਦਾ ਤੁਹਾਡੇ ਚਾਈਲਡ ਡਿਵੈਲਪਮੈਂਟ ਦੇ ਵਿੱਚ। ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਬਾਰੇ, ਚਾਈਲਡ ਡਿਵੈਲਪਮੈਂਟ ਨੂੰ ਆਪਾਂ ਅਗਰ ਹੋਰ ਪੜ੍ਹੀਏ, ਕਹਿੰਦੇ ਇਸ ਪ੍ਰਕਿਰਿਆ ਦੇ ਦੌਰਾਨ ਇੱਕ ਬੱਚਾ ਆਪਣੇ ਮਾਤਾ ਪਿਤਾ ਸਰਪ੍ਰਸਤ ਹੁੰਦੇ, ਜਿਹੜੇ ਆਪਣੇ ਘਰਾਂ ਵਿੱਚ ਲੋਕ ਰਹਿੰਦੇ, ਆਪਣੇ ਬਜ਼ੁਰਗ ਹੋ ਗਏ, ਆਪਣੇ ਦਾਦਾ ਦਾਦੀ ਹੋ ਗਏ, ਚਾਚਾ ਚਾਚੀ ਹੋ ਗਏ, ਭੂਆ ਫੁੱਫੜ, ਜੋ ਵੀ ਜਿਹਦੇ ਨਾਲ ਆਪਾਂ ਮਿਲਦੇ ਆ, ਤਾਂ ਕਹਿੰਦੇ ਉਹਨਾਂ ਤੇ ਨਿਰਭਰਤਾ ਤੋਂ ਲੈ ਕੇ ਸੁਤੰਤਰਤਾ ਦੇ ਵੱਲ ਵੱਧਦਾ ਹੈ। ਕਹਿਣ ਦਾ ਮਤਲਬ ਸਟਾਰਟਿੰਗ ਦੇ ਵਿੱਚ ਜੇ ਬੱਚਾ ਛੋਟਾ ਹੈ, ਪਹਿਲਾਂ ਤਾਂ ਉਹਦੀ ਮਾਂ ਹੀ ਸੰਭਾਲਦੀ ਹੈ, ਉਹਨੂੰ ਖਵਾਉਣਾ ਖਵਾਉਂਦੀ ਹੈ, ਉਹਨੂੰ ਬਾਥਰੂਮ ਕਰਵਾਉਂਦੀ ਹੈ, ਉਹਨੂੰ ਟਾਇਲਟ ਕਰਵਾਉਂਦੀ ਹੈ। ਫਿਰ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ, ਫਿਰ ਦੱਸਣਾ ਸ਼ੁਰੂ ਕਰ ਦਿੰਦਾ ਹੈ, ਨਵਾਉਂਦੀ ਹੈ ਧਵਾਉਂਦੀ ਹੈ, ਫਿਰ ਉਹਨੂੰ ਸਕੂਲ ਭੇਜਦੀ ਹੈ ਤਿਆਰ ਕਰਕੇ। ਤਾਂ ਹੌਲੀ ਹੌਲੀ ਜਦੋਂ ਬੱਚਾ ਵੱਡਾ ਹੁੰਦਾ ਜਾਂਦਾ, ਉਹ ਕੀ ਹੋ ਜਾਂਦਾ, ਸੈਲਫ ਡਿਪੈਂਡੈਂਟ ਹੋ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਸ ਪ੍ਰਕਿਰਿਆ ਦੇ ਵਿੱਚ ਕੀ ਹੈ, ਬੱਚਾ ਆਪਣੇ ਮਾਤਾ ਪਿਤਾ ਤੋਂ ਲੈ ਕੇ ਇੱਕ ਉਹਨਾਂ ਦੀ ਨਿਰਭਰਤਾ ਤੋਂ ਲੈ ਕੇ, ਉਹਨਾਂ ਦੀ ਡਿਪੈਂਡੈਂਟ ਤੋਂ ਲੈ ਕੇ ਇੰਡੀਪੈਂਡੈਂਟ ਹੋਣ ਦੀ ਜਿਹੜੀ ਪ੍ਰਕਿਰਿਆ ਹੈਗੀ, ਉਹ ਬਾਲ ਵਿਕਾਸ ਦੇ ਵਿੱਚ ਆਉਂਦੀ ਹੈ, ਚਾਈਲਡ ਡਿਵੈਲਪਮੈਂਟ ਦੇ ਵਿੱਚ ਆਉਂਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਬੇਟੇ ਦੇ ਵਿੱਚ। ਕਹਿੰਦਾ ਬੇਸਿਕਲੀ ਜਿਹੜਾ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਰਾਜੇ, ਸਟਰੋਂਗਲੀ ਕਿਤੇ ਡਿਪੈਂਡ ਕਰਦੀ ਹੈ, ਜੈਨੇਟਿਕ ਫੈਕਟਰ ਤੇ ਕਰਦੀ। ਜੈਨੇਟਿਕ ਫੈਕਟਰ ਸਮਝਦੇ ਹੋ ਕਿ ਜਿਹੜੇ ਆਪਣੇ ਗੁਣ ਹੁੰਦੇ ਆਪਣੇ ਬੱਚੇ ਚ ਆਉਂਦੇ ਆ। ਜੇ ਆਪਾਂ ਚੰਗੇ ਕੰਮ ਕਰਾਂਗੇ, ਬੱਚਾ ਵੀ ਚੰਗੇ ਕੰਮ ਸਿੱਖੂਗਾ। ਆਪਾਂ ਜੇ ਮਾੜੇ ਕਰਾਂਗੇ, ਮਾੜੇ ਕੰਮ। ਜਾਂ ਆਪਣੀ ਸ਼ਕਲ ਮਿਲਦੀ ਹੈ ਬੱਚੇ ਨਾਲ, ਜਾਂ ਬੱਚੇ ਦੀ ਸ਼ਕਲ ਮਿਲਦੀ ਹੈ ਆਪਣੇ ਨਾਲ, ਆਪਣੇ ਵਾਂਗੂ ਉਹ ਖਾਂਦਾ ਪੀਂਦਾ ਉੱਡਦਾ ਸੌਂਦਾ, ਉਹ ਜੈਨੇਟਿਕ ਕਾਰਕਾਂ ਕਰਕੇ ਹੁੰਦੀ ਹੈ। ਕਹਿੰਦੇ ਬੱਚੇ ਦਾ ਜਿਹੜਾ ਵਿਕਾਸ ਹੁੰਦਾ, ਜੈਨੇਟਿਕ ਕਾਰਕ ਜਿਹੜੇ ਹੁੰਦੇ ਆ, ਜੈਨੇਟਿਕ ਫੈਕਟਰ ਹੁੰਦੇ ਆ, ਜੀਨ, ਜਿਨ੍ਹਾਂ ਤੋਂ ਉਹ ਮਾਤਾ ਪਿਤਾ ਤੋਂ ਸਿੱਖਦਾ ਹੈ ਜਾਂ ਉਹ ਤੋਂ ਗ੍ਰਹਿਣ ਕਰਦਾ ਹੈ। ਜੀਵਨ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਜਿਹੜੀਆਂ ਕਿ ਉਹਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਜੇ ਆਪਾਂ ਘਰਾਂ ਦੇ ਵਿੱਚ ਪਿਆਰ ਨਾਲ ਰਹਿੰਦੇ ਹਾਂ, ਬੱਚਾ ਵੀ ਪਿਆਰ ਸਿੱਖਦਾ। ਜੇ ਆਪਾਂ ਲੜਾਂਗੇ ਤਾਂ ਬੱਚਾ ਵੀ ਲੜਾਈ ਸਿੱਖੂਗਾ। ਤਾਂ ਕਹਿਣ ਦਾ ਮਤਲਬ ਜਿਹੜੇ ਮਾਤਾ ਪਿਤਾ ਹੈਗੇ, ਉਹ ਸਭ ਤੋਂ ਅਹਿਮ ਰੋਲ ਅਦਾ ਕਰਦੇ ਬੱਚੇ ਦੇ ਡਿਵੈਲਪਮੈਂਟ ਵਾਸਤੇ। ਇਸ ਤੋਂ ਇਲਾਵਾ ਕਹਿੰਦਾ ਜਿਹੜਾ ਉਹਨਾਂ ਦੇ ਆਸੇ ਪਾਸੇ ਦਾ ਵਾਤਾਵਰਨ ਹੋ ਗਿਆ, ਤੁਹਾਡੇ ਘਰ ਦੇ ਵਿੱਚ ਕੀ ਮਾਹੌਲ ਹੈ, ਤੁਹਾਡੇ ਆਂਢ ਗੁਆਂਢ ਦੇ ਵਿੱਚ ਲੋਕ ਕਿਵੇਂ ਦੇ ਰਹਿੰਦੇ ਆ, ਉਹ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਹੋਗੀ। ਹੁਣ ਕਈ ਬੱਚਿਆਂ ਦਾ ਦਿਮਾਗ ਜਿਹੜਾ ਜ਼ਿਆਦਾ ਤੇਜ਼ ਹੁੰਦਾ ਹੈ, ਕਈ ਬਹੁਤ ਜਲਦੀ ਅਡਾਪਟ ਕਰਦੇ ਆ, ਕਈ ਲੇਟ ਸਿੱਖਦੇ ਆ। ਤਾਂ ਇਹ ਤਾਂ ਇੱਕ ਰੱਬ ਦੀ ਦੇਣ ਹੈਗੀ ਹੈ। ਤਾਂ ਵਾਤਾਵਰਨ ਹੋ ਗਿਆ, ਬੱਚੇ ਦੀ ਸਿੱਖਣ ਦੀ ਸਮਰੱਥਾ ਹੋਗੀ, ਇਸ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਕੀ ਪ੍ਰਭਾਵਿਤ ਹੁੰਦਾ ਹੈ, ਚਾਈਲਡ ਡਿਵੈਲਪਮੈਂਟ, ਬਾਲ ਵਿਕਾਸ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੇ ਵਿਕਾਸ ਦੀ ਗੱਲ ਕਰੀਏ ਰਾਜੇ, ਵਿਕਾਸ ਦਾ ਮਤਲਬ ਕੀ ਹੈ ਕਿ ਤੁਹਾਡੇ ਬੱਚੇ ਦਾ ਸਰੀਰਕ ਵਿਕਾਸ ਵਿੱਚ ਬਦਲਾਅ। ਠੀਕ ਹੈ, ਜੇ ਕੱਲੀ ਵਿਕਾਸ ਜਿਹੜਾ ਆਪਾਂ ਗੱਲ ਕਰੀਏ ਚਾਈਲਡ ਡਿਵੈਲਪਮੈਂਟ ਦੀ, ਜਦੋਂ ਆਪਾਂ ਵਿਕਾਸ ਦੀ ਗੱਲ ਕਰਦੇ ਆ, ਡਿਵੈਲਪਮੈਂਟ ਦੀ ਗੱਲ ਕਰਦੇ ਆ, ਆਪਣੇ ਦਿਮਾਗ 'ਚ ਕੀ ਚੀਜ਼ ਆਉਂਦੀ ਹੈ, ਬੱਚੇ ਦਾ ਵਿਕਾਸ ਮਤਲਬ ਫਿਜ਼ੀਕਲੀ ਵਿਕਾਸ। ਬਟ ਇਹਦੇ ਵਿੱਚ ਕੀ ਆ ਜਾਂਦਾ, ਤੁਹਾਡਾ ਸਮਾਜਿਕ ਹੋ ਗਿਆ, ਭਾਵਨਾਤਮਕ ਹੋ ਗਿਆ, ਵਿਵਹਾਰ ਹੋ ਗਿਆ, ਤੁਹਾਡਾ ਸੋਚਣ ਦਾ, ਬੋਲਣ ਦਾ, ਪੜ੍ਹਨ ਦਾ, ਲਿਖਣ ਦਾ, ਤੁਰਨ ਦਾ, ਬੈਠਣ ਦਾ, ਬੁਲਾਉਣ ਦਾ, ਸਾਰੀਆਂ ਤਬਦੀਲੀਆਂ ਸ਼ਾਮਲ ਹੈ ਇਹਦੇ ਵਿੱਚ। ਠੀਕ ਹੈ ਜੀ। ਇਸ ਤੋਂ ਇਲਾਵਾ ਕਹਿੰਦਾ ਜੀ ਇਹਦੇ ਵਿੱਚ ਬਹੁਤ ਸਾਰੇ ਖੇਤਰ ਜੁੜੇ ਹੋਏ ਹਨ ਵਿਕਾਸ ਦੇ, ਜਿਹੜੇ ਇੱਕ ਦੂਜੇ ਦੇ ਉੱਪਰ ਕੀ ਕਰਦੇ ਨੇ, ਨਿਰਭਰ ਕਰਦੇ ਨੇ, ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਆ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰੀਏ, ਕਹਿੰਦੇ ਜੀ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਜੋ ਮੈਂ ਹੁਣ ਬੋਲ ਕੇ ਆਇਆ ਤੁਹਾਨੂੰ। ਨੈਕਸਟ ਆਪਾਂ ਗੱਲ ਕਰਦੇ, ਕਹਿੰਦੇ ਜੀ ਜੀਵਨ ਦੇ ਜਿਹੜੇ ਪਹਿਲੇ 5 ਸਾਲ, ਇਹ ਬਹੁਤ ਇੰਪੋਰਟੈਂਟ ਹੈ ਰਾਜੇ। ਪਹਿਲੇ 5 ਸਾਲ, 0 ਤੋਂ ਲੈ ਕੇ 5 ਸਾਲ ਜਿਹੜੀ ਬੱਚੇ ਦੀ ਗਰੋਥ ਹੁੰਦੀ ਹੈ ਨਾ ਰਾਜੇ, ਉਹ ਸਭ ਤੋਂ ਸੈਂਸਿਟਿਵ ਹੁੰਦੀ ਹੈ, ਸਭ ਤੋਂ ਜ਼ਰੂਰੀ ਹੁੰਦੀ ਹੈ। ਉਹਦੇ ਵਿੱਚ ਤੁਸੀਂ ਆਪਣੇ ਬੱਚੇ ਦਾ ਬਹੁਤ ਖਿਆਲ ਰੱਖਣਾ ਹੈ। ਕਹਿੰਦੇ ਜੀਵਨ ਦੇ ਪਹਿਲੇ 5 ਸਾਲਾਂ ਵਿੱਚ ਅਨੁਭਵ ਅਤੇ ਰਿਸ਼ਤੇ ਬੱਚਿਆਂ ਦੇ ਵਿਕਾਸ ਨੂੰ ਉਤੇਜਿਤ ਕਰਦੇ ਨੇ। ਉਹਨਾਂ ਦੇ ਦਿਮਾਗ ਵਿੱਚ ਲੱਖਾਂ ਕਨੈਕਸ਼ਨ ਕ੍ਰੀਏਟ ਕਰਦੇ ਨੇ, ਉਹਨਾਂ ਦੇ ਦਿਮਾਗ ਵਿੱਚ ਲੱਖਾਂ ਸਵਾਲ ਖੜੇ ਕਰਦੇ ਨੇ। ਕਹਿਣ ਦਾ ਮਤਲਬ ਮੇਨ ਵਿਕਾਸ ਜਿਹੜਾ ਹੁੰਦਾ 0 ਤੋਂ ਲੈ ਕੇ 5 ਸਾਲ ਦੇ ਵਿਚਕਾਰ ਬੱਚੇ ਦਾ ਹੁੰਦਾ ਹੈ। ਅਸਲ ਵਿੱਚ ਬੱਚਿਆਂ ਦੇ ਜਿਹੜੇ ਦਿਮਾਗ ਹੁੰਦੇ ਆ ਪਹਿਲੇ 5 ਸਾਲਾਂ ਵਿੱਚ ਉਹਨਾਂ ਦੇ ਜੀਵਨ ਵਿੱਚ ਕਿਸੇ ਵੀ ਸਮੇਂ ਨਾਲੋਂ ਤੇਜ਼ੀ ਨਾਲ ਵਿਕਸਿਤ ਹੁੰਦੇ ਆ। ਤਾਂ ਕਹਿਣ ਦਾ ਮਤਲਬ 0 ਤੋਂ 5 ਸਾਲ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਫਾਸਟਲੀ ਕੀ ਆ ਬੱਚਾ ਕੀ ਕਰਦਾ, ਗਰੋ ਕਰਦਾ, ਗਰੋਥ ਹੁੰਦੀ ਆ ਉਹਦੀ। ਨੈਕਸਟ ਕਹਿੰਦਾ ਜੀ ਇਹ ਉਹ ਸਮਾਂ ਹੁੰਦਾ ਜਦੋਂ ਜੀਵਨ ਭਰ ਸਿੱਖਣ, ਸਿਹਤ ਅਤੇ ਵਿਵਹਾਰ ਦੀ ਨੀਂਹ ਰੱਖੀ ਜਾਂਦੀ ਹੈ। ਤਾਂ ਤੁਹਾਨੂੰ ਮੈਂ ਦੱਸਿਆ ਹੀ ਹੈ, ਜੇ ਬੱਚਾ ਜੀਵਨ ਦੇ ਵਿੱਚੋਂ ਸਹੀ ਸਿੱਖਿਆ ਨਹੀਂ, ਸਹੀ ਉਹਨੂੰ ਖੁਰਾਕ ਨਹੀਂ ਮਿਲੀ, ਤਾਂ ਕਦੇ ਵੀ ਉਹ ਨਾ ਅੱਗੇ ਜਾ ਕੇ ਨਾ ਤਾਂ ਪ੍ਰੋਪਰ ਸਿੱਖ ਪਾਊਗਾ, ਨਾ ਉਹਦੀ ਸਿਹਤ ਵਧੀਆ ਹੋਊਗੀ, ਨਾਲੇ ਉਹਦਾ ਜਿਹੜਾ ਐਟੀਟਿਊਡ ਹੋਊਗਾ ਜਾਂ ਉਹਦਾ ਸੁਭਾਅ ਹੋਊਗਾ ਉਹ ਵਧੀਆ ਨਹੀਂ ਹੋ ਸਕਦਾ। ਠੀਕ ਹੈ। ਤਾਂ ਪਹਿਲੇ 5 ਸਾਲ ਉਹਦੇ ਵਾਸਤੇ ਬਹੁਤ ਜ਼ਿਆਦਾ ਕੀ ਹੋਣਗੇ, ਸੈਂਸਿਟਿਵ ਹੋਣਗੇ, ਮਹੱਤਵਪੂਰਨ ਹੋਣਗੇ। ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਵਟ ਡਜ਼ ਚਾਈਲਡ ਡਿਵੈਲਪਮੈਂਟ ਇਨਕਲੂਡ। ਹੁਣ ਬਾਲ ਵਿਕਾਸ ਦੇ ਵਿੱਚ ਆਪਾਂ ਕੀ ਕੀ ਸ਼ਾਮਲ ਕਰ ਸਕਦੇ ਹਾਂ, ਕੀ ਕੀ ਚੀਜ਼ਾਂ ਸ਼ਾਮਲ ਹੁੰਦੀਆਂ ਬਾਲ ਵਿਕਾਸ ਦੇ ਵਿੱਚ। ਕਹਿੰਦੇ ਜੀ ਬਾਲ ਵਿਕਾਸ ਦੇ ਵਿੱਚ ਉਹਨਾਂ ਹੁਨਰਾਂ ਦੇ ਪੂਰੇ ਦਾਇਰੇ ਨੂੰ ਕਵਰ ਕਰਦਾ ਹੈ ਜੋ ਕਿ ਇੱਕ ਬੱਚਾ ਆਪਣੇ ਜੀਵਨ ਕਾਲ ਦੇ ਵਿੱਚ ਮਹਾਰਤ ਹਾਸਲ ਕਰਦਾ, ਜਿਸ ਵਿੱਚ ਵਿਕਾਸ ਸ਼ਾਮਲ ਹੈ। ਹੁਣ ਕਿਹੜਾ ਕਿਹੜਾ ਵਿਕਾਸ ਸ਼ਾਮਲ ਹੈ ਰਾਜੇ। ਪਹਿਲਾ ਜਾਏਗਾ ਰਾਜੇ ਤੁਹਾਡੇ ਕੋਲੇ ਕੋਜੀਨੇਸ਼ਨ। ਕੋਜੀਨੇਸ਼ਨ ਦਾ ਮਤਲਬ ਹੁੰਦਾ ਬੋਧ। ਠੀਕ ਹੈ ਜੀ। ਬੋਧ ਦਾ ਮਤਲਬ ਹੁੰਦਾ ਗਿਆਨ, ਕੋਈ ਚੀਜ਼ ਮਤਲਬ ਗ੍ਰਹਿਣ ਕਰਨੀ।
ਕਹਿੰਦਾ ਸਿੱਖਣ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ। ਹੁਣ ਆਪਾਂ ਦੇਖਣਾ ਵੀ ਕੋਈ ਬੱਚਾ ਕਿੰਨੀ ਕੁ ਜਲਦੀ ਕੋਈ ਚੀਜ਼ ਸਿੱਖਦਾ ਹੈ। ਹੁਣ ਆਪਾਂ ਬੱਚੇ ਨੂੰ ਸਿਖਾ ਦਿੰਦੇ ਆ ਟੂ ਦਾ ਟੇਬਲ ਪੜ੍ਹ, ਜਾਂ ਆਪਾਂ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਤੂੰ ਇਸ ਤਰ੍ਹਾਂ ਕੱਪੜੇ ਪਾ, ਇਸ ਤਰ੍ਹਾਂ ਸ਼ਰਟ ਬੰਦ ਕਰ, ਇਸ ਤਰ੍ਹਾਂ ਉੱਠ, ਇਸ ਤਰ੍ਹਾਂ ਖਾ, ਇਸ ਤਰ੍ਹਾਂ ਪੀ, ਉਹ ਕਿੰਨੀ ਕੁ ਜਲਦੀ ਅਡਾਪਟ ਕਰਦਾ ਹੈ। ਜਾਂ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਦੇ ਦਿੰਦੇ ਆ, ਕਿੰਨੀ ਜਲਦੀ ਉਹ ਸੋਲਵ ਕਰਦਾ ਹੈ। ਤਾਂ ਇਹ ਮੇਨ ਚੀਜ਼ ਆ ਜਾਂਦੀ ਹੈ ਤੁਹਾਡੀ ਡਿਵੈਲਪਮੈਂਟ ਦੇ ਅੰਡਰ। ਸੈਕੰਡ ਆ ਜਾਂਦਾ ਰਾਜੇ ਇਸੇ ਦੇ ਅੰਡਰ ਆ ਜਾਂਦਾ ਤੁਹਾਡਾ ਸਮਾਜਿਕ ਜਿਹੜਾ ਮਤਲਬ ਸੋਸ਼ਲ ਇੰਟਰੈਕਸ਼ਨ ਹੋ ਗਈ, ਉਹਦੀ ਇਮੋਸ਼ਨਲ ਹੋ ਗਈ, ਲੋਕਾਂ ਨਾਲੋਂ ਕਿਵੇਂ ਦਾ ਮਤਲਬ ਵਿਵਹਾਰ ਕਰਦਾ ਹੈ, ਲੋਕਾਂ ਦੇ ਨਾਲ ਕਿਵੇਂ ਗੱਲਬਾਤ ਕਰਦਾ ਹੈ, ਉਹ ਆਪਣੇ ਆਪ ਸਵੈ ਨਿਯੰਤਰਣ ਕਿਵੇਂ ਕਰਦਾ ਹੈ, ਕਿਹਦੇ ਨਾਲ ਕਿੰਨੀ ਕੁ ਗੱਲ ਕਰਨੀ ਹੈ, ਠੀਕ ਹੈ, ਉਹ ਕਿੰਨਾ ਕੁ ਮਤਲਬ ਡਿਵੈਲਪ ਹੋਇਆ, ਇਹਦੇ ਵਿੱਚ ਆ ਜਾਂਦਾ ਹੈ ਫਸਟ ਦੇ ਵਿੱਚ, ਬੋਧ ਦੇ ਵਿੱਚ। ਸੈਕੰਡ ਆ ਜਾਂਦਾ ਰਾਜੇ ਸਪੀਚ ਐਂਡ ਲੈਂਗੁਏਜ, ਉਹਦੀ ਬੋਲੀ, ਉਹਦੀ ਭਾਸ਼ਾ, ਮਤਲਬ ਕਿੰਨੀ ਕੁ ਭਾਸ਼ਾ ਨੂੰ ਸਮਝਦਾ ਹੈ, ਕਿਵੇਂ ਉਹਨੂੰ ਵਰਤਦਾ ਹੈ, ਕਿੱਥੇ ਕਿਹੜਾ ਸ਼ਬਦ ਵਰਤਦਾ ਹੈ, ਕਿੰਨੇ ਕੁ ਸੰਚਾਰੂ ਢੰਗ ਨਾਲ ਵਰਤਦਾ ਹੈ, ਪੜ੍ਹਦਾ ਕਿਵੇਂ ਆ, ਕਿੰਨੇ ਕੁ ਢੰਗ ਨਾਲ ਸਹੀ ਢੰਗ ਨਾਲ ਪੜ੍ਹ ਰਿਹਾ ਜਾਂ ਨਹੀਂ ਪੜ੍ਹ ਰਿਹਾ, ਕਿਸੇ ਸ਼ਬਦ ਨੂੰ ਸਹੀ ਬੋਲ ਰਿਹਾ ਜਾਂ ਨਹੀਂ ਬੋਲ ਰਿਹਾ, ਸੰਚਾਰ ਕਰਨਾ, ਅੱਗੇ ਉਹ ਕਿਵੇਂ ਗੱਲਬਾਤ ਕਰਦਾ ਹੈ, ਠੀਕ ਹੈ, ਆਪਣੀ ਗੱਲ ਕਿਵੇਂ ਕਿਸੇ ਸਾਹਮਣੇ ਪੇਸ਼ ਕਰਦਾ ਹੈ, ਇਹ ਸਾਰਾ ਕੁਝ ਚਾਈਲਡ ਡਿਵੈਲਪਮੈਂਟ ਦੇ ਅੰਡਰ ਆ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਫਿਜ਼ੀਕਲ ਸਕਿੱਲ, ਫਿਜ਼ੀਕਲ ਸਕਿੱਲ ਦੇ ਵਿੱਚ ਕੀ ਆ ਜਾਊਗਾ ਰਾਜੇ, ਫਿਜ਼ੀਕਲ ਸਕਿੱਲ ਦੇ ਵਿੱਚ ਆਪਣੇ ਸਰੀਰਕ ਦਾ ਹੁਨਰ ਆ ਜਾਊਗਾ, ਆਪਾਂ ਸਰੀਰ ਤੋਂ ਕਿਵੇਂ ਕੰਮ ਲੈਂਦੇ ਆ, ਕਿਵੇਂ ਬੈਠਦੇ ਆ, ਕਿਸੇ ਸਾਹਮਣੇ ਆਪਾਂ ਕਿਵੇਂ ਖਾਂਦੇ ਆ, ਮਤਲਬ ਆਪਣੇ ਐਟੀਕੇਟਸ ਆ ਜਾਣਗੇ, ਆਪਣੇ ਕੀ ਆ ਜਾਣਗੇ ਬੇਸਿਕ ਐਟੀਕੇਟਸ, ਠੀਕ ਹੈ। ਨੈਕਸਟ ਆਪਾਂ ਗੱਲ ਕਰੀਏ ਇਹਦੇ ਵਿੱਚ, ਹੁਣ ਜੇ ਮੈਂ ਗੱਲ ਕਰਾਂ, ਕਹਿੰਦਾ ਜੀ ਆਪਾਂ ਬਾਲ ਵਿਕਾਸ ਪੜ੍ਹ ਲਿਆ, ਬਾਲ ਵਿਕਾਸ ਤੋਂ ਬਾਅਦ ਨਾ ਇੱਕ ਜਿਹੜੀ ਮੇਨ ਚੀਜ਼ ਪੜ੍ਹਨੀ ਹੈ ਬਾਲ ਵਿਕਾਸ ਦੇ ਵਿੱਚ, ਉਹ ਹੈਗਾ ਜੀ ICDS। ICDS ਦੇ ਵੈਸੇ ਮੈਂ ਤੁਹਾਨੂੰ ਡਿਟੇਲ ਚ ਪੜਾਉਂਗਾ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ, ਪਰ ਅੱਜ ਮੈਂ ਇੰਟਰੋਡਕਸ਼ਨ ਦੇ ਰਿਹਾ। ਇਹ ਬੇਸਿਕਲੀ ਹੈ ਕੀ ਹੈ, ਇਹ ਸਮਝ ਲਓ ਵੀ ਆਲ ਓਵਰ ਇੰਡੀਆ ਦੀ ਸਕੀਮ ਹੈ ਜਿਹੜੀ ਹਰ ਇੱਕ ਸਟੇਟ ਦੇ ਵਿੱਚ ਲਾਗੂ ਕੀਤੀ ਗਈ, ਜਿਹਨੂੰ ਕਹਿ ਦਿੰਦੇ ਆ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਕਹਿ ਦਿੰਦੇ ਆ। ਹੁਣ ਇਹਦੇ ਅੰਡਰ ਹੀ ਤੁਹਾਡੀਆਂ ਆਂਗਣਵਾੜੀ ਸਕੀਮਾਂ ਆਉਂਦੀਆਂ ਨੇ, ਇਹਦੇ ਅੰਡਰ ਹੀ ਤੁਹਾਡਾ ਜਿਹੜਾ ਉਹ ਨੈਸ਼ਨਲ ਹੈਲਥ ਮਿਸ਼ਨ ਆ ਜਾਂਦਾ ਹੈ, ਇਹਦੇ ਅੰਡਰ ਹੀ ਤੁਹਾਡਾ ਨਿਊਟ੍ਰੀਸ਼ਨ ਮਿਸ਼ਨ ਆ ਜਾਂਦਾ ਹੈ। ਕਹਿਣ ਦਾ ਮਤਲਬ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ, ਇਸੇ ਸਕੀਮ ਦੇ ਅਧੀਨ ਕਰਦੀ ਹੈ। ਇਹ ਸਕੀਮ ਹੈ ਕੀ ਹੈ ਵੀ ਬਾਅਦ ਚ ਪੜਾਂਗੇ ਆਪਾਂ, ਪੜ੍ਹਦੇ ਇਹਦੇ ਅੰਡਰ ਹੁੰਦਾ ਕੀ ਹੈ। ਕਹਿੰਦੇ 0 ਤੋਂ ਲੈ ਕੇ 6 ਸਾਲ ਦੀ ਉਮਰ, ਠੀਕ ਹੈ ਜੀ। ਹੁਣ ਜਿਹੜੇ ਬੱਚੇ ਬੇਸਿਕਲੀ ਵੈਸੇ ਤੁਹਾਨੂੰ ਮੈਂ ਦੱਸਿਆ 0 ਤੋਂ ਲੈ ਕੇ 8 ਸਾਲ ਦੇ ਬੱਚਿਆਂ ਨੂੰ ਕਵਰ ਕਰਦੇ ਆ, ਬਟ ਮੈਂ ਜਿਹੜੀ ਆਹ ਸਕੀਮ ਦੀ ਗੱਲ ਕਰ ਰਿਹਾ ICDS ਦੀ, ਉਹਦੇ ਵਿੱਚ 0 ਤੋਂ ਲੈ ਕੇ 6 ਸਾਲ ਦੀ ਜਿਹੜੀ ਉਮਰ ਹੈਗੀ ਹੈ, ਕਹਿੰਦਾ ਜਿਹੜੇ ਭਾਰਤ ਦੀ ਆਬਾਦੀ ਹੈ 2011 ਦੀ ਜਿਹੜੀ ਸੈਂਸਿਸ ਸੀਗੀ, 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਹੈ, ਉਹਦੇ ਅਕੋਰਡਿੰਗ ਕਹਿ ਰਿਹਾ, ਕਹਿੰਦਾ 158 ਮਿਲੀਅਨ ਬੱਚੇ ਬਣਦੇ ਆ। ਕਹਿੰਦਾ ਇਹ ਬੱਚੇ ਦੇਸ਼ ਦਾ ਬੜਾ ਭਵਿੱਖ ਨੇ, ਕਿਉਂਕਿ ਤੁਹਾਨੂੰ ਪਤਾ ਹੈ ਆਪਾਂ ਕਹਿ ਦਿੰਦੇ ਬੱਚੇ ਨੂੰ ਕਿ ਯਾਰ ਤੂੰ ਆਉਣ ਵਾਲਾ ਭਵਿੱਖ ਹੈ, ਬੱਚੇ ਆ ਦੇਸ਼ ਦਾ ਭਵਿੱਖ ਹੈ। ਕਹਿੰਦਾ ਜਿਹੜੀ ਮਹਿਲਾ ਹੋ ਗਈਆਂ ਤੇ ਬਾਲ ਹੋ ਗਿਆ, ਵਿਕਾਸ ਮੰਤਰਾਲਿਆ ਹੈਗਾ ਜਿਹੜਾ ਆਪਣਾ, ਠੀਕ ਹੈ ਜੀ, ਬਾਲ ਅਤੇ ਸੁਰੱਖਿਆ ਵਾਸਤੇ ਕਈ ਯੋਜਨਾਵਾਂ ਲਾਗੂ ਕਰਦਾ ਰਹਿੰਦਾ। ਸਮੇਂ-ਸਮੇਂ ਤੇ ਸਰਕਾਰ ਕੀ ਕਰਦੀ ਰਹਿੰਦੀ ਹੈ, ਕੋਈ ਨਾ ਕੋਈ ਸਕੀਮ ਲਾਗੂ ਕਰਦੀ ਰਹਿੰਦੀ, ਕਾਹਦੇ ਵਾਸਤੇ, ਜਿਹੜੀਆਂ ਔਰਤਾਂ ਹੁੰਦੀਆਂ ਨੇ ਜਾਂ ਫਿਰ ਬਾਲ ਵਿਕਾਸ ਵਾਸਤੇ। ਹੁਣ ਉਹ ਇਹੀ ਸਕੀਮ ਉਹਦੇ ਅੰਡਰ ਹੀ ਆਉਂਦੀ ਹੈ ICDS। ਹੁਣ ICDS ਦੇ ਵਿੱਚ ਕੀ ਹੈ ਬੇਸਿਕਲੀ ਰਾਜੇ, ਇਸ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਸੀ ਇਹ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਗਈ ਸੀਗੀ, ਜਿਹਦੇ ਵਿੱਚ ਇਹ ਸਕੀਮ ਦੇ ਅਧੀਨ ਕੀਤਾ ਕੀ ਗਿਆ, ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਰਾਜੇ, ਜਿਹਦੇ ਵਿੱਚ ਆਪਾਂ ਬਚਪਨ ਦੀ ਦੇਖਭਾਲ, ਤੁਹਾਨੂੰ ਮੈਂ ਦੱਸਿਆ ਸੀ ਨਾ, ਅਰਲੀ ਚਾਈਲਡਹੁੱਡ ਐਜੂਕੇਸ਼ਨ ECE, ਇਸ ਸਕੀਮ ਦੇ ਅੰਡਰ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਾਇਮਰੀ ਕਿਹਦੇ ਉੱਪਰ ਫੋਕਸ ਕੀਤਾ, ਬੱਚਿਆਂ ਦੀ ਜਿਹੜੀ ਅਰਲੀ ਚਾਈਲਡਹੁੱਡ ਜਿਹੜੀ ਐਜੂਕੇਸ਼ਨ ਹੋ ਗਈ ਜਾਂ ਡਿਵੈਲਪਮੈਂਟ ਹੋ ਗਈ, ਉਹਦੇ ਉੱਪਰ, ਉਹਨਾਂ ਦੇ ਵਿਕਾਸ ਦੇ ਉੱਪਰ ਕਹਿੰਦਾ ਸਭ ਤੋਂ ਵੱਖਰੇ ਵੱਖਰੇ ਪ੍ਰੋਗਰਾਮ ਕੀ ਕੀਤੇ, ਸ਼ੁਰੂ ਕੀਤੇ, ਜਿਹਦੇ ਵਿੱਚ ICDS ਕੀ ਹੈ, ਇੱਕ ਮਤਲਬ ਉਸ ਪ੍ਰੋਗਰਾਮ ਦੇ ਅਧੀਨ ਹੀ ਆਉਂਦਾ ICDS। ਅੱਗੇ ਆਪਾਂ ਅਗਰ ਗੱਲ ਕਰੀਏ ਸਕੀਮ ਦੀ ਗੱਲ ਕਰੀਏ ਰਾਜੇ, ਇਹਦਾ ਮੇਨ ਉਦੇਸ਼ ਕੀ ਸੀਗਾ, ਇਹ ਸਕੀਮ ਸ਼ੁਰੂ ਕਰਨ ਦਾ ਮੇਨ ਮੋਟਿਵ ਕੀ ਸੀਗਾ, ਕਿ ਜਿਹੜੇ 0 ਤੋਂ ਲੈ ਕੇ 6 ਸਾਲ ਦੀ ਉਮਰ ਦੇ ਜਿਹੜੇ ਬੱਚੇ ਹੈਗੇ ਆ, ਉਹਨਾਂ ਦਾ ਪੋਸ਼ਣ ਜਿਹੜਾ ਸਹੀ ਨਹੀਂ ਹੋ ਰਿਹਾ। ਮੰਨ ਲਓ ਜੇ ਉਹਨਾਂ ਨੂੰ ਖੁਰਾਕ ਪ੍ਰੋਪਰ ਨਹੀਂ ਮਿਲ ਰਹੀ, ਗਵਰਨਮੈਂਟ ਕੋਈ ਆਟਾ ਦਾਲ ਸਕੀਮ ਸ਼ੁਰੂ ਕਰ ਦਿੰਦੀ ਹੈ, ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਕਰਨਾ, ਉਹਨਾਂ ਦੀ ਸਥਿਤੀ ਦੇ ਵਿੱਚ ਸੁਧਾਰ ਕਰਨਾ, ਉਹਨਾਂ ਨੂੰ ਪ੍ਰੋਪਰ ਡਾਈਟ ਪ੍ਰੋਵਾਈਡ ਕਰਵਾਉਣਾ, ਠੀਕ ਹੈ, ਇਹ ਸਰਕਾਰ ਦੀ ਕੀ ਹੈ ਜ਼ਿੰਮੇਵਾਰੀ ਹੈ। ਉਸ ਤੋਂ ਇਲਾਵਾ ਬੱਚੇ ਦੇ ਸਹੀ ਮਨੋਵਿਗਿਆਨਿਕ ਹੋ ਗਿਆ, ਸਰੀਰਕ ਹੋ ਗਿਆ, ਸਮਾਜਿਕ ਵਿਕਾਸ ਦੀ ਨੀਂਹ ਰੱਖਣਾ। ਹੁਣ ਮਨੋਵਿਗਿਆਨਿਕ ਹੋ ਗਿਆ, ਸਰੀਰਕ ਹੋ ਗਿਆ, ਸਰੀਰਕ ਤਾਂ ਦੇਖੋ ਉਹਨੂੰ ਖੁਰਾਕ ਪ੍ਰੋਪਰ ਮਿਲ ਰਹੀ ਹੈ ਤਾਂ ਪ੍ਰੋਪਰ ਉਹਦੇ ਵਿਕਾਸ ਹੋ ਰਿਹਾ। ਮਨੋਵਿਗਿਆਨਿਕ ਹੋ ਗਿਆ ਕਿ ਪ੍ਰੋਪਰ ਬੱਚਾ ਸਿੱਖ ਰਿਹਾ ਕਿਵੇਂ, ਮਤਲਬ ਜਿਵੇਂ ਪ੍ਰੀ ਪ੍ਰਾਇਮਰੀ ਹੋ ਗਏ, ਆਂਗਣਵਾੜੀ ਹੋ ਗਏ, ਕ੍ਰੈਚ ਹੋ ਗਏ, ਜਾਂ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ ਹੋ ਗਏ, ਜਿਵੇਂ LKG UKG ਦੇ ਵਿੱਚ ਕਿਵੇਂ ਉਹ ਬੈਠ ਰਿਹਾ, ਕਿਵੇਂ ਖਾ ਰਿਹਾ, ਕਿਵੇਂ ਸੋ ਰਿਹਾ, ਜਿਵੇਂ ਜੋ ਮਰਜ਼ੀ ਮਤਲਬ ਜੋ ਬੇਸਿਕ ਐਟੀਕੇਟ ਆਪਾਂ ਸਿਖਾਏ ਜਾਂਦੇ ਆ। ਇਸ ਤੋਂ ਇਲਾਵਾ ਕਹਿੰਦੇ ਜੀ ਮੌਤ ਦਰ ਹੋ ਗਿਆ, ਰੋਗ ਹੋ ਗਏ, ਕੁਪੋਸ਼ਣ ਹੋ ਗਏ, ਸਕੂਲ ਛੱਡਣ ਦੀਆਂ ਘਟਨਾਵਾਂ ਨੂੰ ਘਟਾਉਣ ਵਾਸਤੇ। ਹੁਣ ਕਈ ਬੱਚੇ ਸਕੂਲ ਛੱਡ ਦਿੰਦੇ ਆ, ਮੌਤ ਹੋ ਜਾਂਦੀ ਹੈ, ਬੱਚੇ ਨੂੰ ਪ੍ਰੋਪਰ ਡਾਈਟ ਨਹੀਂ ਮਿਲਦੀ, ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ, ਕਈ ਉਹਨਾਂ ਨੂੰ ਰੋਗ ਲੱਗ ਜਾਂਦੇ ਆ, ਜੇ ਉਹ ਦਵਾਈ ਨਹੀਂ ਲੈ ਸਕਦੇ, ਉਹਨਾਂ ਦੀ ਸਮਰੱਥਾ ਨਹੀਂ ਹੈ ਦਵਾਈ ਲੈਣ ਦੀ, ਮਾਪੇ ਕੀ ਨੇ ਬਹੁਤ ਗਰੀਬ ਨੇ, ਸਕੂਲ ਛੱਡ ਦਿੰਦੇ ਆ, ਮਜ਼ਦੂਰੀ ਕਰਨਾ ਸ਼ੁਰੂ ਕਰ ਦਿੰਦੇ ਆ। ਅਜਿਹੀਆਂ ਘਟਨਾਵਾਂ ਨੂੰ ਮਤਲਬ ਘਟਾਉਣ ਵਾਸਤੇ, ਬੰਦ ਕਰਨ ਵਾਸਤੇ ਸਕੀਮਾਂ ਆਈਆਂ ਸੀ ICDS ਦੇ ਅਧੀਨ। ਇਹਦਾ ਮਤਲਬ ਕੀ ਮੇਨ ਮਕਸਦ ਹੈ, ਬਾਲ ਵਿਕਾਸ ਨੂੰ ਉਤਸ਼ਾਹਿਤ ਕਰਨਾ, ਵੱਖਰੇ ਵੱਖਰੇ ਵਿਭਾਗਾਂ ਦੇ ਵਿਚਕਾਰ ਨੀਤੀ ਅਤੇ ਲਾਗੂ ਕਰਨੀ। ਹੁਣ ਇਹਦੇ ਵਿੱਚ ਕੀ ਹੈ ਕਿ ਵੱਖਰੇ ਵੱਖਰੇ ਦੇਖੋ ਮੇਨ ਡਿਪਾਰਟਮੈਂਟ ਤਾਂ ਕੀ ਹੈ, ਵੂਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਹੈ, ਪਰ ਇਹਦੇ ਅੰਡਰ ਕੀ ਆ ਜਾਂਦੇ ਆ, ਵੱਖਰੇ ਵੱਖਰੇ ਡਿਪਾਰਟਮੈਂਟ ਆ ਜਾਂਦੇ। ਹੁਣ ਦੇਖੋ ਮਿਡ ਡੇ ਮੀਲ ਜਿਹੜੀ ਸਕੀਮ ਹੈਗੀ ਰਾਜੋ, ਉਹ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਸਕੀਮ ਹੈ, ਪਰ ਉਹ ਆਉਂਦੀ ਤਾਂ ਇਹੀ ਹੈ ਨਾ ਬੱਚਿਆਂ ਦੇ ਵਿਕਾਸ ਵਾਸਤੇ ਹੀ ਹੈ।
ਤੇ ਜਿਹੜੇ ਆਪਸ ਵਿੱਚ ਜਿਹੜੇ ਡਿਪਾਰਟਮੈਂਟ ਹੋਣਗੇ ਉਹਨਾਂ ਦਾ ਤਾਲਮੇਲ ਨੂੰ ਕੀ ਕਰਨਾ, ਸੰਬੰਧਿਤ ਸਥਾਪਿਤ ਕਰਨਾ, ਇਹ ਵੀ ਸਕੀਮ ਦਾ ਕੀ ਹੈ, ਇੱਕ ਮੋਟਿਵ ਹੈ, ਮੇਨ ਗੋਲ ਹੈ। ਤਾਂ ਇਹ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਰਾਜੇ, ਇਹਨੂੰ ਪੜ੍ਹ ਸਕਦੇ ਹੋ ਤੁਸੀਂ। ਹੁਣ ਨੈਕਸਟ ਕੀ ਹੈ ਰਾਜੇ, ਇਹ ਸਰਵਿਸ ਦੇ ਅੰਡਰ ਆਉਂਦਾ ਕੀ ਹੈ ਰਾਜੇ, ਆ ਦੇਖੋ ਇਹ ਸਰਵਿਸ ਦੇ ਅੰਡਰ ਆਪਾਂ ਕੀ ਚੀਜ਼ਾਂ ਇਨਕਲੂਡ ਕਰਦੇ ਆ, ਮੈਂ ਪੰਜਾਬੀ ਚ ਪੜਾਉਣਾ ਤੁਹਾਨੂੰ। ਇਹਦੇ ਅੰਡਰ ਆਉਂਦਾ ਕੀ ਹੈ। ਸਭ ਤੋਂ ਪਹਿਲੇ ਜਿਹੜੀ ਸਕੀਮ ਦੇ ਅੰਡਰ ਆਉਂਦਾ ਕੀ ਹੈ ਰਾਜੇ, ਤੁਹਾਡਾ ਪੂਰਕ ਪੋਸ਼ਣ। ਕਹਿਣ ਦਾ ਮਤਲਬ ਤੁਹਾਨੂੰ ਸਕੂਲਾਂ ਵਿੱਚ ਡਾਈਟ ਦਿੱਤੀ ਜਾਂਦੀ ਹੈ, ਤੁਹਾਨੂੰ ਸਕੂਲਾਂ ਵਿੱਚ ਖਾਣਾ ਦਿੱਤਾ ਜਾਂਦਾ ਹੈ। ਹੁਣ ਪਿੱਛੇ ਜੇ ਝਾਰਖੰਡ ਸਰਕਾਰ ਨੇ ਨਾ ਇੱਕ ਨਵੀਂ ਸਕੀਮ ਸ਼ੁਰੂ ਕੀਤੀ, ਜਿਵੇਂ ਆਪਣੇ ਤਾਂ ਮਿਡ ਡੇ ਮੀਲ ਮਿਲਦਾ, ਸਵੇਰ ਦਾ ਖਾਣਾ ਮਿਲਦਾ ਜਾਂ ਦੁਪਹਿਰ ਦਾ ਖਾਣਾ ਮਿਲਦਾ, ਉੱਥੇ ਸਵੇਰ ਦਾ ਬ੍ਰੇਕਫਾਸਟ ਤੇ ਦੁਪਹਿਰ ਦਾ ਖਾਣਾ ਵੀ ਮਿਲਦਾ ਹੈ। ਕਹਿਣ ਦਾ ਮਤਲਬ ਬੱਚੇ ਨੂੰ ਬੇਸਿਕ ਡਾਈਟ ਦਿੱਤੀ ਜਾਂਦੀ ਸਕੂਲਾਂ ਦੇ ਵਿੱਚ। ਪ੍ਰੀ ਸਕੂਲ ਸਿੱਖਿਆ ਰਾਜੇ, ਤੁਹਾਡੀ ਅਰਲੀ ਐਜੂਕੇਸ਼ਨ ਜਿਹੜੀ ਤੁਹਾਡੀ ਸਕੂਲਾਂ ਵਿੱਚ ਮਿਲਦੀ ਹੈ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਪ੍ਰੈਪ 1 ਪ੍ਰੈਪ 2 ਕਹਿ ਦਿੰਦੇ ਆ। ਪੋਸ਼ਣ ਅਤੇ ਸਿਹਤ ਸਿੱਖਿਆ ਹੋ ਗਈ, ਟੀਕਾਕਰਨ ਹੋ ਗਿਆ, ਜਿਹੜੇ ਬੇਸਿਕ ਟੀਕੇ ਹੁੰਦੇ ਆ ਤੁਹਾਨੂੰ ਫ੍ਰੀ ਲਾਏ ਜਾਂਦੇ ਆ ਰਾਜੇ, ਠੀਕ ਹੈ। ਤੁਹਾਨੂੰ ਪਤਾ ਹੀ ਆ ਘਰਾਂ ਵਿੱਚ ਵੀ ਟੀਕੇ ਲਾਉਣ ਆਉਂਦੇ ਹੁੰਦੇ ਆ, ਠੀਕ ਹੈ। ਤੇ ਸਾਰਾ ਕੁਝ ਕੀ ਹੈ ਰਾਜੇ, ਥੋੜਾ ਆਂਗਣਵਾੜੀ ਦੇ ਵਿੱਚ ਟੀਕੇ ਲੱਗਦੇ ਇਹ। ਤਾਂ ਇਹ ਚੀਜ਼ਾਂ ਸਾਰੀਆਂ ਕਿਹਦੇ ਅੰਡਰ ਆਉਣਗੀਆਂ ਰਾਜੇ, ICDS ਦੇ ਅੰਡਰ ਆਉਣਗੀਆਂ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਸਿਹਤ ਦੀ ਜਾਂਚ ਕਰਨਾ ਸਮੇਂ-ਸਮੇਂ ਤੇ, ਤੁਹਾਨੂੰ ਪਤਾ ਚੈੱਕਅਪ ਵਾਸਤੇ ਘਰੇ ਆਉਂਦੀ ਟੀਮ, ਪੋਲੀਓ ਦੀ ਬੂੰਦਾਂ ਪਿਆਉਣ ਆਉਂਦੇ ਤੁਹਾਡੇ ਘਰੇ। ਤਾਂ ਇਹ ਸਾਰਾ ਕੁਝ ਇਸ ਸਕੀਮਾਂ ਦੇ ਅੰਡਰ ਆਉਂਦਾ ਹੈ। ਇਹਦੇ ਵਿੱਚ ਸਾਰਾ ਤੁਹਾਡਾ ਜਿਹੜਾ ਚਾਈਲਡ ਡਿਵੈਲਪਮੈਂਟ ਹੋ ਗਈ, ਤੁਹਾਡੀ ਵੂਮਨ ਡਿਵੈਲਪਮੈਂਟ ਹੋ ਗਈ, ਉਹ ਸਾਰੇ ਹੀ ਆਉਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਅੰਡਰ ਹੋਰ ਕੀ ਆਉਂਦਾ ਰਾਜੇ। ਸਭ ਤੋਂ ਪਹਿਲੀ ਗੱਲ ਆਪਾਂ ਗੱਲ ਕਰਦੇ ਹਾਂ ਰਿਲੇਸ਼ਨਸ਼ਿਪ, ਦਾ ਫਾਊਂਡੇਸ਼ਨ ਆਫ ਦਾ ਚਾਈਲਡ ਡਿਵੈਲਪਮੈਂਟ। ਹੁਣ ਰਿਲੇਸ਼ਨਸ਼ਿਪ, ਜਿਹੜੇ ਰਿਸ਼ਤੇ ਹੁੰਦੇ ਰਾਜੇ, ਉਹ ਜਿਹੜੇ ਬੱਚੇ ਦੇ ਵਿਕਾਸ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਆ। ਉਹ ਚਾਹੇ ਰਿਸ਼ਤਾ ਹੋਵੇ ਮਾਂ-ਬਾਪ ਦਾ ਹੋਵੇ, ਭੈਣ ਭਰਾ ਦਾ ਹੋਵੇ, ਚਾਚੇ ਤਾਇਆਂ ਦਾ ਹੋਵੇ, ਭੂਆ ਦਾ ਹੋਵੇ, ਫੁੱਫੜ ਦਾ ਹੋਵੇ। ਕਹਿਣ ਦਾ ਮਤਲਬ ਜਿਹੜੀ ਪਹਿਲਾ ਜਿਹੜਾ ਬੇਸਿਕ ਬਿਲਡਿੰਗ ਬਲੌਕ ਹੈਗਾ ਚਾਈਲਡ ਡਿਵੈਲਪਮੈਂਟ ਦੇ ਵਿੱਚ, ਉਹ ਕੀ ਆਪਣੇ ਰਿਲੇਸ਼ਨਸ਼ਿਪ ਹੈ। ਕਹਿੰਦਾ ਜੀ ਬੱਚਿਆਂ ਦੇ ਰਿਸ਼ਤੇ ਉਹਨਾਂ ਦੇ ਵਿਕਾਸ ਦੇ ਸਾਰੇ ਖੇਤਰਾਂ ਤੇ ਪੜਾਵਾਂ ਨੂੰ ਪ੍ਰਭਾਵਿਤ ਕਰਦੇ ਆ। ਹੁਣ ਰਿਸ਼ਤੇ ਕਿਹੜੇ, ਬੱਚਿਆਂ ਦੇ ਰਿਸ਼ਤੇ ਕਿਹੜੇ, ਮਾਂ-ਬਾਪ ਦਾ ਰਿਸ਼ਤਾ, ਭੈਣ ਭਾਈਆਂ ਦਾ ਰਿਸ਼ਤਾ, ਠੀਕ ਹੈ ਜੀ। ਅਸਲ ਵਿੱਚ ਰਿਸ਼ਤੇ ਬੱਚੇ ਦੇ ਵਿਕਾਸ ਦੀ ਕੀ ਹੁੰਦੇ ਆ, ਨੀਂਹ ਹੁੰਦੇ ਆ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ, ਮੰਨ ਲਓ ਰੱਬ ਨਾ ਕਰੇ ਕਿਸੇ ਦੇ ਮਾਂ-ਬਾਪ ਲੜਦੇ ਆ, ਉਹ ਬੱਚੇ ਦੇ ਮਨ 'ਚ ਡਰ ਪੈਦਾ ਹੋ ਜਾਂਦਾ, ਬੱਚਾ ਥੋੜਾ ਜਿਹਾ ਸਹਿਮਿਆ ਰਹੂਗਾ, ਡਰਿਆ ਰਹੂਗਾ। ਬੱਚੇ ਦੇ ਮਾਂ-ਬਾਪ ਬਹੁਤ ਵਧੀਆ ਰਹਿੰਦੇ ਆ, ਆਪਸ ਵਿੱਚ ਵਧੀਆ ਗੱਲਬਾਤ, ਉਹਨਾਂ ਦੀ ਅੰਡਰਸਟੈਂਡਿੰਗ ਵਧੀਆ, ਬੱਚਾ ਵੀ ਵਧੀਆ ਹੋਊਗਾ। ਤਾਂ ਕਹਿਣ ਦਾ ਮਤਲਬ ਰਿਸ਼ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਆ। ਇਸ ਤੋਂ ਇਲਾਵਾ ਕਹਿੰਦਾ ਜੀ ਰਿਸ਼ਤਿਆਂ ਦੇ ਰਾਹੀਂ ਤੁਹਾਡਾ ਬੱਚਾ ਕੀ ਸਿੱਖਦਾ ਰਾਜੇ, ਸੰਸਾਰ ਬਾਰੇ ਮਹੱਤਵਪੂਰਨ ਜਾਣਕਾਰੀ ਸਿੱਖਦਾ ਹੈ, ਕਿ ਕਿਵੇਂ ਕਿਸੇ ਨਾਲ ਵਰਤਣਾ ਹੈ, ਕਿਵੇਂ ਕਿਸੇ ਨਾਲ ਬੋਲਣਾ ਹੈ, ਕਿਵੇਂ ਕਿਸੇ ਨਾਲ ਬੈਠ ਕੇ ਖਾਣਾ ਹੈ। ਇਹ ਸਾਰਾ ਕੁਝ ਰਿਸ਼ਤਿਆਂ ਦੇ ਵਿੱਚ ਹੀ ਸਿੱਖਦਾ ਨਾ, ਕਿਉਂਕਿ ਬੱਚਾ ਜੰਮਦਾ ਤਾਂ ਸਕੂਲ ਨਹੀਂ ਜਾਣ ਲੱਗਦਾ। ਬੇਸਿਕ ਐਜੂਕੇਸ਼ਨ ਕਿਹਦੀ ਮਿਲਦੀ ਹੈ, ਉਹਦੀ ਮਾਂ ਤੋਂ ਹੀ ਮਿਲਦੀ ਹੈ। ਉਹਦੀ ਮਾਂ ਅਸਲੀ ਗੁਰੂ ਹੁੰਦੀ ਹੈ ਬੱਚੇ ਦੀ। ਉਦਾਹਰਨ ਲਈ ਕਹਿੰਦਾ ਤੁਹਾਡਾ ਬੱਚਾ ਸਿੱਖਦਾ ਹੈ ਕਿ ਸੰਸਾਰਿਕ ਸੁਰੱਖਿਆ, ਸੰਸਾਰਿਕ ਸੁਰੱਖਿਆ ਦਾ ਮਤਲਬ ਕੀ ਹੈ। ਹੁਣ ਜਿਵੇਂ ਕੁੜੀਆਂ ਵਿਚਾਰੀਆਂ ਸੇਫ ਨਹੀਂ ਹੈਗੀਆਂ, ਜੇ ਮੰਨ ਲਓ ਕੁੜੀ ਕਈ ਵਾਰੀ ਤੁਸੀਂ ਰੱਬ ਨਾ ਕਰੇ ਬਹੁਤ ਮਤਲਬ ਕਲਯੁਗੀ ਹੈ, ਆਪਾਂ ਸੁਣਦੇ ਹਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਇੱਕ ਪਿਓ ਨੇ ਆਪਣੀ ਕੁੜੀ ਦਾ ਬਲਾਤਕਾਰ ਕਰਤਾ, ਜਾਂ ਫਲਾਨੀ ਬਹੁਤ ਘਟੀਆ ਆਪਾਂ ਖਬਰਾਂ ਸੁਣਦੇ ਹਾਂ। ਕਿ ਉਹ ਜੇ ਬੱਚਾ ਘਰ ਦੇ ਵਿੱਚ ਹੀ ਸੇਫ ਨਹੀਂ ਹੈਗਾ, ਫਿਰ ਉਹ ਕਿੱਥੇ ਸੇਫ ਹੋਊਗਾ। ਤਾਂ ਇਹਦੀ ਉਦਾਹਰਨ ਇਹੀ ਕਹਿੰਦਾ, ਜੇ ਤੁਹਾਡੇ ਜਿਹੜੇ ਰਿਸ਼ਤੇ ਹੈਗੇ ਉਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੇ ਆ। ਜੋ ਤੁਹਾਨੂੰ ਘਰ ਦੇ ਵਿੱਚ ਹੀ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਤਾਂ ਫਿਰ ਉਹ ਬੱਚਾ ਕਦੇ ਵੀ ਵਧੀਆ ਡਿਵੈਲਪ ਨਹੀਂ ਹੋ ਸਕੂਗਾ, ਬੱਚੇ ਦਾ ਦਿਮਾਗ ਵਿਕਸਿਤ ਨਹੀਂ ਹੋ ਸਕੂਗਾ। ਤਾਂ ਉਹਦੀ ਸੰਸਾਰਿਕ ਸੁਰੱਖਿਅਤਾ ਹੋ ਗਈ, ਜਿਵੇਂ ਕਿ ਕੌਣ ਉਸਨੂੰ ਪਿਆਰ ਕਰਦਾ ਹੈ, ਕੌਣ ਉਹਦੀ ਕੇਅਰ ਕਰਦਾ ਜਦੋਂ ਰੋਂਦਾ ਹੈ, ਕੌਣ ਉਹਦੀ ਕੇਅਰ ਕਰਦੇ ਜਦੋਂ ਹੱਸਦਾ ਹੈ, ਜਾਂ ਹੋਰ ਬਹੁਤ ਕੁਝ ਚੀਜ਼ਾਂ ਇਨਕਲੂਡਡ ਹੈ ਇਹਦੇ ਵਿੱਚ। ਤਾਂ ਕਹਿਣ ਦਾ ਮਤਲਬ ਇੱਕ ਬੇਸਿਕ ਬਿਲਡਿੰਗ ਬਲੌਕ ਕੀ ਹੈ, ਆਪਣੇ ਰਿਸ਼ਤੇ ਬਿਲਡਿੰਗ ਬਲੌਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਮੈਂ ਲਿਖਤਾ। ਇਸ ਤੋਂ ਇਲਾਵਾ ਕਹਿੰਦਾ ਜੀ ਤੁਹਾਡਾ ਬੱਚਾ ਦੂਜੇ ਲੋਕਾਂ ਨੂੰ ਸੰਬੰਧ ਨੂੰ ਦੇਖ ਕੇ ਵੀ ਸਿੱਖਦਾ ਹੈ। ਉਦਾਹਰਨ ਲਈ ਇਹ ਦੇਖਦਾ ਤੁਸੀਂ ਦੂਜੇ ਪਰਿਵਾਰ ਦੇ ਮੈਂਬਰਾਂ ਨਾਲ ਕਿਵੇਂ ਦਾ ਵਿਵਹਾਰ ਕਰਦੇ ਹੋ। ਹੁਣ ਕਈ ਲੋਕ ਕੀ ਕਰਦੇ ਆ, ਮੈਂ ਇਹ ਚੀਜ਼ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਆਪਣੇ ਮਾਂ-ਬਾਪ ਨੂੰ ਬਹੁਤ ਮਾੜਾ ਬੋਲਦੇ ਆਪਣੇ ਬੱਚੇ ਸਾਹਮਣੇ। ਉਹ ਵੀ ਬਹੁਤ ਮਾੜੀ ਗੱਲ ਹੈ, ਕਿਉਂਕਿ ਕੱਲ ਨੂੰ ਤੁਸੀਂ ਵੀ ਬੁੱਢੇ ਹੋਣਾ, ਤੁਹਾਨੂੰ ਵੀ ਤੁਹਾਡਾ ਬੱਚਾ ਉਵੇਂ ਹੀ ਬੋਲੂਗਾ ਜਿਵੇਂ ਤੁਸੀਂ ਆਪਣੇ ਮਾਂ-ਬਾਪ ਨੂੰ ਬੋਲਦੇ ਆ। ਜੇ ਤੁਸੀਂ ਆਪਣੇ ਮਾਂ-ਬਾਪ ਦੀ ਕਦਰ ਕਰਦੇ ਹੋ, ਕੱਲ ਨੂੰ ਬੱਚਾ ਵੀ ਕਦਰ ਕਰੂਗਾ। ਤਾਂ ਬੱਚਾ ਤੁਹਾਡੇ ਤੋਂ ਬਹੁਤ ਕੁਝ ਸਿੱਖਦਾ ਹੈ। ਤੁਸੀਂ ਦੂਜੇ ਮੈਂਬਰਾਂ ਨਾਲ ਕਿਵੇਂ ਦਾ ਵਿਵਹਾਰ ਕਰਦੇ ਹੋ ਘਰ ਦੇ ਵਿੱਚ, ਕਿਵੇਂ ਉਹਨਾਂ ਨਾਲ ਬੋਲਦੇ ਹੋ, ਕਿਵੇਂ ਉਹਨਾਂ ਨਾਲ ਖਾਂਦੇ ਹੋ, ਕੀ ਪੀਂਦੇ ਹੋ, ਕਿਵੇਂ ਸ਼ੇਅਰਿੰਗ ਕਰਦੇ ਹੋ, ਇਹ ਬੱਚਾ ਤੁਹਾਡੇ ਤੋਂ ਸਿੱਖੂਗਾ। ਕਹਿੰਦਾ ਜੀ ਇਹ ਸਿੱਖਿਆ ਤੁਹਾਡੇ ਬੱਚੇ ਦੇ ਸੰਚਾਰ ਵਾਸਤੇ, ਵਿਵਹਾਰ ਵਾਸਤੇ, ਸਮਾਜਿਕ ਅਤੇ ਹੋਰ ਹੁਨਰਾਂ ਦੇ ਵਿਕਾਸ ਦੇ ਵਾਸਤੇ ਇੱਕ ਨੀਂਹ ਦਾ ਕੰਮ ਕਰਦੀ ਹੈ। ਤੁਹਾਡੇ ਨਾਲ ਤੁਹਾਡੇ ਬੱਚੇ ਦਾ ਰਿਸ਼ਤਾ ਉਹਨਾਂ ਜੀਵਨ ਦੇ ਸਭ ਤੋਂ ਵਿੱਚ ਮਹੱਤਵਪੂਰਨ ਰਿਸ਼ਤਿਆਂ ਵਿੱਚੋਂ ਇੱਕ ਹੈ। ਸਭ ਤੋਂ ਵੱਡਾ ਰਿਸ਼ਤਾ ਕਿਹਦਾ, ਮਾਂ-ਬਾਪ ਦਾ ਰਿਸ਼ਤਾ ਭਾਈ, ਠੀਕ ਹੈ ਜੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਸੈਕੰਡ ਆ ਜਾਂਦਾ ਜੀ ਪਲੇ, ਠੀਕ ਹੈ, ਖੇਡਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪਹਿਲਾ ਕੀ ਆ ਗਿਆ ਰਿਲੇਸ਼ਨਸ਼ਿਪ, ਸੈਕੰਡ ਆ ਗਿਆ ਖੇਡਾਂ। ਹਾਊ ਚਾਈਲਡ ਡਿਵੈਲਪਮੈਂਟ ਐਂਡ ਲਰਨਿੰਗ ਹੈਪਨ। ਤਾਂ ਖੇਡਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਰਾਜੇ। ਸ਼ੁਰੂਆਤੀ ਸਾਲਾਂ ਦੇ ਵਿੱਚ ਕਹਿੰਦਾ ਖੇਡ ਬੱਚਿਆਂ ਦੇ ਸਿੱਖਣ ਅਤੇ ਵਿਕਾਸ ਦਾ ਮੁੱਖ ਤਰੀਕਾ ਹੈ। ਹੁਣ ਦੂਜਾ ਕੀ ਹੈ, ਤੁਹਾਨੂੰ ਪਤਾ ਬੱਚਿਆਂ ਨੂੰ ਖੇਡਣਾ ਬਹੁਤ ਪਸੰਦ ਹੁੰਦਾ ਹੈ। ਤਾਂ ਖੇਡ ਦੇ ਵਿੱਚ ਬੱਚਾ ਬਹੁਤ ਕੁਝ ਸਿੱਖਦਾ ਹੈ, ਬਹੁਤ ਕੁਝ ਉਹਦਾ ਵਿਕਾਸ ਹੁੰਦਾ, ਦਿਮਾਗ ਦਾ ਵੀ, ਸਰੀਰ ਦਾ ਵੀ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਕਹਿੰਦਾ ਜੀ ਖੇਡਣ ਲਈ ਖੇਡਾਂ ਤੁਹਾਡੇ ਬੱਚੇ ਲਈ ਬਹੁਤ ਮਜ਼ੇਦਾਰ ਹੁੰਦੀਆਂ। ਇਸ ਵਿੱਚ ਤੁਹਾਡੇ ਬੱਚੇ ਨੂੰ ਸਮੱਸਿਆ ਦੀ ਪੜਚੋਲ ਕਰਨੀ, ਪ੍ਰਯੋਗ ਕਰਨਾ, ਹੱਲ ਕਰਨ ਦੇ ਮੌਕੇ ਵੀ ਮਿਲਦੇ ਆ। ਹੁਣ ਮੰਨ ਲਓ ਕੋਈ ਬੱਚਾ 4 ਬੱਚਿਆਂ ਨਾਲ ਖੇਡ ਰਿਹਾ, ਉਹ ਦਿਮਾਗ ਵੀ ਲੜਾਊਗਾ ਜਿੱਤਣ ਵਾਸਤੇ, ਉਹਨਾਂ ਨਾਲ ਭਾਈਚਾਰਾ ਵੀ ਕਾਇਮ ਕਰੂਗਾ। ਜੇ ਕੋਈ ਮੰਨ ਲਓ ਕੋਈ ਪ੍ਰੋਬਲਮ ਆਊਗੀ ਉਹਨੂੰ ਸੋਲਵ ਵੀ ਕਰੂਗਾ। ਕਹਿਣ ਦਾ ਮਤਲਬ ਖੇਡਾਂ ਕੀ ਕਰਦੀਆਂ, ਇੱਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੀਆਂ। ਕਹਿੰਦਾ ਜੀ ਅਜਿਹਾ ਬੱਚਾ ਜਾਂ ਤੁਹਾਡੇ ਬੱਚੇ ਨੂੰ ਅਜਿਹਾ ਕਰਨ ਲਈ ਤੁਹਾਡੇ ਸਮਰਥਨ ਦੀ
ਤੇ ਉਤਸ਼ਾਹ ਦੀ ਲੋੜ ਹੁੰਦੀ ਹੈ। ਹੁਣ ਆਪਾਂ ਕਈ ਵਾਰ ਟਾਈਮ ਨਹੀਂ ਦੇ ਪਾਉਂਦੇ ਬੱਚੇ ਨੂੰ, ਜਿਵੇਂ ਪੁਰਾਣੇ ਟਾਈਮ ਤੇ ਕੀ ਸੀ, ਖੇਡਾਂ ਬਹੁਤ ਹੁੰਦੀਆਂ ਸੀ, ਫਿਜ਼ੀਕਲ ਖੇਡਾਂ। ਅੱਜ ਕੱਲ੍ਹ ਕੀ ਆ, ਗੇਮਾਂ ਆ ਗਈਆਂ, ਮੋਬਾਈਲ ਦੇਤਾ ਬਸ ਬੱਚੇ ਨੂੰ 10 ਮਿੰਟ ਫੜਾਤਾ ਵੀ ਮੋਬਾਈਲ ਦੇਖ ਲੈ, ਅਸੀਂ ਹੋਰ ਕੋਈ ਕੰਮ ਕਰ ਲਈਏ। ਇਹ ਚੀਜ਼ ਗਲਤ ਹੈ, ਠੀਕ ਹੈ। ਤਾਂ ਤੁਹਾਡਾ ਮਤਲਬ ਉਤਸ਼ਾਹ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਨੂੰ। ਤੁਹਾਡੇ ਨਾਲ ਖੇਡਣਾ, ਬੋਲਣਾ, ਸੁਣਨਾ, ਗੱਲਬਾਤ ਕਰਨਾ, ਤੁਹਾਡੇ ਨਾਲ ਬਿਤਾਇਆ ਸਮਾਂ ਜਿਹੜਾ ਹੈਗਾ ਬੱਚੇ ਨੂੰ ਕੀ ਕਰਦਾ, ਸਿੱਖਣ ਵਿੱਚ ਬਹੁਤ ਮਦਦ ਕਰਦਾ ਹੈ। ਤਾਂ ਆਪਣੇ ਬੱਚੇ ਨੂੰ ਟਾਈਮ ਦਿਆ ਕਰੋ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਕਹਿੰਦਾ ਜੀ, ਇਹਨਾਂ ਹੁਨਰਾਂ ਦੇ ਵਿੱਚ ਸੰਚਾਰ ਕਰਨਾ, ਸੋਚਣਾ, ਸਮੱਸਿਆ ਨੂੰ ਹੱਲ ਕਰਨਾ, ਹੋਰਾਂ ਲੋਕਾਂ ਨਾਲ, ਬੱਚਿਆਂ ਨਾਲ ਘੁੰਮਣਾ ਰਹਿਣਾ ਸ਼ਾਮਲ ਹੈ। ਕਹਿੰਦਾ ਜੀ ਪਲੇ ਕੀ ਹੈ, ਇੱਕ ਬਹੁਤ ਵਧੀਆ ਰਿਸ਼ਤਾ ਨਿਰਮਾਤਾ ਹੈ। ਰਿਸ਼ਤਾ ਮਤਲਬ ਕਿ ਬਿਲਡਿੰਗ ਬਲੌਕ ਹੈ ਰਿਲੇਸ਼ਨ ਦਾ। ਹੁਣ ਮੰਨ ਲਓ ਬੱਚਾ ਥੋੜਾ ਘਰ ਵਿੱਚ ਬੈਠਾ ਇਕੱਲਾ ਗੇਮਾਂ ਖੇਡੀ ਜਾਂਦਾ ਮੋਬਾਈਲ ਤੇ, ਪਰ ਇੱਕ ਬੱਚਾ ਫਿਜ਼ੀਕਲੀ ਜਾ ਕੇ ਗਰਾਊਂਡ 'ਚ ਖੇਡ ਰਿਹਾ, ਉਹ ਹੋਰਨਾਂ ਬੱਚਿਆਂ ਦੇ ਨਾਲ ਕੀ ਹੋਊਗਾ, ਉਹਦਾ ਰਿਲੇਸ਼ਨ ਬਿਲਡਅਪ ਹੋਊਗਾ, ਉਹਦੇ ਦੋਸਤ ਬਣਨਗੇ, ਉਹ ਬਹੁਤ ਕੁਝ ਸਿੱਖੂਗਾ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਖੇਡਾਂ। ਇਹ ਸੰਦੇਸ਼ ਬੱਚਿਆਂ ਨੂੰ ਇਹ ਜਾਣਨ ਵਿੱਚ ਵੀ ਮਦਦ ਕਰਦਾ ਹੈ ਕਿ ਕੌਣ ਕਿਵੇਂ ਦਾ ਹੈਗਾ, ਸੰਸਾਰ ਕਿੱਥੇ ਉਹਨਾਂ ਨੂੰ ਫਿੱਟ ਕਰਦਾ ਹੈ, ਉਹਨੂੰ ਸੰਸਾਰ ਦੇ ਵਿੱਚ ਰਹਿਣ ਦੀ, ਬੋਲਣ ਦੀ, ਪੜ੍ਹਨ ਦੀ, ਉੱਠਣ ਦੀ ਜਾਚ ਆਉਂਦੀ ਹੈ। ਨੈਕਸਟ ਤੀਜੀ ਹੈਗੀ, ਕਹਿੰਦਾ ਅਦਰ ਥਿੰਗਸ। ਅਦਰ ਥਿੰਗਸ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਰਾਜੇ? ਪਹਿਲਾਂ ਸਿਹਤਮੰਦ ਖਾਣਾ, ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ। ਬੇਸਿਕ ਬਿਲਡਿੰਗ ਬਲੌਕ ਕੀ ਆ ਆਪਣਾ? ਸਰੀਰ। ਜੇ ਸਰੀਰ ਦਾ ਵਿਕਾਸ ਨਹੀਂ ਹੋ ਰਿਹਾ ਰਾਜੇ, ਹੁਣ ਕਈ ਬੱਚਿਆਂ ਦੇ ਕੱਦ ਬਹੁਤ ਛੋਟੇ ਰਹਿ ਜਾਂਦੇ, ਉਹਨਾਂ ਨੂੰ ਪ੍ਰੋਪਰ ਕੀ ਡਾਈਟ ਨਹੀਂ ਮਿਲਦੀ। ਸਿਹਤਮੰਦ ਖਾਣਾ ਜਿਹੜਾ ਹੁੰਦਾ ਰਾਜੇ, ਜਿਹੜਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ। ਇੱਕ ਗਰਭਵਤੀ ਔਰਤ ਹੋ ਗਈ, ਇੱਕ ਬੱਚੇ ਹੋ ਗਏ, ਇਹਨਾਂ ਨੂੰ ਡਾਈਟ ਬਹੁਤ ਵਧੀਆ ਚਾਹੀਦੀ ਹੁੰਦੀ ਹੈ, ਠੀਕ ਹੈ ਜੀ। ਕਹਿੰਦਾ ਸਿਹਤਮੰਦ ਭੋਜਨ ਤੁਹਾਡੇ ਬੱਚੇ ਨੂੰ ਊਰਜਾ ਅਤੇ ਪੌਸ਼ਟਿਕ ਤੱਤ ਦਿੰਦਾ ਹੈ, ਜਿਸ ਦੀ ਉਹਨੂੰ ਵਿਕਾਸ ਕਰਨ ਲਈ ਬਹੁਤ ਲੋੜ ਹੁੰਦੀ ਹੈ। ਕਹਿੰਦਾ ਇਹ ਉਹਨਾਂ ਦੇ ਸਵਾਦ ਦੀ ਭਾਵਨਾ ਨੂੰ ਵਿਕਸਿਤ ਕਰਦਾ ਹੈ। ਹੁਣ ਕਈ ਬੱਚਿਆਂ ਨੂੰ ਕੋਈ ਚੀਜ਼ ਪਸੰਦ ਹੁੰਦੀ ਹੈ, ਕਈਆਂ ਨੂੰ ਨਹੀਂ ਹੁੰਦੀਗੀ, ਠੀਕ ਹੈ। ਆਏ ਨਹੀਂ ਕਿ ਅੱਜ ਕੱਲ੍ਹ ਦੇ ਬੱਚਿਆਂ ਵਾਂਗੂ ਲੇਜ਼ ਖਵਾਤੇ, ਕੁਰਕਰੇ ਖਵਾਤੇ, ਨਹੀਂ। ਖਾਣ ਦਾ ਮਤਲਬ ਇੱਥੇ ਹੈਗਾ ਚੰਗੀ ਡਾਈਟ, ਜਿਹਦੇ ਵਿੱਚ ਪ੍ਰੋਟੀਨ ਹੋਵੇ, ਜਿਵੇਂ ਪਨੀਰ ਖਾ ਲਿਆ ਆਪਾਂ, ਠੀਕ ਹੈ। ਪ੍ਰੋਪਰ ਡਾਈਟ ਦੀ ਗੱਲ ਕਰ ਰਹੇ ਹਾਂ ਆਪਾਂ। ਸ਼ੁਰੂਆਤੀ ਸਾਲਾਂ ਦੇ ਵਿੱਚ ਕਹਿੰਦਾ ਜੀ ਸਿਹਤਮੰਦ ਪਰਿਵਾਰਿਕ ਭੋਜਨ ਅਤੇ ਖਾਣ ਦੇ ਪੈਟਰਨ ਜੀਵਨ ਦੇ ਲਈ ਸਿਹਤਮੰਦ ਖਾਣ ਦੀ ਆਦਤਾਂ ਸਥਾਪਿਤ ਕਰ ਸਕਦੇ ਨੇ। ਕਹਿੰਦਾ ਵੀ ਹੁਣ ਜੇ ਬਚਪਨ ਦੇ ਵਿੱਚ ਕੋਈ ਮਾਂ ਲੇਜ਼ੀ ਫੜਾਈ ਜਾ ਰਹੀ ਹੈ ਬੱਚੇ ਨੂੰ, ਕੁਰਕਰੇ ਫੜਾਈ ਜਾ ਰਹੀ ਹੈ, ਤਾਂ ਅੱਗੇ ਜਾ ਕੇ ਬੱਚਾ ਉਹੀ ਚੀਜ਼ਾਂ ਖਾਊ ਪੀਊਗਾ। ਹੁਣ ਜੇ ਆਪਾਂ ਉਹਨੂੰ ਸਟਾਰਟਿੰਗ ਦੇ ਵਿੱਚ ਕੋਈ ਵਧੀਆ ਖਾਣਾ ਦੇ ਰਹੇ ਹਾਂ, ਉਹਦੀ ਆਦਤ ਵਧੀਆ ਦੇ ਰਹੇ ਹਾਂ, ਵਧੀਆ ਖਾਣਾ ਦੇ ਰਹੇ ਹਾਂ, ਉਹਦੀ ਆਦਤ ਬਣ ਜੂਗੀ। ਅੱਗੇ ਜਾ ਕੇ ਵੀ ਉਹ ਕੀ ਕਰੂਗਾ, ਪੌਸ਼ਟਿਕ ਤੱਤ ਹੀ ਖਾਊਗਾ, ਪੌਸ਼ਟਿਕ ਭੋਜਨ ਹੀ ਖਾਊਗਾ, ਠੀਕ ਹੈ। ਤਾਂ ਇਹ ਆਪਣੇ ਵਾਸਤੇ ਚਾਈਲਡ ਡਿਵੈਲਪਮੈਂਟ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਸਿਹਤਮੰਦ ਖਾਣਾ। ਹੁਣ ਦੂਜਾ ਕੀ ਹੈ ਰਾਜੇ? ਸਰੀਰਕ ਗਤੀਵਿਧੀਆਂ। ਹੁਣ ਬੱਚਾ ਫਿਜ਼ੀਕਲੀ ਕਿੰਨੀ ਕੁ ਐਕਸਰਸਾਈਜ਼ ਕਰਦਾ ਹੈ, ਮੋਬਾਈਲ ਤੇ ਗੇਮਾਂ ਖੇਡਦਾ ਹੈ ਜਾਂ ਫਿਜ਼ੀਕਲੀ ਗੇਮਾਂ ਖੇਡਦਾ ਹੈ? ਸਰੀਰਕ ਤੌਰ ਤੇ ਕਿਰਿਆਸ਼ੀਲ ਹੋਣਾ ਤੁਹਾਡੇ ਬੱਚੇ ਲਈ ਬਹੁਤ ਜ਼ਰੂਰੀ ਹੈ, ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਇਹ ਤੁਹਾਡੇ ਬੱਚੇ ਨੂੰ ਹਿਲਾਉਂਦਾ ਹੈ, ਠੀਕ ਹੈ। ਮੋਟਰ ਹੁਨਰ ਰਹਿਣ ਦਿਓ, ਤੁਹਾਡੇ ਬੱਚੇ ਨੂੰ ਵਿਕਸਿਤ ਕਰਦਾ ਹੈ, ਤੁਹਾਡੇ ਬੱਚੇ ਨੂੰ ਸੋਚਣ ਦੀ ਮਦਦ ਕਰਦਾ ਹੈ, ਦੁਨੀਆ ਦੀ ਪੜਚੋਲ ਕਰਨੀ। ਹੁਣ ਬੱਚਿਆਂ ਨਾਲ ਜਾ ਕੇ ਖੇਡੂਗਾ, ਉਹਨੂੰ ਪਤਾ ਲੱਗ ਜੂ ਕਿਹੜਾ ਬੱਚਾ ਚੰਗਾ, ਕਿਹੜਾ ਮਾੜਾ ਹੈ, ਉਹਨੂੰ ਸਮਝ ਆਊਗੀ ਇਸ ਚੀਜ਼ ਦੀ। ਕਹਿੰਦਾ ਇਹ ਤੁਹਾਡੇ ਬੱਚੇ ਦੇ ਅੰਦਰ ਅਤੇ ਬਾਹਰ ਸਰਗਰਮ ਖੇਡਣ ਲਈ ਬਹੁਤ ਸਾਰੇ ਮੌਕਿਆਂ ਦੀ ਲੋੜ ਹੁੰਦੀ ਹੈ, ਠੀਕ ਹੈ ਜੀ। ਤਾਂ ਸਾਰੀ ਚੀਜ਼ਾਂ ਕੀ ਆ ਜਾਣਗੀਆਂ ਰਾਜੇ? ਚਾਈਲਡ ਡਿਵੈਲਪਮੈਂਟ ਦੇ ਵਿੱਚ ਆ ਜਾਣਗੀਆਂ। ਅੱਗੇ ਸਿਹਤ ਆ ਗਈ, ਤੁਹਾਡੀ ਸਿਹਤ ਵਧੀਆ ਹੋਣੀ ਚਾਹੀਦੀ ਹੈ ਰਾਜੇ। ਹੁਣ ਬਚਪਨ ਦੀ ਜਿਵੇਂ ਛੋਟੀਆਂ ਛੋਟੀਆਂ ਬਿਮਾਰੀਆਂ ਹੁੰਦੀਆਂ, ਜਿਵੇਂ ਜ਼ੁਕਾਮ ਹੋ ਗਿਆ ਬੱਚੇ ਨੂੰ, ਕੰਨ ਦਰਦ ਹੋ ਗਿਆ, ਬੁਖਾਰ ਹੋ ਗਿਆ, ਇਹ ਤਾਂ ਆਮ ਹੁੰਦੀਆਂ ਰਹਿੰਦੀਆਂ, ਇਹਦਾ ਕੋਈ ਪ੍ਰਭਾਵ ਨਹੀਂ ਪੈਂਦਾ ਬੱਚੇ ਤੇ, ਠੀਕ ਹੈ। ਬਟ ਜਿਹੜੀਆਂ ਜਿਵੇਂ ਪੋਲੀਓ ਬਿਮਾਰੀ ਬਹੁਤ ਚੱਲੀ ਸੀ ਪਿੱਛੇ ਜਿਹਦੇ ਵਿੱਚ ਅਪਾਹਜ ਹੋ ਜਾਂਦਾ ਬੱਚਾ, ਜਾਂ ਵਿਕਾਸ ਸੰਬੰਧ ਵਿੱਚ ਦੇਰੀ, ਬੱਚਿਆਂ ਦੇ ਕੱਦ ਨਹੀਂ ਵੱਧਦੇਗੇ, ਇਹ ਬੱਚੇ ਨੂੰ ਕੀ ਕਰ ਸਕਦੇ ਆ? ਪ੍ਰਭਾਵਿਤ ਕਰ ਸਕਦੇ ਆ। ਇਹਨਾਂ ਬਿਮਾਰੀਆਂ ਤੋਂ ਤੁਹਾਨੂੰ ਕੀ ਕਰਨਾ ਪਊਗਾ? ਬੱਚੇ ਨੂੰ ਬਚਾਉਣਾ ਪਊਗਾ। ਉਹ ਬਚਾ ਕਿਵੇਂ ਸਕਦੇ ਆਪਾਂ? ਟੀਕਾਕਰਨ ਕਰਕੇ। ਤਾਂ ਟੀਕਾਕਰਨ ਤੁਹਾਨੂੰ ਪਤਾ ਸਰਕਾਰ ਫ੍ਰੀ ਆਪਾਂ ਨੂੰ ਪ੍ਰੋਵਾਈਡ ਕਰਦੀ ਹੈ ਆਂਗਣਵਾੜੀਆਂ ਦੇ ਵਿੱਚ। ਨੈਕਸਟ ਆਪਣੇ ਕੋਲ ਕੀ ਆ ਜਾਊਗਾ ਰਾਜੇ? ਆਂਢ ਗੁਆਂਢ ਦਾ ਭਾਈਚਾਰਾ। ਤੁਹਾਨੂੰ ਮੈਂ ਦੱਸਿਆ ਵੀ ਬੱਚਾ ਪਹਿਲਾਂ ਤਾਂ ਮਾਂ-ਬਾਪ ਤੋਂ ਸਿੱਖਦਾ ਹੈ, ਫਿਰ ਆਪਣੇ ਪਰਿਵਾਰਕ ਮੈਂਬਰਾਂ ਤੋਂ ਸਿੱਖਦਾ ਹੈ, ਫਿਰ ਆਪਣੇ ਆਂਢ ਗੁਆਂਢਾਂ ਤੋਂ ਸਿੱਖਦਾ ਹੈ। ਆਪਣੇ ਆਂਢ ਗੁਆਂਢ ਕਿਵੇਂ ਦਾ ਮਾਹੌਲ ਹੈਗਾ ਰਾਜੇ? ਤੁਹਾਡੇ ਬੱਚੇ ਦੇ ਵਿਕਾਸ ਨੂੰ ਦੋਸਤ ਅਤੇ ਗਵਾਂਢੀਆਂ ਨਾਲ ਸਕਾਰਾਤਮਕ ਸੰਬੰਧ ਹੋ ਗਏ, ਤੁਹਾਡੇ ਖੇਡ ਮੈਦਾਨ ਹੋ ਗਏ, ਪਾਰਕ ਹੋ ਗਏ, ਦੁਕਾਨਾਂ, ਠੀਕ ਹੈ। ਜਿਵੇਂ ਕੋਈ ਚਾਈਲਡ ਕੇਅਰ ਪਲੇ ਗਰੁੱਪ ਦੇ ਵਿੱਚ ਜਾਂਦਾ, ਉਹ ਸਕੂਲ ਜਾਣ ਲੱਗ ਜਾਂਦਾ, ਉਹਦੇ ਦੋਸਤ ਬਣਦੇ ਆ, ਉੱਥੋਂ ਬਹੁਤ ਚੀਜ਼ਾਂ ਸਿੱਖਦਾ। ਉਹ ਚੀਜ਼ਾਂ ਕੀ ਕਰਦੀਆਂ? ਇੱਕ ਮੇਨ ਰੋਲ ਅਦਾ ਕਰਦੀਆਂ। ਤਾਂ ਇਹ ਸੀਗਾ ਬੇਟੇ ਇੱਕ ਛੋਟਾ ਜਿਹਾ ਮੈਂ ਇੱਕ ਕੋਸ਼ਿਸ਼ ਕੀਤੀ ਅੱਜ ਤੁਹਾਡਾ ਇੰਟਰਸਟ ਪੈਦਾ ਕਰਨ ਦੀ। ਤਾਂ ਹੁਣ ਵੈਸੇ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਕੁਐਸਚਨ ਤੁਹਾਡੇ ਬਣ ਸਕਦੇ ਆ, ਜਿਵੇਂ ECE ਕੀ ਹੁੰਦਾ ਹੈ, IDCS ਕੀ ਹੁੰਦੀਆਂ ਨੇ, ਜਿਹੜੀਆਂ ਮੈਂ ਪੜ੍ਹਾ ਕੇ ਗਿਆ ਸਕੀਮ ਤੁਹਾਡੀਆਂ। ਤਾਂ ਇਸ ਤਰ੍ਹਾਂ ਆਪਾਂ ਨੂੰ ਪੜ੍ਹਨਾ ਪਊਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਆਪਾਂ ਕਹਾਣੀ ਬਣਾ ਕੇ ਪੜਾਂਗੇ, ਆਪਾਂ ਨੂੰ ਯਾਦ ਆਊਗਾ। ਜੇ ਆਪਾਂ ਰੱਟੇ ਮਾਰੀ ਜਾਵਾਂਗੇ ਫਲਾਨੀ ਚੀਜ਼, ਉਹ ਚੀਜ਼ ਯਾਦ ਨਹੀਂ ਹੋਊਗੀ। ਹੁਣ ਅਗਲੀ ਵਾਰੀ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਇਹ ਆਪਣਾ ਫਸਟ ਲੈਕਚਰ ਸੀਗਾ ਰਾਜੇ। ਸੈਕੰਡ ਲੈਕਚਰ ਤੁਹਾਨੂੰ ਕੱਲ ਮਿਲ ਜੂਗਾ ਦੁਪਹਿਰ ਤੱਕ, ਤੇ ਮੈਂ ਰਾਤ ਨੂੰ ਬੈਠ ਕੇ ਤਿਆਰ ਕਰੂੰਗਾ। ਤਾਂ ਪਲੀਜ਼ ਮੈਨੂੰ ਵਾਰ-ਵਾਰ ਮੈਸੇਜ ਨਾ ਕਰਿਓ। ਬਹੁਤ ਬੱਚੇ ਮੈਸੇਜ ਕਰ ਰਹੇ ਰਾਜੇ, ਮੇਰੀ ਵੀ ਜ਼ਿੰਮੇਵਾਰੀ ਆ, ਲੇਕਿਨ 2 ਤੋਂ 4 ਘੰਟੇ ਲੱਗਦੇ ਆ ਮੈਨੂੰ ਲੈਕਚਰ ਬਣਾਉਣ ਵਾਸਤੇ, ਕਿਉਂਕਿ ਮੈਂ ਸਾਰਾ ਖੁਦ ਲਿਖਣਾ ਪੈਂਦਾ, ਟਾਈਪ ਕਰਨਾ ਪੈਂਦਾ, ਫਿਰ ਇਹ ਦੇਖਣਾ ਪੈਂਦਾ ਕਿ ਜਿਹੜੀ ਚੀਜ਼ ਤੁਹਾਡੇ ਐਗਜ਼ਾਮ ਵਾਸਤੇ ਕਿਹੜੀ ਇੰਪੋਰਟੈਂਟ ਹੈ। ਹੁਣ ਇਹ ਤਾਂ ਹੈ ਨਹੀਂ ਫਾਹਾ ਵੱਢ ਨਹੀਂ ਕਰਨਾ ਆਪਾਂ, ਕਾਪੀ ਪੇਸਟ ਕਰਤਾ। ਦੇਖੋ ਮਟੀਰੀਅਲ ਤਾਂ ਬਹੁਤ ਪਿਆ, ਮੈਂ ਕੁਛ ਵੀ ਪੜ੍ਹਾਦਾ ਤੁਹਾਨੂੰ, ਪਰ ਉਹਦਾ ਫਾਇਦਾ ਨਹੀਂ ਹੈਗਾ। ਆਪਾਂ ਪੜ੍ਹਾਉਣਾ ਸਮਾਰਟ ਵੇ। ਕਹਿੰਦੇ ਜੀ ਅੱਜ ਕੱਲ੍ਹ ਹਾਰਡ ਵਰਕ ਦਾ ਜ਼ਮਾਨਾ ਨਹੀਂ ਹੈਗਾ, ਸਮਾਰਟ ਵਰਕ ਦਾ ਜ਼ਮਾਨਾ ਹੈ। ਘੱਟ ਪੜ੍ਹ ਕੇ, ਵਧੀਆ ਕੁਆਲਿਟੀ ਦਾ ਪੜ੍ਹ ਕੇ ਆਪਾਂ ਜ਼ਿਆਦਾ ਨੰਬਰ ਲੈਣੇ ਆ। ਤਾਂ ਚਿੰਤਾ ਨਾ ਕਰੋ, ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਹੈ ਤੁਹਾਨੂੰ ਸਹੀ ਪੜ੍ਹਾਉਣਾ। ਪਰ ਤੁਹਾਡਾ ਕੰਮ ਕੀ ਹੈ? ਕਲਾਸ ਨੂੰ ਲਾਈਕ ਸ਼ੇਅਰ ਕਰਨਾ ਤੁਹਾਡਾ ਕੰਮ ਹੈ, ਠੀਕ ਹੈ। ਵੱਧ ਤੋਂ ਵੱਧ ਸ਼ੇਅਰ ਕਰੋਗੇ, ਮੈਨੂੰ ਵੀ એનર્ਜੀ ਮਿਲੂਗੀ। ਜੇ ਤੁਸੀਂ ਦੇਖੋਗੇ ਉਹ 200-300 ਬੰਦਾ ਦੇਖੋਗੇ, ਮੈਂ ਵੀ એનર્ਜੀ ਡਾਊਨ ਹੋ ਜਾਊਗੀ, ਠੀਕ ਹੈ। ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿੰਨੇ ਤੁਹਾਡੇ ਗਰੁੱਪ ਬਣੇ ਆ।
ਬਿਲਕੁਲ ਫ੍ਰੀ ਆਪਾਂ ਕਰਵਾ ਰਹੇ ਹਾਂ, ਕੋਈ ਪੈਸਾ ਨਹੀਂ ਲੈ ਰਹੇ। ਹਾਂ, ਹਰੇਕ ਚੀਜ਼ ਫ੍ਰੀ ਨਹੀਂ ਹੁੰਦੀ, ਹਰੇਕ ਚੀਜ਼ ਪੇਡ ਨਹੀਂ ਹੁੰਦੀ। ਥਿਊਰੀ ਫ੍ਰੀ ਮਿਲੂਗੀ, ਨੋਟਸ ਪੇਡ ਦੇ ਵਿੱਚ ਮਿਲਣਗੇ, ਪਰ ਪੇਡ ਦੇ ਵਿੱਚ ਜਿਹੜੇ ਆਪਾਂ ਦੇਵਾਂਗੇ ਉਹਦੀ ਫੀਸ ਬਹੁਤ ਘੱਟ ਹੋਊਗੀ, ਪੂਰੇ ਪੰਜਾਬ ਦੇ ਨਾਲੋਂ ਘੱਟ ਹੋਊਗੀ। ਜਿੰਨੇ ਪੰਜਾਬ ਦੇ ਇੰਸਟੀਚਿਊਟ ਹੈਗੇ ਆ ਜਿਹੜੇ ਬਹੁਤ ਲੁੱਟ ਮਚਾ ਰਹੇ ਆ, 1000-2000 ਰੁਪਇਆ ਲੈ ਕੇ ਤੁਹਾਨੂੰ ਦੇ ਰਹੇ ਆ ਨੋਟਸ, ਜਿਹੜੇ ਬਿਲਕੁਲ ਕੰਮ ਦੇ ਨਹੀਂ ਹੈਗੇ, ਉਹਨਾਂ ਨਾਲੋਂ ਬਿਲਕੁਲ ਘੱਟ ਕੰਮ ਪੈਸਿਆਂ ਦੇ ਹੋਣਗੇ ਤੇ ਸਭ ਤੋਂ ਵੱਧ ਕੰਮ ਦੇ ਹੋਣਗੇ। ਇਹ ਗਰੰਟੀ ਹੈ। ਤੁਸੀਂ ਮੇਰਾ ਰਿਕਾਰਡ ਵੀ ਚੈੱਕ ਕਰ ਸਕਦੇ ਹੋ, ਹੁਣ ਤੱਕ ਜਿਹੜਾ ਵੀ ਸਬਜੈਕਟ ਮੈਂ ਕਰਵਾਇਆ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਪੜ੍ਹਦੇ ਰਹੋ, ਲਿਖਦੇ ਰਹੋ, ਠੀਕ ਹੈ, ਮਿਹਨਤਾਂ ਕਰਦੇ ਰਹੋ, ਪਰਮਾਤਮਾ ਤੁਹਾਡੀ ਮਿਹਨਤ ਨੂੰ ਸਫਲਤਾ ਬਖਸ਼ੇ। ਤਾਂ ਬਾਕੀ ਚਿੰਤਾ ਨਹੀਂ ਕਰਨੀ। ਬਾਕੀ ਤੁਸੀਂ ਜੇ ਕੰਪਿਊਟਰ ਦੇ ਪੰਜਾਬ ਜੀਕੇ ਦੇ ਪੰਜਾਬੀ ਵਿਆਕਰਨ ਦੇ ਜਿਹੜੇ ਲੈਕਚਰ ਹੈਗੇ ਰਾਜੇ, ਉਹ ਤੁਸੀਂ ਮੇਰੇ YouTube ਚੈਨਲ ਤੇ ਲਾ ਸਕਦੇ ਹੋ, ਬਿਲਕੁਲ ਫ੍ਰੀ। ਇਹਦੀ ਮੈਂ ਥਿਊਰੀ ਫ੍ਰੀ ਕਰਾਈ ਹੋਈ ਹੈ, ਪੰਜਾਬ ਜੀਕੇ ਦੀ ਵੀ ਕਰਵਾਤੀ ਹੈ, ਪੰਜਾਬੀ ਵਿਆਕਰਨ ਦੀ ਵੀ ਕਰਵਾਤੀ ਹੈ। ਕੰਪਿਊਟਰ ਤੇ ਪੰਜਾਬ ਜੀਕੇ ਦੇ ਨੋਟ ਤੁਸੀਂ ਲੈ ਸਕਦੇ ਹੋ। ਕੰਪਿਊਟਰ ਦੇ ਤੁਹਾਨੂੰ 1500 ਕੁਐਸਚਨ ਮਿਲ ਜਾਣਗੇ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ। ਜੀਕੇ ਦੇ ਤੁਹਾਨੂੰ ਕੀ ਮਿਲ ਜਾਣਗੇ, 1000 ਕੁਐਸਚਨ ਮਿਲ ਜੂਗਾ, ਬਹੁਤ ਵਧੀਆ। ਤੇ ਪੰਜਾਬੀ ਗ੍ਰਾਮਰ ਦਾ 2-3 ਦਿਨ ਤੱਕ ਕੁਐਸਚਨ ਬਣ ਕੇ ਤਿਆਰ ਹੋ ਜਾਣਗੇ। 1000 ਕੁਐਸਚਨ ਬਣਾ ਰਿਹਾ ਮੈਂ, ਬਹੁਤ ਵਧੀਆ। ਤਾਂ ਇਹ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿੱਚ। ਤੇ ਬਾਕੀ ਥੋੜੇ ਚਾਈਲਡ ਡਿਵੈਲਪਮੈਂਟ ਵਾਲੇ ਤੁਹਾਨੂੰ ਮਿਲਣਗੇ ਲੇਟ, ਉਹਦੇ ਕੁਐਸਚਨ ਮੈਂ ਜਿਵੇਂ ਬਣਾ ਰਿਹਾ, ਨਾਲ ਨਾਲ ਤੁਹਾਨੂੰ ਥਿਊਰੀ ਮੈਂ ਕੀ ਕਰਦਾ ਸਟਾਰਟ ਕਰਤੀ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।